ਭਾਜੀ ਮੱਝ ਦੀ ਖਲ ਲੈ ਕੇ ਆਇਆ ਕੀ ਕਰਨਾ ਇਹਦਾ ਜੀ ਇਹਨੂੰ ਅੰਦਰ ਆ ਦੇ ਹੋਰੇ ਤੋਂ ਕਿੱਦਾਂ ਪਾਉਣਾ ਸੀ ਠੀਕ ਹੈ ਜੀ ਹਣੀ ਮੱਝ ਦੀ ਖਲਕਾ ਸੁਣੂ ਯਾਰ ਕੁਛ ਨਹੀਂ ਯਾਰ ਇੱਕ ਡਰਾਮੇ ਦੇ ਵਿੱਚ ਚਾਹੀਦੀ ਸੀ जैसे बिने मैं बोला हो गया यार यार हले मैं बोलिया ही नहीं अंदरों अंदर ही सोच रहा सी बेटे मुंह तेरा गल बन गई इंतजाम हो गया जावांगे भी इस वेले ही ते कोई मां दा पुत तेरे पुड़े नू उंगली नहीं ला सकता बस तू मेरे पीछे रहना है जस यार मेहनताली गल है रहन दे यार मैं तेन कोई होर एनआरआई कुड़ी लभ दूं इन्हां वालों ते अजे मैनू छाप पैनी भी ड्यू है ये ना होवे छाप दी थां ते किते जुत्तियां ही पै जाण यार डरी क्यों जाना तू मैं हैगा ना तेरे नाल वैसे भी जे जनानी वाले पासे जाना तब प्लेस तो बदलना ही पड़ा वानू यार जे बनना ही सी ते सौरिया गां ही बन जांदे गौ माता नू ते हत्थ पाउण लग्या भी कोई 100 वारी सोचदा बकवास ना मार यस और रूट दा पता सौरे अगे किते नहर ची ना जा पीए वो तू हौली बोल किसी ने देख लिया पंगा पैजू बस मेरी अंगू मझ दी आवाज कट की कहणगे मझ दियां दो दो बाजां ਵਾਹ ਕਿਵੇਂ ਖੁੱਲੀ ਫਿਰਦੀ ਆ ਹਾਂ देखदा खड़ जा किथे चलनी है चल ओ चल ओ तुरपा हुण ओ चल हुण हिलना नहीं प्रीतो चल फटाफट मच कमा कमाओ नहीं पाओगे होर मच बैक जाऊंगी आ फिर खुल गए लगता ठाड़ दा टाइम हो गया लाया तेरी फेवरेट बाल्टी ओए जस बाल्टी लेके आ गई चुप करके दूध दे दे मैं सोरिया वीर का तले अंदर नाल ओ क्यों जान खादी है ओ चो लैन दे मूड है नहीं अच्छा खड़ जा मैं टीका लेके आना ओ जस ओ पांचला सोया टीका लैन गया ई ओ यार टीका या केड़ा गोली मार तू तेनू फर्क नहीं ना पैंदा तू तां अगे साला टीका तां पिछे लगना यार खातर टीका नहीं लवा सकदा गत्ते दी मझ सारा चिब पै जाना ही मझ नू चुप कर खड़ जा तेरी मां नु कहंदे मझ तेरी नु खड़ जा केड़ी मूड नहीं है और वास्तव में तो ना भज ले जस लोकां ने मझ दा दुध निकलदा तां बहुत देखिया जुलूस निकलदा पहली बार देखना मझ दा चंगा छेती आ जी दो लत्तां वाली मझ हुंदी नहीं पिंड वालिया सोचना साला काले रंग दा कंगारू कित्थों आ गया ਲੈ ਬਈ ਸ਼ਰਨ ਤੇਰੇ ਤੋਂ ਬਾਅਦ ਸਾਡੀ ਮੀਤ ਦਾ ਨੰਬਰ ਹੈ ਮੈਂ ਨਹੀਂ ਕਰਾਉਣਾ ਵਿਆਹ ਅੱਛਾ ਜਦੋਂ ਤੇਰਾ ਲੜ ਗਿਆ ਨਾ ਕਿਸੇ ਨਾਲ ਪੇਚਾ ਵਿਆਹ ਤਾਂ ਤੂੰ ਭੱਜ ਕੇ ਕਰਾਏਂਗੀ ਵੈਸੇ ਮੈਡਮ ਨੂੰ ਮੁੰਡਾ ਕਿਹੋ ਜਿਹਾ ਚਾਹੀਦਾ ਹੈ ਯਾਰ ਮੁੰਡਾ ਭਾਵੇਂ ਜਿਹੋ ਜਿਹਾ ਵੀ ਹੋਵੇ ਕੱਲਾ ਨਹੀਂ ਹੋਣਾ ਚਾਹੀਦਾ ਕੀ ਮਤਲਬ ਜ਼ਿੰਦਗੀ ਬੀਤ ਗਈ ਕੱਲਿਆਂ ਦੀ ਐਡੀ ਕਿਸੇ ਜਦੋਂ ਮੰਮੀ ਡੈਡੀ ਛੱਡ ਗਏ ਘੱਟੋ ਘੱਟ ਜੇ ਮੁੰਡਾ ਪੂਰੇ ਪਰਿਵਾਰ ਵਾਲਾ ਹੋ ਤਾਂ ਇੱਕ ਕੰਪਲੀਟ ਫੈਮਿਲੀ ਦਾ ਸੁੱਖ ਤਾਂ ਮਿਲੂ ਜਿਹਨੂੰ ਮੈਂ ਹਲੇ ਤੱਕ ਤਰਸਦੀ ਆਈ ਹਾਂ ਸਹੀ ਗੱਲ ਹੈ
ਓਕੇ ਓਕੇ ਓਕੇ, ਉਹ ਫਿਰ ਲੋਹਾ ਲੱਗੇ ਤੇ ਹੀ ਹੈ ਨਾ ਜੀ ਲੱਗਦਾ ਇੰਜੈਕਸ਼ਨ, ਸਿੰਘ ਵੱਜੇ ਤੇ ਨਹੀਂ ਲੱਗਦਾ। ਓਕੇ ਡਾਕਟਰ ਸਾਹਿਬ, ਥੈਂਕ ਯੂ ਜੀ। ਉਹ ਤੂੰ ਕਿਉਂ ਟੈਨਸ਼ਨ ਲਈ ਬੈਠਾ, ਤੈਨੂੰ ਕਿਹਾ ਤੇ ਹੈਗਾ ਹੋਰ ਕੋਈ NRI ਕੁੜੀ ਲੱਭ ਦੂੰ ਤੈਨੂੰ ਮੈਂ। ਉਹ ਨਹੀਂ ਯਾਰ, ਗੱਲ ਵੀਜ਼ੇ ਦੀ ਨਹੀਂ ਹੈਗੀ। ਫੇਰ ਮੈਨੂੰ ਉਮੀਦ ਚੰਗੀ ਲੱਗਣ ਲੱਗੀ ਯਾਰ। ਅਰੇ ਸਾਲੇ ਉਹਨੇ ਕਿਹਾ ਤਾਂ ਹੈ ਕਿ ਮੈਨੂੰ ਫੈਮਿਲੀ ਵਾਲਾ ਮੁੰਡਾ ਚਾਹੀਦਾ, ਭੁੱਲ ਜਾ ਉਹਨੂੰ। ਯਾਰ ਇਹੀ ਦਿਮਾਗ ਲਾਉਣਾ ਵੀ ਮੀਤ ਨੂੰ ਕਿਵੇਂ ਮਨਾਉਣਾ। ਭਾਈ ਸਾਹਿਬ, ਜੇ ਰਾਤ ਮੇਰਾ ਚੂਲਾ ਟੁੱਟਦਾ ਬਚ ਗਿਆ ਨਾ ਤੇ ਸੌਂ ਨਹੀਂ ਖਾਦੀ ਵੀ ਤੜਾ ਕੇ ਜਾਣਾ ਇੱਥੋਂ। ਯਾਰ ਇੱਕ ਤਾਂ ਤੂੰ ਡਰਪੋਕ ਬਹੁਤ ਹੈ। ਡਰਪੋਕ ਵਾਲੀ ਕੀ ਗੱਲ ਹੈ? ਉਹ ਸਹੁਰੇ ਜਿੱਡਾ ਇੰਜੈਕਸ਼ਨ ਮੇਰੇ ਲੱਗਾ ਨਾ ਮੱਝ ਵਾਲਾ, ਕਿਤੇ ਤੇਰੇ ਲੱਗਿਆ ਹੋਵੇ ਤੈਨੂੰ ਲੱਗ ਪਤਾ ਜਾਵੇ। ਮੇਰਾ ਤੇ ਵੈਸੇ ਹੀ ਰਾਤ ਦਾ ਦੁੱਧ ਜਿਹਾ ਤੈਨੂੰ ਜੀ ਕਰੀ ਜਾਂਦਾ ਹੀ ਚਲੇ ਤੂੰ ਖਿਆਲ ਰੱਖਿਆ ਤੇ ਫਿਰ ਭੂਆ ਨਾਲ ਹੋਈ ਨਹੀਂ ਨਾਰਾਜ਼ਗੀ ਦੂਰ ਅਜੇ? ਹੈ ਭੂਆ ਬੰਦੀ ਨਹੀਂ ਯਾਰ ਡੈਡੀ। ਥੋੜਾ ਉੱਚੀ। ਭੂਆ ਬੰਦੀ ਨਹੀਂ ਯਾਰ ਡੈਡੀ ਦੇ ਭੂਆ ਬੰਦੀ ਨਹੀਂ ਯਾਰ ਡੈਡੀ ਦੇ ਰੱਖੜੀ। ਜੇ ਸਾਡੀ ਮਾਸੀ ਨੇ ਸਾਡੇ ਫੁੱਫੜ ਨੂੰ ਕੁਝ ਕਹਿਤਾ, ਇਹਦੇ 'ਚ ਸਾਡਾ ਕੀ ਕਸੂਰ ਹੈ? ਪਰ ਚਲੋ ਛੱਡੋ, ਚਾਚੇ ਚਾਚੀ ਨਾਲ ਸਾਡੀ ਫੁੱਲ ਠੀਕ ਆ। ਨਹੀਂ ਉਹ ਤਾਂ ਤੁਹਾਡੀ ਤਾਏ ਨਾਲ ਵੀ ਬਹੁਤ ਵਧੀਆ ਹਾਂ। ਤੇ ਨਾਨਕਿਆਂ ਨਾਲ ਕਿਵੇਂ ਆ ਤੁਹਾਡੀ? ਯਾਰ ਮਾਮੀ ਮਾਮਾ ਨਾਨੀ ਨਾਨਾ ਬੜਾ ਮੋਹ ਕਰਦੇ ਆ ਮੇਰਾ ਤਾਂ। ਇੱਥੋਂ ਤੱਕ ਕਿ ਮੇਰੀ ਮਾਮੀ ਦਾ ਪਤਿਆਉਰਾ ਤੇ ਮੇਰੀ ਤਾਈ ਦੀ ਸਾਲੇ ਹਾਰ। ਜਨਾਨੀਆਂ ਦੀ ਸਾਲੇ ਹਾਰ ਨਹੀਂ ਹੁੰਦੀ। ਮੇਰੇ ਤਾਏ ਦੀ ਸਾਲੇ ਹਾਰ, ਮਤਲਬ ਸਭ ਠੀਕ ਹੈ। ਬਸ ਐਤਕੀ ਤਾਂ ਮੈਨੂੰ ਕਹਿੰਦੀ ਸੀ ਕਿ ਭੂਆ ਵੀ ਰੱਖੜੀ ਭੇਜੂਗੀ ਤੇਰੇ ਡੈਡੀ ਲਈ, ਸ਼ਾਇਦ ਭੇਜ ਹੀ ਦੇਵੇ। ਵਾਹ ਬਈ ਵਾਹ, ਤੇਰੀਆਂ ਗੱਲਾਂ ਸੁਣ ਕੇ ਲੱਗਦਾ ਯਾਰ ਤੁਹਾਡਾ ਬਹੁਤ ਵੱਡਾ ਪਰਿਵਾਰ ਹੈ। ਮਹਾਰਾਜ ਦੀ ਕਿਰਪਾ ਨਾਲ ਪੂਰਾ ਹਰਿਆ ਭਰਿਆ ਬਾਗ ਪਰਿਵਾਰ ਹੈ ਤੁਹਾਡਾ। ਉਹ ਯਾਰ ਹਾਲੇ ਤਾਂ ਤੂੰ ਸਾਡੇ ਵੱਡੇ ਮਸਿਓਕੜ ਨੂੰ ਨਹੀਂ ਮਿਲਿਆ। ਇਹ ਮਸਿਓਕੜ ਕੀ ਹੁੰਦਾ ਜੀ? ਨਹੀਂ ਸੁਣਿਆ ਨਾ? ਉਹ ਸਾਡੇ ਬਹੁਤ ਰਿਸ਼ਤੇ ਇਹੋ ਜਿਹੇ ਨੇ ਜਿਹੜੇ ਸਮਾਜ ਨੇ ਹਾਲੇ ਤੱਕ ਸੁਣੇ ਵੀ ਹੈ ਨਹੀਂ। ਚਲ ਸ਼ੁਕਰ ਕਰੋ ਪਹਿਲਾਂ ਨਿਕਲ ਗਈ ਹੈ। ਤੂੰ ਕਿਤੇ ਵੱਡੇ ਮਸਿਓਕੜ ਤੋਂ ਛੋਟੇ ਤਰੌੜਾ ਜੀ ਤੇ ਨਹੀਂ ਆ ਗਿਆ। ਉਹ ਗੁਰੂ ਰਿਸ਼ਤੇ ਤੋਂ ਬੋਲ ਜਿਹੜੇ ਹੁੰਦੇ ਆ। ਉਹ ਯਾਰ ਜਿਹਦੇ ਹੈ ਹੀ ਨਹੀਂ ਉਹ ਹੁਣ ਰਿਸ਼ਤਿਆਂ ਬਾਰੇ ਕੀ ਬੋਲੇ? ਕਿਉਂ ਜੀ? ਕਾਕਾ ਰਾਂਝੇ ਨੇ ਤੇ ਹੀਰ ਲਈ ਮੱਝਾਂ ਚਾਰੀਆਂ ਸੀ, ਤੂੰ ਹੀਰ ਨੂੰ ਹੀ ਚਾਰੀ ਜਾਂਦਾ। ਇਹ ਗੱਲ ਸੁਣੀ ਸੁਣੀ ਜੀ ਨਹੀਂ ਲੱਗਦੀ। ਕੈਰੀ ਔਨ ਜੱਟਾ, ਕੈਰੀ ਔਨ। ਲੋਕੀ ਮੈਨੂੰ ਜਸ ਕਹਿੰਦੇ ਆ। ਜਦੋਂ ਦਾ ਤੁਹਾਨੂੰ ਦੇਖਿਆ ਨਾ ਬਸ ਕੁਛ ਹੋ ਗਿਆ। ਮੈਂ ਘਟਿਆ ਜਿਹਾ ਆਸ਼ਕਾਂ ਨੂੰ ਇਹ ਤਾਂ ਨਹੀਂ ਕਹੂੰਗਾ। ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੁੱਖ ਨਹੀਂ ਲੱਗਦੀ, ਮੈਂ ਕੱਲਾ ਕੱਲਾ ਰਹਿਣਾ। ਮੈਨੂੰ ਤਾਂ ਨੀਂਦ ਵੀ ਬਹੁਤ ਆਉਂਦੀ ਆ, ਭੁੱਖ ਤਾਂ ਬਾਲੀ ਹੋ ਲੱਗਦੀ ਆ, ਤੇ ਕੱਲਾ ਤਾਂ ਮੈਂ ਜਮਾ ਹੀ ਨਹੀਂ ਰਹਿੰਦਾ। ਬਸ ਜਦੋਂ ਮੈਂ ਤੁਹਾਨੂੰ ਦੇਖਿਆ ਨਾ ਜੀ ਜਿਹਾ ਨਹੀਂ ਲੱਗਦਾ। ਮੇਰੀ ਪਰਸਨਲ ਫੀਲਿੰਗ ਆ ਵੀ ਸ਼ਾਇਦ ਮੈਨੂੰ ਪਿਆਰ ਹੋ ਗਿਆ। ਨਾ ਸੁੱਕਿਆ ਹੋਇਆ ਹਰ ਰੋਜ਼ ਲੇਟ ਹੀ ਆਉਣਾ। ਜਾਮ ਲੱਗਿਆ ਸੀ, ਉਹ ਚ ਫਸ ਗਿਆ ਸੀ। ਟਰੱਕ ਤੇ ਆਇਆ ਜਿਹੜਾ ਜਾਮ 'ਚ ਫਸ ਗਿਆ ਸੀ? ਆਇਆ ਤਾਂ ਮੋਟਰਸਾਈਕਲ ਤੇ ਆ। ਨਾ ਫਿਰ ਮੋਟਰਸਾਈਕਲ ਤੇ ਕਿਹੜਾ ਲਾਲ ਬੱਤੀ ਲੱਗੀ ਹੋਈ ਹੈ ਜਿਹਨੂੰ ਦੇਖ ਕੇ ਲੋਕ ਰਾਹ ਛੱਡ ਦੇਣਗੇ? ਪਿਓ ਨਾਲ ਗੱਲ ਕਰਨ ਦੀ ਤਮੀਜ਼ ਸਿੱਖ ਲਾਂਗੇ ਜਦੋਂ ਖੁੱਲਾ ਟਾਈਮ ਹੋਇਆ। ਨਾਲੇ ਪਿਓ ਹੋਗੇ ਘਰੇ ਹੋਗੇ, ਇੱਥੇ ਸਿਰਫ ਮੇਰੇ ਸੀਨੀਅਰ ਹੋ। ਹੁਣ ਆਪਾਂ ਕੰਮ ਦੀ ਗੱਲ ਕਰੀਏ। 3 ਮਹੀਨੇ ਹੋ ਗਏ ਤੈਨੂੰ ਬਿੱਲੂ ਬੰਸਲ ਦਾ ਕੇਸ ਦਿੱਤੇ ਨੂੰ, ਹਜੇ ਤੱਕ ਉਹਦੀ ਬੇਲ ਕਿਉਂ ਨਹੀਂ ਹੋਈ? ਬੇਲ ਕਿਵੇਂ ਹੋ ਜੂਗੀ? ਪੇਸ਼ੀ ਤੇ ਤਾਂ ਗਿਆ ਨਹੀਂ ਨਾ। ਬਿੱਲੂ ਬੰਸਲ ਨੂੰ ਕੋਰਟ ਦੀ ਮਾਨ ਮਰਿਆਦਾ ਦਾ ਜ਼ਰਾ ਖਿਆਲ ਨਹੀਂ? ਉਹ ਤਾਂ ਗਿਆ ਸੀ, ਮੈਂ ਹਾਜ਼ਰ ਨਹੀਂ ਹੋਇਆ। ਨਾ ਵਕੀਲ ਹੋ ਕੇ ਤੈਨੂੰ ਇੰਨੀ ਅਕਲ ਨਹੀਂ ਕਿ ਇੱਕ ਵਕੀਲ ਦਾ ਪੇਸ਼ੀ ਤੇ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ? ਮੈਂ ਕੀ ਕਰਾਂ, ਤੀਜੇ ਦਿਨ ਤਾਂ ਜਾਮ 'ਚ ਫਸਿਆ ਰਹਿਣਾ। ਕਿੰਨੇ ਵਾਰੀ ਕਿਹਾ ਕਚਹਿਰੀਆਂ ਦੇ ਕੋਲੇ ਕੋਠੀ ਪਾ ਲਓ। ਤੂੰ ਕਚਹਿਰੀਆਂ ਕੋਲ ਕੋਠੀ ਭਾਲ ਦ। ਮੇਰਾ ਤਾਂ ਤੈਨੂੰ ਉਹ ਚੋਂ ਕੱਢਣ ਨੂੰ ਜੀ ਕਰਦਾ ਜਿਹੜੀ ਆਲਰੇਡੀ ਪਾਈ ਹੋਈ ਆ। ਹੁਣ ਤੱਕ ਇੱਕ ਕੇਸ ਜਿੱਤਣਾ ਤਾਂ ਦੂਰ ਦੀ ਗੱਲ, ਤੇ ਤੋਂ ਇੱਕ ਸਿੰਪਲ ਜਿਹਾ ਕੇਸ ਦੀ ਜ਼ਮਾਨਤ ਨਹੀਂ ਕਰਾ ਹੋਈ। ਜ਼ਮਾਨਤ ਸਵਾਹ ਕਰਾਵਾਂ? ਪਹਿਲਾਂ ਵਕੀਲ ਦੀ ਜੱਜ ਕੋਲੇ ਪਹੁੰਚ ਤਾਂ ਕਰੋ। 3 ਵਾਰੀ ਜੱਜ ਸਾਹਿਬ ਆਪਣੀ ਕਾਰ 'ਚ ਬਿਠਾ ਕੇ ਮੈਨੂੰ ਜਾਮ 'ਚੋਂ ਕੱਢ ਕੇ ਲੈ ਕੇ ਆਏ ਨੇ। ਅੱਧਾ ਇੰਪ੍ਰੈਸ਼ਨ ਦਾ ਬੰਦੇ ਦਾ ਉੱਥੇ ਹੀ ਡਾਊਨ ਹੋ ਜਾਂਦਾ। ਇੰਪ੍ਰੈਸ਼ਨ ਦਾ ਕੋਰਟ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਹੁੰਦਾ ਮੰਮੀ ਜੀ ਕਹਿੰਦੇ ਸੀ ਹੁੰਦਾ। ਦੇਖਣ ਪੱਖਣ ਨੂੰ ਚਾਹੀਦੀ ਬੰਦੇ ਨੂੰ ਕੱਖ ਨਾ ਆਉਂਦਾ ਹੋਵੇ, ਪਰ ਇੰਪ੍ਰੈਸ਼ਨ ਗੁੱਡ ਪੈਣਾ ਚਾਹੀਦਾ। ਸਾਲਾ ਦੇਖਣ ਪੱਖਣ ਨੂੰ ਕਹਾ ਮਾਂ ਤੇਰੀ ਸ਼੍ਰੀ ਦੇਵੀ ਸੀ, ਆਪ ਤਾਂ ਚੜੇ ਲੜ ਗਈ ਸੀ। ਫਿਰ ਉਹਨੂੰ ਮਿਲਿਆ ਵੀ ਬਾਅਦ 'ਚ ਕੀ? ਭੂਤ। ਬਸ ਇਹ ਭੂਤ ਤੇ ਚੜੇਲ ਨੇ ਰਲ ਕੇ ਇਹ ਸਾਲਾ ਰਾਖਸ਼ ਜੰਮ ਲਿਆ। ਕਈ ਵਾਰੀ ਮੈਨੂੰ ਸ਼ੱਕ ਪੈਂਦਾ ਤੂੰ ਸਾਡੀ ਔਲਾਦ ਹੈ ਨਹੀਂ। ਕਿਸੇ ਸਾਲੇ ਨੇ ਆਪਣਾ ਜਵਾਕ ਹਸਪਤਾਲ 'ਚ ਬਦਲਤਾ। ਐ ਤੁਹਾਨੂੰ ਕੋਈ ਦੇ ਦੂ ਆਪਣਾ ਜਵਾਕ? ਜਿਹੇ ਜੇ ਤੁਹਾਡੇ ਹਾਲਾਤ ਨੇ ਤੁਹਾਨੂੰ ਕੋਈ ਸੂਈ ਹੋਈ ਕੁੱਤੀ ਦਾ ਕਤੂਰਾ ਨਾ ਦਵੇ। ਹੌਲੀ ਬਕਵਾਸ ਕਰ, ਰੱਬ ਦਾ ਵਾਸਤਾ ਤੂੰ ਭਾਵੇਂ 12 ਵਜੇ ਆ ਜਾ ਕਰ, ਪਰ ਮੇਰੇ ਨਾਲ ਆ ਕੇ ਕਚਹਿਰੀਆਂ 'ਚ ਬਹਿਸ ਨਾ ਕਰਿਆ ਕਰ। ਤੇਰੀਆਂ ਇਹਨਾਂ ਹਰਕਤਾਂ ਕਰਕੇ ਵਕੀਲ ਯੂਨੀਅਨ 'ਚ ਸਾਡੀ ਥੂ ਹੋਈ ਪਈ ਆ। ਕਈ ਵਕੀਲਾਂ ਨੇ ਚੈਂਬਰ ਦੇ ਬਾਹਰ ਲਿਖ ਕੇ ਲਾਇਆ ਹੋਇਆ, ਜੇ ਕੇਸ ਲੜਨਾ ਤਾਂ ਸਾਡੇ ਕੋਲੋਂ, ਜੇ ਊ ਲੜਨਾ ਤਾਂ ਢਿੱਲੋਂ ਕੋਲ ਜਾਓ। ਡੈਡੀ ਹਾਰਟ ਨਾ ਹੋਵੋ, ਹੌਸਲਾ ਰੱਖੋ। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਉਹ ਤਾਂ ਜੱਜ ਦੇ ਬਿਨਾਂ ਅੰਦਰ ਨਹੀਂ ਵੜ ਦਿੰਦਾ, ਤਾਂ ਪਾਇਆ। ਚਾਹੁੰਦੇ ਕੀ ਹੋ? ਬਿੱਲੂ ਦੀ ਜ਼ਮਾਨਤ ਕਰਾ ਦੇ, ਹੋਰ ਮੈਂ ਤੇਰੇ ਕੋਲੋਂ ਕਤੂਰਾ ਮੰਗਿਆ? ਗੋਲਡੀ 3 ਮਹੀਨੇ ਹੋ ਗਏ ਮੇਰੇ ਡੈਡੀ ਨੂੰ ਅੰਦਰ ਹੋਏ। ਤੂੰ ਨਾ ਮੈਨੂੰ ਸੱਚੀ ਸੱਚੀ ਦੱਸ ਦੇ, ਜੇ ਤੇਥੋਂ ਮੇਰੇ ਡੈਡੀ ਦੀ ਬੇਲ ਨਹੀਂ ਨਾ ਹੁੰਦੀ ਮੈਂ ਕੋਈ ਹੋਰ ਵਕੀਲ ਕਰ ਲੈਣੀ ਆ, ਪਰ ਐਵੇਂ ਸਾਨੂੰ ਲਟਕਾ ਨਾ। ਪਾਗਲ, ਤੂੰ ਮੇਰੀ ਗੇਮ ਨਹੀਂ ਸਮਝ ਰਹੀ। ਮੈਂ ਜਾਣਬੁੱਝ ਕੇ ਬੇਲ ਨਹੀਂ ਕਰਾ ਰਿਹਾ। ਹਾਂ, ਜਿੰਨਾ ਚਿਰ ਤੇਰੇ ਡੈਡੀ ਅੰਦਰ ਰਹਿਣਗੇ ਨਾ ਆਪਾਂ ਖੁੱਲ ਕੇ ਮਿਲ ਸਕਦੇ ਹਾਂ। ਸਮਝਦਾ ਹੁੰਦਾ। ਹਾਏ ਗੋਲਡੀ, ਤੂੰ ਕਿਹੋ ਜਿਹੀਆਂ ਗੱਲਾਂ ਕਰਦਾ? ਤੂੰ ਨਾ ਦੁਨੀਆ ਦਾ ਪਹਿਲਾ ਆਸ਼ਿਕ ਹੋਵੇਂਗਾ।
ਜਿਨੇ ਪਿਓ ਤੇ ਧੀ ਦੋਵੇਂ ਵਸਾ ਕੇ ਰੱਖੇ ਹੋਏ ਆ। ਦੇਖ ਬੇਲ ਕਰਾਉਣ ਨੂੰ ਤਾਂ ਮੈਂ ਅੱਜ ਕਰਾ ਦਾਂ, ਪਰ ਫਿਰ ਆਪਾਂ ਐ ਖੁੱਲ ਕੇ ਮਿਲ ਜੁਲ ਨਹੀਂ ਸਕਦੇ। ਯਾਰ ਐਵੇਂ ਚੰਗਾ ਲੱਗਦਾ ਹੈ? ਮੈਂ ਇੱਥੇ ਬਾਹਰ ਘੁੰਮਦੀ ਆ ਤੇ ਡੈਡੀ ਮੇਰੇ ਅੰਦਰ। ਜਨਾਬ, ਮੈਂ ਆਪਣੇ ਵਕੀਲ ਨਾਲ ਕੱਲਿਆਂ 'ਚ ਗੱਲ ਕਰ ਲਾਂ? ਨਹੀਂ ਕਰ ਸਕਦਾ ਹੈ ਚਲੋ ਫਿਰ ਤੁਸੀਂ ਨਾਲ ਹੋ ਲਓ। ਜਿਹੜੀਆਂ ਮਾਂ ਭੈਣ ਦੀਆਂ ਗਾਲਾਂ ਮੈਂ ਉਹਨੂੰ ਕੱਢਣੀਆਂ ਉਹ ਤੁਸੀਂ ਵੀ ਸੁਣ ਲਿਓ। ਡੈਡੀ ਆ ਗਏ ਤੇਰੇ। ਸਤਿ ਸ਼੍ਰੀ ਅਕਾਲ ਅੰਕਲ। ਹੱਥ ਤੇਰੀ ਮਾਂ ਨੂੰ, ਤੇਰੀ ਨੂੰ, ਹੱਥ ਤੇਰੀ ਭੈਣ ਨੂੰ। ਤੇਰੀ ਪੁਲਿਸ ਨਾਲ ਖੜੀ ਹੈ, ਤੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕੱਢ ਸਕਦਾ। ਫਿਰ ਮੈਂ ਕੰਨ 'ਚ ਕੱਢ ਲੈਂਦਾ, ਪਰ ਫਿਰ ਦੇਖ ਲਓ, ਨਾ ਤਾਂ ਗਾਲ ਕੱਢਣ ਵਾਲੇ ਨੂੰ ਸਵਾਦ ਆਣਾ, ਨਾ ਸੁਣਨ ਵਾਲੇ ਨੂੰ ਆਣਾ। ਉਹ ਬੰਦਾ ਬਣ ਕੇ ਜਿਹੜੀ ਗੱਲ ਕਰਨੀ ਕਰ, ਨਹੀਂ ਤਾਂ ਸਿੱਧਾ ਪੇਸ਼ੀ ਚੱਲ। ਮੇਰਾ ਕਸੂਰ ਕੀ ਹੈ ਦੱਸ? ਆਪਾਂ ਜੱਜ ਸਾਹਿਬ ਤੋਂ ਪੁੱਛ ਲੈਨੇ ਅੰਕਲ। ਫਿਰ ਤੂੰ ਇੱਥੇ ਅੰਡੇ ਵੇਚਣ ਨੂੰ ਖੜਾ ਹੈ? ਅੰਕਲ ਕਸੂਰ ਤਾਂ ਕੋਈ ਜ਼ਿਆਦਾ ਹੈ ਨਹੀਂ ਸੀਗਾ, ਤੁਸੀਂ ਤਾਂ ਮੇਰੇ ਕਹਿਣ ਦੇ ਉੱਤੇ ਬਦਮਾਸ਼ੀ ਛੱਡ ਕੇ ਲੋਕ ਭਲਾਈ ਦੇ ਕੰਮਾਂ 'ਚ ਪੈ ਗਏ ਸੀਗੇ। ਇੱਕ ਵਾਰੀ ਗਰੀਬਾਂ ਨੂੰ ਕੰਬਲ ਵੰਡ ਰਹੇ ਸੀਗੇ, ਇੱਕ ਗਰੀਬ ਨੇ ਬੀੜੀ ਪੀ ਕੇ ਤੁਹਾਡੇ ਪੈਰ ਤੇ ਵਜਾਤੀ, ਬਸ ਨਾਲ ਹੀ ਤੁਹਾਨੂੰ ਗੁੱਸਾ ਆ ਗਿਆ। ਉਹੀ ਕੰਬਲ ਗਰੀਬ ਦੇ ਉੱਤੇ ਪਾ ਕੇ ਤੁਸੀਂ ਉਹਨੂੰ ਫੈਂਟਤਾ, ਬਸ। ਜ਼ਿਆਦਾ ਕਸੂਰ ਤਾਂ ਕੋਈ ਵੀ ਨਹੀਂ ਸੀਗਾ ਜੀ। ਦੱਸ ਬਈ, ਐਨੇ ਕ ਕੰਮ ਦੇ ਪਿੱਛੇ 3 ਮਹੀਨੇ ਜੇਲ੍ਹ 'ਚ ਕੌਣ ਰਹਿੰਦਾ? ਉਹ ਦਰਅਸਲ ਅੰਕਲ ਤੁਹਾਡਾ ਕੇਸ ਸਟੱਡੀ ਕਰਨ ਦੇ ਵਿੱਚ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ। ਕਿਉਂ ਮੈਂ ਪਾਕਿਸਤਾਨ ਤੋਂ ਬੰਬ ਲੈ ਕੇ ਆਇਆ? ਓਏ ਇੱਕ ਗਰੀਬ ਦੀ ਕੰਬਲ ਕੁੱਟ ਕੀਤੀ ਹੈ, ਇਹਦੇ ਵਿੱਚ ਕੇਸ ਸਟੱਡੀ ਕੀ ਕਰ ਰਿਹਾ ਸੀਗਾ ਤੂੰ? ਐ ਤਾਂ ਚੰਗਾ ਤਾਂ ਮੈਂ ਕੁੜੀ ਨੂੰ ਕਿਲੋ ਬਦਾਮ ਖਵਾ ਕੇ ਆਪਣਾ ਕੇਸ ਲੜਾ ਲੈਂਦਾ, ਉਹਨੂੰ ਬਰੀ ਹੋ ਗਿਆ ਹੁੰਦਾ ਮੈਂ। ਤੁਹਾਡੀ ਬੇਲ ਅੱਜ ਹੀ ਹੋ ਜੂ ਅੰਕਲ, ਅੱਜ ਹੀ ਹੋ ਜੂ, ਮੇਰੇ ਤੇ ਵਿਸ਼ਵਾਸ ਕਰੋ। ਫੀਸ ਕਾਦੀ ਫੀਸ ਹੋਏ? ਹਾਂ, ਸਤਿ ਸ੍ਰੀ ਅਕਾਲ ਜੱਜ ਸਾਹਿਬ। ਜੱਜ ਸਾਹਿਬ ਇਹ ਆ ਗਿਆ ਮੇਰਾ ਵਕੀਲ ਅੱਜ। ਸਤਿ ਸ਼੍ਰੀ ਅਕਾਲ ਮਾਈ ਲਾਰਡ, ਗੁੱਡ ਮਾਰਨਿੰਗ। ਤੁਹਾਡਾ ਤਾਂ ਬਿਲਕੁਲ ਸਿੱਧਾ ਜਿਹਾ ਕੇਸ ਹੈ। ਮੈਨੂੰ ਬਹੁਤ ਹੈਰਾਨੀ ਹੈ ਕਿ ਤੁਹਾਡੇ ਮੁਅੱਤਲ ਦੀ ਬੇਲ ਕਿਉਂ ਨਹੀਂ ਹੋਈ ਹੁਣ ਤੱਕ। ਇਹੀ ਤਾਂ ਗੱਲ ਮੇਰੀ ਸਮਝ 'ਚ ਨਹੀਂ ਆ ਰਹੀ ਸਰ, ਕਿ ਮੈਂ ਇਹ ਜਿਹਾ ਕੀ ਕਤਲ ਕਰ ਦਿੱਤਾ। ਮਾਈ ਲਾਰਡ, ਤੁਸੀਂ ਗਲਤ ਫਾਈਲ ਚੱਕ ਬੈਠੇ ਹੋ। ਦਰਅਸਲ ਮੇਰੇ ਮੁਅੱਕਲ ਦੇ ਉੱਤੇ ਬਹੁਤ ਹੀ ਸੀਰੀਅਸ ਨਾਨ ਬੇਲੇਬਲ ਕੇਸ ਹੈ। ਥੱਲੜੀ ਫਾਈਲ ਚੱਕੋ। ਨਾਲੇ ਤੁਸੀਂ ਇਹ ਨਾ ਕਹੋ ਇਹਨੇ ਮੇਰੀ ਫੀਸ ਮਾਰ ਲੈਣੀ ਹੈ ਚਾਚੂ। ਪਹਿਲਾਂ ਤਾਂ ਮੈਨੂੰ ਕੋਰਟ ਚਾਚੂ ਕਹਿਣਾ ਬੰਦ ਕਰੋ। ਤੁਸੀਂ ਇਹਨਾਂ ਦੀਆਂ ਫालतू ਪੇਸ਼ੀਆਂ ਪਵਾ ਕੇ ਇਹਨਾਂ ਤੋਂ ਪੈਸੇ ਲੁੱਟ ਰਹੇ ਹੋ। ਨਹੀਂ ਚਾਚੂ, ਸੌਰੀ ਮਾਈ ਲਾਰਡ, ਦਰਅਸਲ ਇਹਨਾਂ ਦੀ ਧੀ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਉਹਦਾ ਇਸ ਕੇਸ ਨਾਲ ਕੀ ਲੈਣਾ ਦੇਣਾ? ਪਰ ਮੇਰੇ ਨਾਲ ਤਾਂ ਹੈ ਨਾ। ਜੀ ਤੁਸੀਂ ਇਹ ਕਹਿਤਾ ਵੀ ਇਹ ਕੇਸ ਇੰਨਾ ਈਜ਼ੀ ਸੀ ਤਾਂ ਮੇਰਾ ਰਿਸ਼ਤਾ ਟੁੱਟ ਜੂ। ਸਗਾ ਤੁਸੀਂ ਇਹ ਕਹਿ ਕੇ ਮੇਰੀ ਮਦਦ ਕਰੋ ਵੀ ਇਹ ਕੇਸ ਬਹੁਤ ਟਫ ਸੀ, ਮੇਰੀ ਮੈਰਿਜ ਹੋ ਜੂ। ਕੋਰਟ ਮੇਰੀ ਮਦਦ ਕਰੇ, ਮੈਂ ਕੋਰਟ ਦੀ ਮਦਦ ਕਰੂੰਗਾ। ਤੂੰ ਕੋਰਟ ਦੀ ਕਿਵੇਂ ਮਦਦ ਕਰੇਗਾ ਬਈ? ਕੋਰਟ ਮੈਰਿਜ ਕਰਵਾ ਕੇ 4 ਪੈਸੇ ਕੋਰਟ ਦੇ ਵੀ ਤਾਂ ਬਣਨਗੇ ਨਾ। ਪਹਿਲਾਂ ਤਾਂ ਤੁਸੀਂ ਬੰਦਿਆਂ ਵਾਂਗ ਕੇਸ ਲੜਨਾ ਸਿੱਖੋ। ਇਸ ਵਾਰਸ਼ਾ ਵਾਲਾ ਕੰਮ ਕਦ ਤੱਕ ਚੱਲੂਗਾ? ਤੁਸੀਂ ਮੇਰੇ ਡੈਡੀ ਦੇ ਦੋਸਤ ਨਹੀਂ ਚਾਚੂ। ਮੈਂ ਤਾਂ ਸੁਣਿਆ ਸੀ ਕਾਨੂੰਨ ਦੀਆਂ ਅੱਖਾਂ ਨਹੀਂ ਹੁੰਦੀਆਂ, ਪਰ ਇਹ ਅੱਜ ਪਤਾ ਲੱਗਿਆ ਚਾਚੂ ਵੀ ਕਾਨੂੰਨ ਦਾ ਦਿਲ ਵੀ ਨਹੀਂ ਹੁੰਦਾ। ਸਮਝ ਗਿਆ। ਜਾਓ। ਸਹੀ ਫਾਈਲ ਮਿਲ ਚੁੱਕੀ ਹੈ ਯੂਰ ਆਨਰ। ਮੇਰਾ ਮੁਅੱਕਲ ਬਿੱਲੂ ਬਾਂਸਲ ਨੇ ਇਹੋ ਜਿਹਾ ਕੋਈ ਜੁਰਮ ਨਹੀਂ ਕੀਤਾ ਕਿ ਇਹਨੂੰ ਬੇਲ ਨਾ ਮਿਲ ਸਕੇ। ਮੈਂ ਪੂਰੀ ਮਿਹਨਤ ਦੇ ਨਾਲ, ਮਸ਼ੱਕਤ ਦੇ ਨਾਲ, ਦਿਨ ਰਾਤ ਇੱਕ ਕਰਕੇ, ਖੂਨ ਪਸੀਨਾ ਬਹਾ ਕੇ ਇਹ ਫਾਈਲ ਤਿਆਰ ਕੀਤੀ ਹੈ। ਹੋ ਸਕਦਾ ਸੀ ਇਸ ਕੇਸ ਦੇ ਵਿੱਚ ਬਿੱਲੂ ਬਾਂਸਲ ਨੂੰ ਸਾਲਾਂ ਬੱਧੀ ਅੰਦਰ ਰਹਿਣਾ ਪੈਂਦਾ। ਮਾਈ ਲਾਰਡ, ਕੇਸ ਤੁਸੀਂ ਦੇਖ ਹੀ ਚੁੱਕੇ ਹੋ, ਜਿਹਦੀ ਫਾਈਲ ਤੁਹਾਡੇ ਸਾਹਮਣੇ ਹੈ। ਕੇਸ ਤੇ ਪੂਰੀ ਨਜ਼ਰ ਮਾਰਦੇ ਹੋਏ ਅਦਾਲਤ ਇਸ ਫੈਸਲੇ ਤੇ ਪਹੁੰਚਦੀ ਹੈ ਕਿ ਬਿੱਲੂ ਬਾਂਸਲ ਨੂੰ ਬੇਲ ਦੇ ਦਿੱਤੀ ਜਾਵੇ। ਦੇਖਿਆ ਡੈਡੀ, ਆਖਿਰ ਤੁਹਾਡੀ ਬੇਲ ਇਹਨਾਂ ਨੇ ਕਰਾਈ ਦਿੱਤੀ। ਇਹ ਜਿਹਾ ਵਕੀਲ ਨਾਲ ਹੋਵੇ ਤਾਂ ਬੰਦਾ ਸਾਰੀ ਦੁਨੀਆ ਤੋਂ ਨਾ ਡਰੇ। ਬੇਟਾ ਜੀ, ਮੈਨੂੰ ਮਾਣ ਹੈ ਤੁਹਾਡੇ ਤੇ। ਥੈਂਕ ਯੂ ਅੰਕਲ। ਉਹ ਜਿਹੜਾ ਥੋੜਾ ਜਿਹਾ ਟਾਈਮ ਲੱਗ ਗਿਆ ਨਾ ਜੀ, ਉਹਦੇ ਕਰਕੇ ਸੌਰੀ ਜੀ। ਬੇਟਾ ਜੀ, ਸੱਚਾਈ ਦੀ ਜੰਗ ਦੇ ਵਿੱਚ ਟਾਈਮ ਤਾਂ ਲੱਗਦਾ ਹੀ ਹੈ। ਨਾਮੇ ਜਿਹੜੇ ਕੰਮੇ ਨੂੰ ਪਾਣੀ ਦੇਣਾ ਪੜਦਾ ਬਸ ਉਹਦੇ ਪਿੱਛੇ ਪੈ ਜਾ। अब ਬਾਕੀ ਮਾੜੇ ਇਹਨਾਂ ਨੂੰ ਵੀ ਪਾ ਦੇ। ਠੀਕ ਹੈ ਜੀ। ਮੀਤ ਬੇਟਾ। ਚਾਚਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਤੋਂ ਬਹੁਤ ਨਾਰਾਜ਼ ਹਾਂ। ਤੁਸੀਂ ਵਿਆਹ ਤੇ ਕਿਉਂ ਨਹੀਂ ਆਏ? ਨਾ ਪੁੱਛ ਮੀਤ, ਇਹਨਾਂ ਨੇ ਬਹਾਨਾ ਹੀ ਮਾਰਨਾ ਆ। ਇਹ ਤਾਂ ਪਹਿਲਾਂ ਹੀ ਲੜਾਕੀ ਹੈ, ਤੂੰ ਵੀ ਨਾਲ ਲੱਗ ਗਿਆ। ਬੇਟਾ। ਹਾਂਜੀ। ਮੈਂ ਕੈਨੇਡਾ ਜਾਣ ਤੋਂ ਪਹਿਲਾਂ ਸੋਚਦਾ ਕਿ ਤੇਰੇ ਵਾਸਤੇ ਮੁੰਡਾ ਪਸੰਦ ਕਰ ਲਈਏ। ਪਰ ਚਾਚਾ ਜੀ ਮੈਂ ਪਰ ਬੇਟਾ, ਤੁਹਾਡੀ MBA ਕੰਪਲੀਟ ਹੋ ਗਈ ਹੈ, ਵਿਆਹ ਦੀ ਉਮਰ ਹੈ ਤੁਹਾਡੀ। ਦੇਖ, ਜੇ ਤੈਨੂੰ ਕੋਈ ਮੁੰਡਾ ਪਸੰਦ ਹੈ ਤਾਂ ਦੱਸ, ਨਹੀਂ ਫਿਰ ਮੈਂ ਤਾਂ ਲੱਭਣਾ ਹੀ ਹੈ। ਪਰ ਤੇਰਾ ਵਿਆਹ ਆਪਾਂ ਪੂਰੀ ਧੂਮਧਾਮ ਨਾਲ ਕਰਨਾ ਹੈ। ਭੁੱਲਰਾ, ਵਿਆਹ ਦੇ ਸਾਰੇ ਇੰਤਜ਼ਾਮ ਤੂੰ ਕਰਨੇ ਨੇ। ਖਾਣ ਪੀਣ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਮੈਨੂੰ ਦੇਖ ਕੇ ਲੱਗਦਾ ਖਾਣ ਪੀਣ 'ਚ ਕੋਈ ਕਮੀ ਆਊਗੀ ਹੈ। ਜਸ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਬੋਲ। ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਆ ਜਾਓ, ਮੇਰੇ ਚਾਚਾ ਜੀ ਨੂੰ ਮਿਲਣ। ਕੀ ਹੋਇਆ ਜਸ, ਤੁਸੀਂ ਠੀਕ ਹੋ?
ਸਵੇਰੇ ਤੇਰੀ ਫੈਮਿਲੀ ਨੇ ਤੈਨੂੰ ਕਾੜਾ ਪਿਆ ਕੇ ਵੀ ਭੇਜਿਆ, ਫਿਰ ਵੀ ਤੇਰੀ ਤਬੀਅਤ ਠੀਕ ਨਹੀਂ ਹੋਈ। ਹਾਂ ਤੇ ਜਸ ਫਿਰ ਕਦੋਂ ਮਿਲਾ ਰਹੇ ਹੋ ਆਪਣੀ ਫੈਮਿਲੀ ਨੂੰ? ਮੈਨੂੰ ਲੱਗਦਾ ਗ੍ਰੀਨ ਟੀ ਫਸ ਗਈ ਤੇਰੇ ਗਲੇ 'ਚ। ਕਰ। ਸੋ ਜਸ ਆਪਣੇ ਡੈਡੀ ਨੂੰ ਮੇਰੇ ਚਾਚਾ ਜੀ ਨਾਲ ਮਿਲਵਾ ਹੀ ਦੋ। ਡੈਡੀ ਨਾ ਡੈਡੀ ਹੁਣ ਡੈਡੀ ਫਸ ਗਏ ਗਲੇ 'ਚ। ਇਹਦਾ ਗਲਾ ਵੀ ਬਹੁਤ ਫਸੀ ਆ। ਹਨੀ ਹਨੀ ਬੋਲ। ਤੇਰਾ ਨਾਂ ਨਹੀਂ ਲੈ ਰਿਹਾ। ਹਨੀ ਮਗਾ ਗਲਾ ਖਰਾਬ ਹੈ। ਤੇਰਾ ਕੇਸ ਜਿੰਨਾ ਵਰਸਟ ਹੈ, ਮੈਨੂੰ ਲੱਗਦਾ ਹਨੀ ਵੀ ਕੰਮ ਨਹੀਂ ਆਣਾ ਤੇਰਾ। ਤੂੰ ਨਾ ਆਪਣੇ ਫੈਮਿਲੀ ਡਾਕਟਰ ਨੂੰ ਵਿਖਾ। ਫੈਮਿਲੀ ਹਾਂ ਸੱਚ, ਤੇਰੇ ਡੈਡੀ ਤੇ ਬਾਹਰ ਗਏ ਹੋਏ ਸੀ ਨਾ ਕਿਤੇ। ਹਾਂ ਸੱਚ, ਮੇਰੇ ਡੈਡੀ ਤਾਂ ਬਾਹਰ ਗਏ ਹੋਏ ਸੀ ਕਿਤੇ। ਤੇ ਸੱਚ ਤੇਰੇ ਡੈਡੀ ਵਾਪਸ ਵੀ ਨਹੀਂ ਆਏ ਅਜੇ। ਤੇ ਸੱਚ ਮੇਰੇ ਡੈਡੀ ਵਾਪਸ ਵੀ ਨਹੀਂ ਆਏ ਅਜੇ। ਫਿਰ ਕਦੋਂ ਤੱਕ ਆ ਜਾਣਗੇ ਤੁਹਾਡੇ ਡੈਡੀ? ਕਦੋਂ ਤੱਕ ਆ ਜਾਣਗੇ ਮੇਰੇ ਡੈਡੀ? ਮੈਨੂੰ ਲੱਗਦਾ ਤੇਰੇ ਡੈਡੀ ਕਿਤੇ ਫਸ ਗਏ। ਹਾਂ ਮੇਰੇ ਡੈਡੀ ਨਾ ਯੁਗਾਂਡਾ ਸਟੇਸ਼ਨ ਤੇ ਫਸ ਗਏ। ਉਹਨਾਂ ਦੀ ਆਖਰੀ ਟ੍ਰੇਨ ਮਿਸ ਹੋ ਗਈ ਸਟੇਸ਼ਨ ਤੋਂ। ਯੁਗਾਂਡਾ? ਹਾਂ। ਯੁਗਾਂਡਾ ਤੋਂ ਕਿਹੜੀ ਟ੍ਰੇਨ ਚੱਲ ਪਈ ਇੰਡੀਆ ਲਈ? ਮੈਂ ਯੁਗਾਂਡਾ ਕਹਿ ਗਿਆ? ਓ ਬਬ ਯਾਰ ਯੁਗਾਂਡਾ ਦੇ ਨਾਲ ਮਿਲਦਾ ਜੁਲਦਾ ਨਾ ਸੀ ਕੋਈ, ਕੁਝ ਹੋਰ ਸੀ। ਸੇਮ ਟੂ ਸੇਮ ਸੀ। ਹਾਂ ਬਰੇਲੀ। ਯਾਰ ਬਰੇਲੀ ਯੁਗਾਂਡਾ ਨਾਲ ਮਿਲਦਾ ਹੈ? ਓ ਯਾਰ ਕੋਈ ਮਿੱਠਾ ਜਿਹਾ ਨਾ ਸੀ। ਖੰਡ ਦਾ ਕੋਈ ਝਾੜ ਝੂੜ ਹੈ। ਝਾੜਖੰਡ ਉੱਥੇ ਮੇਰੇ ਡੈਡੀ ਫਸ ਗਏ। ਹਾਂ ਤਾਂ ਫਿਰ ਅੰਕਲ ਨੂੰ ਜਲਦੀ ਬੁਲਾ ਲਓ। ਹਾਂ ਮੈਂ ਹੁਣੇ ਟੈਲੀਫੋਨ ਕਰਦਾ ਡੈਡੀ ਨੂੰ। ਭਾਵੇਂ ਬੱਸ ਪਿੱਛੇ ਲਟਕ ਕੇ ਆਉਣਗੇ ਕਿਵੇਂ ਨਹੀਂ, ਫੈਮਿਲੀ ਮੈਟਰ ਹੈ। ਅੰਕਲ ਜੀ ਬੱਸ ਪਿੱਛੇ ਲਟਕ ਕੇ ਆ ਜਾਣਗੇ? ਲੈ ਆਹ ਫਿਕਰ ਨਾ ਕਰੋ ਜੀ, ਇਹਨੇ ਤੇ ਪੂਰਾ ਕੁਣਬਾ ਹੀ ਲਟਕਾ ਰੱਖਿਆ। ਹਾਸੇ ਪਾਉਂਦਾ ਯਾਰ। ਸੁਣਿਆ ਸੀ ਮੁਸੀਬਤ ਵੇਲੇ ਬੰਦਾ ਗਧੇ ਨੂੰ ਬਾਪ ਬਣਾ ਲੈਂਦਾ। ਮੈਂ ਤਾਂ ਉਹ ਵੀ ਨਹੀਂ ਬਣਾ ਸਕਦਾ। ਅਗਲਿਆਂ ਕਹਿਣਾ ਪਿਓ ਪੁੱਤਰ ਚੋਂ ਕੋਈ ਵੀ ਬੰਦਾ ਨਹੀਂ। ਚਲ ਤੂੰ ਕਿਹੜੀ ਗੱਲੋਂ ਡਰੀ ਜਾਂਦਾ? ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ। ਤੂੰ ਉਹਨੂੰ ਸਾਫ਼ ਦੱਸ ਦੇ ਵੀ ਨਹੀਂ ਹੈਗੀ ਫੈਮਿਲੀ। ਹੁਣ ਤਾਂ ਅਗਲੀ ਤੇਰੇ ਪਿਆਰ 'ਚ ਪੈ ਹੀ ਗਈ ਹੈ। ਉਹ ਯਾਰ ਉਹਨਾਂ ਨਹੀਂ ਨਾ ਪਈ, ਹਲੇ ਘਾਟਾ ਥੋੜਾ ਜਿਹਾ। ਇੱਕ ਤੇ ਮੈਨੂੰ ਤੁਹਾਡੀ ਇਹ ਨਹੀਂ ਸਮਝ ਆਉਂਦੀ, ਤੁਸੀਂ ਅੱਜ ਕੱਲ ਦੇ ਮੁੰਡੇ ਪਿਆਰ ਸਮਝਦੇ ਕਿਹਨੂੰ ਯਾਰ? ਯਾਰ ਹਨੀ ਮੈਂ ਤਾਂ ਇਹ ਕਹਿਣਾ ਤੂੰ ਹੀ ਦਾੜੀ ਚਿੱਟੀ ਕਰਕੇ ਮੇਰੇ ਨਾਲ ਮੇਰਾ ਬਾਪੂ ਬਣ ਜਾ। ਚੱਲ ਐ ਅੱਜ ਹੀ ਤੇ ਮਾਮਾ ਕਾਲੀ ਕੀਤੀ ਮੈਂ। ਅਜੇ ਤੇ ਮੈਂ ਬ੍ਰਸ਼ ਤੇ ਕੌਲੀ ਵੀ ਨਹੀਂ ਧੋ ਕੇ ਆ ਡਾਈ ਵਾਲੇ। ਮੀਤ ਦਾ ਫੋਨ ਆ ਗਿਆ। ਸਪੀਕਰ ਲਾ ਸਪੀਕਰ। ਹੈਲੋ ਮੀਤ। ਹਾਂ ਜਸ ਆ ਗਏ ਤੁਹਾਡੇ ਡੈਡੀ? ਡੈਡੀ ਨੂੰ ਛੱਡ। ਡੈਡੀ ਨੂੰ ਛੱਡ ਪਹਿਲਾਂ ਤੂੰ ਤੇ ਹਨੀ ਮਿਲ ਲੋ। ਚਾਚਾ ਜੀ ਤੇ ਮੈਂ ਤੂੰ ਤੇ ਚਾਚਾ ਜੀ ਮਿਲ ਲੈਣੇ ਆ। ਤੁਸੀਂ ਵੀ ਮਿਲ ਲਿਓ, ਪਰ ਪਹਿਲਾਂ ਵੱਡੇ ਤਾਂ ਮਿਲ ਲੈਣ। ਵੱਡਿਆਂ ਨੇ ਕੀ ਕਰਨਾ? ਵੱਡਿਆਂ ਨੇ ਮਿਲ ਕੇ ਕੀ ਕਰਨਾ? ਵਿਆਹ ਤਾਂ ਤੂੰ ਤੇ ਹਨੀ ਨੇ ਕਰਨਾ। ਹਾਂ ਵਿਆਹ ਤਾਂ ਮੈਂ ਤੇ ਤੂੰ ਕਰਾਉਣਾ ਵਾ। ਆ ਕੀ ਗੱਲ ਬਣੀ? ਅੱਜ ਤੱਕ ਇਹੀ ਹੁੰਦਾ ਆਇਆ ਨਾ, ਫੈਮਲੀਜ਼ ਮਿਲ ਕੇ ਬੱਚਾ ਦਾ ਰਿਸ਼ਤਾ ਪੱਕਾ ਕਰਦੀਆਂ। ਤੇਰੇ ਚਾਚਾ ਜੀ ਨੂੰ ਮੈਂ ਵੱਢ ਦੂੰ। ਕੀ? ਕੱਲਾ ਮਿਲੂ ਕੱਲਾ। ਮੈਂ ਤੇਰੇ ਚਾਚੇ ਨੂੰ ਕੱਲਾ ਮਿਲੂੰਗਾ। ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਨਹੀਂ। ਕੀ? ਨਹੀਂ ਕਿਉਂ ਨਹੀਂ ਕਰਾਉਣਾ? ਮਤਲਬ ਕਰਾਉਣਾ ਹੈ ਤਾਂ ਫਿਰ ਚੁੱਪਚਾਪ ਆਪਣੀ ਫੈਮਿਲੀ ਨੂੰ ਲੈ ਕੇ ਮੇਰੇ ਘਰੇ ਆ ਜਾਓ। ਮਤਲਬ ਜੇ ਮੈਂ ਫੈਮਿਲੀ ਲੈ ਕੇ ਮਿਲਣ ਨਹੀਂ ਆਇਆ ਤਾਂ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਏਂਗੀ? ਮਤਲਬ ਕਿ ਤੁਸੀਂ ਫੈਮਿਲੀ ਲੈ ਕੇ ਨਹੀਂ ਆਉਣਾ? ਯਾਰ ਤੂੰ ਸਮਝਣ ਦੀ ਕੋਸ਼ਿਸ਼ ਕਰਨਾ ਪਲੀਜ਼। ਮੈਂ ਕੁਝ ਨਹੀਂ ਸਮਝਣਾ, ਜਿਵੇਂ ਮਰਜ਼ੀ ਫੈਮਿਲੀ ਲੈ ਕੇ ਆਓ। ਯਾਰ ਤੂੰ ਲਿਖ ਕੇ ਲੈ ਲੈ, ਮੇਰੇ ਕੋਲੋਂ ਕਿਤੇ ਨਹੀਂ ਜਾਣਾ ਇਹਨੇ। 36 ਦੇਖੀਆਂ ਇਹੋ ਜੀਆਂ, ਮਤਲਬ 36 ਕੇਸ ਦੇਖੇ ਇਹ ਜੇ। ਮੈਂ 100 ਤੋਂ ਵੱਧ ਤੇ ਰਿਸ਼ਤਾ ਕਰਾਤਾ। ਤੂੰ ਐ ਕਰ ਇਹਦਾ ਫੋਨ ਚੱਕਣਾ ਬੰਦ ਕਰ ਦੇ। ਫਿਰ ਜਦੋਂ ਇਹਨੂੰ ਛਿੜੀਆਂ ਨਾ ਘਬਰਾਟਾਂ ਪਈ ਜਸ ਤੇ ਹੱਥੋਂ ਨਿਕਲਦਾ ਜਾ ਰਿਹਾ, ਵੇਖੀ ਤੇਰੇ ਮਗਰ ਮਗਰ ਫਿਰਦੀ ਵੀ। ਤੂੰ ਕੱਲਾ ਹੀ ਆ ਜਾ, ਆ ਤੇ ਜਾ। ਤੂੰ ਐ ਕਰ ਇਹਦਾ ਫੋਨ ਚੱਕਣਾ ਬੰਦ ਕਰ ਦੇ। ਫਿਰ ਜਦੋਂ ਇਹਨੂੰ ਛਿੜੀਆਂ ਨਾ ਘਬਰਾਟਾਂ ਪਈ ਜਸ ਤੇ ਹੱਥੋਂ ਨਿਕਲਦਾ ਜਾ ਰਿਹਾ, ਵੇਖੀ ਤੇਰੇ ਮਗਰ ਮਗਰ ਫਿਰਦੀ ਵੀ। ਤੂੰ ਕੱਲਾ ਹੀ ਆ ਜਾ, ਆ ਤੇ ਜਾ। ਮੀਤ ਪੁੱਤ, ਹਾਂਜੀ। ਤੂੰ ਮੈਨੂੰ ਦੱਸਿਆ ਨਹੀਂ ਮੁੰਡੇ ਬਾਰੇ। ਮੈਂ ਫਿਰ ਆਪ ਦੇਖ ਲਾਂ। ਜਿਵੇਂ ਤੁਹਾਨੂੰ ਠੀਕ ਲੱਗੇ। ਕੋਈ ਨਾ ਚੱਕ ਫੋਨ। ਮੈਂ ਸਭ ਸਮਝ ਗਈ ਹਾਂ। ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ। ਜੇ ਡੈਡੀ ਇੱਥੇ ਨਹੀਂ ਸੀ, ਘਰ ਦੇ ਬਾਕੀ ਮੈਂਬਰਸ ਨੂੰ ਤਾਂ ਮਿਲਾਉਣ ਲੈ ਕੇ ਆ ਸਕਦਾ ਸੀ ਨਾ। ਜਸ
ਤੂੰ ਸਿਰਫ ਮੇਰੇ ਨਾਲ ਟਾਈਮ ਪਾਸ ਕਰਨਾ ਚਾਹੁੰਦਾ ਸੀ ਪਰ ਹੁਣ ਮੈਂ ਆਪਣੀ ਚਾਚਾ ਜੀ ਦੇ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਜਾ ਰਹੀ ਹਾਂ ਗੁੱਡ ਲੱਕ ਕਿੱਦਾਂ ਬਈ ਐਡਵਾਂਸ ਹੀ ਆ ਕੇ ਬਹਿ ਗਿਆ ਅੱਜ ਉਹ ਸਕੀਮ ਦਿੱਤੀ ਸੀ ਨਾ ਤੂੰ ਉਮੀਦ ਦਾ ਫੋਨ ਨਾ ਚੱਕਣ ਦੀ ਹਾਂ ਉਹਦਾ ਰਿਜ਼ਲਟ ਆ ਗਿਆ ਆਉਣਾ ਹੀ ਸੀ ਕੋਈ ਨਾ ਚੱਕ ਮੇਰਾ ਫੋਨ ਮੈਂ ਸਭ ਸਮਝ ਗਈ ਹਾਂ ਤੂੰ ਮੇਰੇ ਨਾਲ ਵਿਆਹ ਨਹੀਂ ਨਾ ਕਰਾਉਣਾ ਚਾਹੁੰਦਾ ਮੈਂ ਆਪਣੇ ਚਾਚੇ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਜਾ ਰਹੀ ਹਾਂ ਐ ਵਸਾਉਣਾ ਲੋਕਾਂ ਦੇ ਘਰ ਤੂੰ ਬਕਵਾਸ ਮਾਰਦਾ ਆ ਕੇ ਫੋਨ ਨਾ ਚੱਕੀ ਨਾਲੇ ਕੁਛ ਹੋਰ ਜਸ ਵੀਰੇ ਗੱਲ ਸੁਣ ਮੇਰੀ ਓਏ ਆ ਬੰਦ ਕਰ ਦੇ ਮੈਰਿਜ ਬਿਊਰੋ ਸਰਦੀਆਂ ਆਉਣ ਵਾਲੀਆਂ ਮੂੰਗਫਲੀ ਵੇਚਿਆ ਕਰ ਆਖੇ ਮੈਂ 100 ਵਿਆਹ ਕਰਾਤੇ ਤਜਰਬਾ ਮੇਰਾ ਠੋਲੂ ਤਜਰਬਾ ਤੇਰਾ ਮੈਂ ਗਾਰੰਟੀ ਨਾਲ ਕਹਿਣਾ ਉਹ 100 ਦਾ 100 ਜੋੜਾ ਤੈਨੂੰ ਲਾਹਣਤਾਂ ਪਾਉਂਦਾ ਹੋਊ ਯਾਰ ਐਡੀ ਵੀ ਗੱਲ ਨਹੀਂ ਹੈ ਜਸ ਹੋ ਸਕਦਾ 10 ਕੇ ਵਿੱਚੋਂ ਲਾਹਣਤਾਂ ਪਾਉਂਦੇ ਹੋਣ ਬਾਕੀ 90 ਤੇ ਕਦੋਂ ਦੇ ਅੱਡ ਉੱਡ ਹੋ ਕੇ ਤੇ ਆਪਣਾ ਇੱਧਰ ਉੱਧਰ ਸੈਟਲ ਹੋ ਚੁੱਕੇ ਨੇ ਵੀਰੇ ਗਲਤੀ ਹੈ ਮੇਰੀ ਜਿਹੜਾ ਮੈਂ ਤੇਰੀਆਂ ਗੱਲਾਂ 'ਚ ਆ ਗਿਆ ਅੱਜ ਤੋਂ ਬਾਅਦ ਮੂੰਹ ਨਹੀਂ ਲਾਉਣਾ ਤੈਨੂੰ ਪਹਿਲਾਂ ਤੇਰਾ ਨੰਬਰ ਡਿਲੀਟ ਕਰਦਾ ਫੋਨ 'ਚੋਂ ਮੈਂ ਵੀ ਬੋਲਡ ਅੱਖਰਾਂ 'ਚ ਲਿਖਿਆ ਸੀ ਹਨੀ ਵੀਰਾ ਕੋਈ ਨਹੀਂ ਯਾਰ ਵਿਚੋਲਿਆਂ ਦੀ ਕਿਸਮਤ ਹੀ ਮਾੜੀ ਹੁੰਦੀ ਵਿਚਾਰਿਆਂ ਦੀ ਲੋਕੀ ਵਿਚੋਲੇ ਨੂੰ ਮੁੰਦਰੀ ਭਾਵੇਂ ਦਿਲੋਂ ਪਾਉਣ ਨਾ ਪਾਉਣ ਲਾਹਣਤਾਂ ਢਿੱਡੋਂ ਹੀ ਪਾਉਂਦੇ ਆ ਵਿਚੋਲਿਆਂ ਨੂੰ ਹਨੀ ਜੀ ਹਾਂਜੀ ਬੁੱਲਰ ਸਾਹਿਬ ਹਾਊ ਯੂ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੀ ਸ਼ਰਨ ਦੀ ਸਹੇਲੀ ਨਹੀਂ ਹੈ ਮੀਤ ਹਾਂਜੀ ਇਹ ਉਹਦੇ ਚਾਚਾ ਜੀ ਨੇ ਓ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਤੇ ਤੂੰ ਕਿਵੇਂ ਛੋਟੇ ਵੀਰ ਪੈਰੀ ਹੱਥ ਲਾਉਣ ਦੀ ਰੀਤ ਛੱਡਤੀ ਓ ਨਹੀਂ ਜੀ ਬਸ ਤੁਹਾਡੇ ਵਿਹਲੇ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ ਜੀ ਪੈਰੀ ਪੈਣਾ ਓਏ ਤੇਰੇ ਤੋਂ ਉਮਰ ਛੋਟੀ ਹੈ ਉਹਦੀ ਅੱਛਾ ਜੀ ਮੈਂ ਤਾਂ ਪੈਰੇ ਦੇਖੇ ਜੀ ਮੂੰਹ ਦੇਖਿਆ ਹੀ ਨਹੀਂ ਅੱਛਾ ਹਨੀ ਜੀ ਗੱਲ ਐ ਆ ਕਿ ਜਿਵੇਂ ਤੁਸੀਂ ਸਾਨੂੰ ਚੰਗਾ ਮੁੰਡਾ ਲੱਭ ਕੇ ਦਿੱਤਾ ਨਾ ਉਵੇਂ ਇਹਨਾਂ ਦੀ ਭਤੀਜੀ ਵਾਸਤੇ ਇੱਕ ਵਧੀਆ ਜਿਹਾ ਮੁੰਡਾ ਲੱਭ ਕੇ ਦਿਓ ਹਾਂ ਲੱਭਾਂਗੇ ਕਿਉਂ ਨਹੀਂ ਲੱਭਾਂਗੇ ਆਓ ਅੰਦਰ ਆ ਜਾਓ ਤੁਸੀਂ ਆਓ ਜੀ ਅੰਦਰ ਚਲੋ ਪੁੱਲਰ ਸਾਹਿਬ ਰਿਸ਼ਤੇ ਤਾਂ ਬਹੁਤ ਹੈ ਪਰ ਇੱਕ ਵਾਰੀ ਮੈਂ ਆਪ ਦੇਖ ਪਰਖ ਲਵਾਂ ਫਿਰ ਤੁਹਾਡੇ ਨਾਲ ਮਿਲਾ ਦੇਾਂਗੇ ਜੀ ਇਹਨਾਂ ਦੀ ਬਸ ਇੱਕੋ ਸ਼ਰਤ ਹੈ ਜੀ ਮੁੰਡਾ ਫੈਮਿਲੀ ਵਾਲਾ ਚਾਹੀਦਾ ਤੁਸੀਂ ਮੈਨੂੰ 2 ਦਿਨ ਦਾ ਟਾਈਮ ਦਿਓ ਤੇ ਮੈਂ ਕੋਈ ਬਹੁਤ ਅੱਛੀ ਜੀ ਫੈਮਿਲੀ ਤੁਹਾਡੇ ਨਾਲ ਮਿਲਾਉਣਾ ਹੈ ਤਸਵੀਰ ਅਮੀਤ ਦੀ ਜੀ ਤੁਸੀਂ ਬਸ ਚੰਗਾ ਜਿਹਾ ਪਰਿਵਾਰ ਲੈ ਕੇ ਆ ਜਾਓ ਨੋ ਵਰੀਜ਼ ਆਈ ਵਿਲ ਡੂ ਇਟ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਭਾਜੀ ਇੱਕ ਮਿੰਟ ਪੈਰੀ ਪੈਣਾ ਉਹ ਲਾ ਤਾਂ ਦਿੱਤੇ ਸੀ ਉਹ ਭਾਜੀ ਉਹ ਆਉਣ ਵੇਰੀ ਦੇ ਸੀਗੇ ਜਾਣ ਵੇਰੀ ਦੇ ਨੇ ਖੁਸ਼ ਰਹਿ ਬਈ ਚਲੋ ਜੀ ਗਿਆ ਨਹੀਂ ਹਲੇ ਕਈ ਵਾਰੀ ਬੰਦੇ ਤੋਂ ਵੱਧ ਘੱਟ ਬੋਲਿਆ ਜਾਂਦਾ ਹਨੀ ਵੀਰੇ ਸੌਰੀ ਬੋਲਣ ਲਈ ਖੜਾ ਸੀਗਾ ਕੋਈ ਨਹੀਂ ਉੱਥੋਂ ਬੋਲ ਦੇਣੀ ਸੀ ਸੌਰੀ ਚੱਲ ਕੋਈ ਨਹੀਂ ਹੁਣ ਜੇ ਆ ਹੀ ਗਏ ਮੇਰੀ ਹੈਲਪ ਹੀ ਕਰ ਦੇ ਇਹਨਾਂ ਚੋਂ ਜਰਾ ਛਾਂਟ ਕੇ ਦੱਸ ਮੀਤ ਵਾਸਤੇ ਕਿਹੜਾ ਮੁੰਡਾ ਵਧੀਆ ਰਹੇਗਾ ਵੀਰੇ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਅੱਜ ਖਾਣੀ ਭੁੱਲ ਗਿਆ ਸੀ ਕੋਈ ਗੱਲ ਨਹੀਂ ਆਪਾਂ ਤੇਰੀ ਮਸ਼ੂਕ ਵਾਸਤੇ ਇਹੋ ਜਿਹਾ ਰਿਸ਼ਤਾ ਲੱਭ ਦੇਣਾ ਨਾ ਤੇਰੀਆਂ ਦਵਾਈਆਂ ਸਾਰੀਆਂ ਛੁੱਟ ਜਾਣੀਆਂ ਨੇ ਜੇ ਮੇਰੇ ਘਰ ਦੇ ਜਿਉਂਦੇ ਹੁੰਦੇ ਨਾ ਲਾ ਕੇ ਤੇਰੇ ਮਾਰਦੇ ਜੁੱਤੀ ਭਈ ਤੈਨੂੰ ਕਿਸੇ ਇੱਜ਼ਤਦਾਰ ਬੰਦੇ ਨਾਲ ਗੱਲ ਕਰਨ ਦੀ ਤਮੀਜ਼ ਹੀ ਹੈ ਨਹੀਂ ਯਾਰ ਉਹ ਮੋਟਿਆਂ ਜਿਹਾ ਤੇ ਤੂੰ ਪੈਰ ਫੜੀ ਜਾਂਦਾ ਸੀ ਮੈਨੂੰ ਧੌਣੋਂ ਫੜਨ ਨੂੰ ਫਿਰਦਾ ਸੀ ਯਾਰ ਤੂੰ ਵੀਰੇ ਸੱਚੀ ਅੱਜ ਦਵਾਈ ਲੈਣੀ ਭੁੱਲ ਗਿਆ ਸੀ ਮੈਂ ਐਨੀਆਂ ਲਾਂਤਾਂ ਯਾਰ ਮੇਰੇ ਤਾਂ ਕੀ ਪੈਣੀਆਂ ਮੈਂ ਤਾਂ ਕਦੇ ਕਿਸੇ ਦੇ ਨਹੀਂ ਪੈਂਦੀਆਂ ਦੇਖੀਆਂ ਜਿੰਨੀਆਂ ਅੱਜ ਤੂੰ ਮੇਰੇ ਪਾਈਆਂ ਆਹ ਦੱਸ ਮੁੰਡਾ ਕਿੱਦਾਂ ਰਹੂ ਮੀਤ ਵਾਸਤੇ ਹਾਏ ਰੱਬਾ ਮੈਂ ਕਿਉਂ ਨਹੀਂ ਖਾਦੀ ਦਵਾਈ ਹਨੀ ਵੀਰੇ ਨਾਲ ਗੁਸਤਾਖੀ ਕਰ ਗਿਆ ਫੋਟੋ ਤਾਂ ਦੇਖ ਲਾ ਵੀਰੇ ਤੇਰੇ ਕੜਾ ਕਿਹੜੇ ਸਾਈਜ਼ ਦਾ ਹੁੰਦਾ ਕੜਾ ਦੇਖ ਲੈ ਬਾਂਹ 'ਚ ਭਾਵੇਂ ਪੂਰਾ ਆਵੇ ਨਾ ਆਵੇ ਗਲ 'ਚ ਆ ਜਾਵੇ ਬਸ ਉਹ ਮੈਂ ਤੇਰੇ ਸੋਨੇ ਦੀ ਇੱਟ ਮਾਰੂੰਗਾ ਜੋ ਮਰਜੀ ਤੜਾ ਕੇ ਬਣਾ ਲਈ ਹੱਥ ਪਿੱਛੇ ਕਰ ਲੈ ਕਿਉਂਕਿ ਸ਼ਰਤ ਇਸ ਰਿਸ਼ਤੇ ਦੇ ਵਿੱਚ ਵੀ ਉਹੀ ਹੈ ਮੁੰਡਾ ਫੈਮਿਲੀ ਵਾਲਾ ਹੀ ਚਾਹੀਦਾ ਓਏ ਇੱਕ ਵਾਰੀ ਮੀਤ ਨੂੰ ਗਵਾ ਕੇ ਦੇਖ ਲਿਆ ਦੂਜੀ ਵਾਰੀ ਨਹੀਂ ਗਵਾਉਣਾ ਹੁਣ ਤਾਂ ਬਸ ਇਹ ਦੇਖਣਾ ਹੈ ਕਿ ਕਿਹਦੀ ਫੈਮਿਲੀ ਨੂੰ ਆਪਣੀ ਫੈਮਿਲੀ ਬਣਾਇਆ ਜਾਵੇ ਹੁਣ ਤੂੰ ਮੈਨੂੰ ਚੈਨ ਨਾਲ ਜੀਨ ਦੇਣਾ ਕਿ ਨਹੀਂ ਦੇਣਾ ਨਾ ਹੁਣ ਕਿਹੜੀ ਮੇਰੀ ਮੋਟਰਸਾਈਕਲ ਦੀ ਚੇਨ ਤੁਹਾਡੀ ਮੂਹਰੇ ਚੜ ਗਈ ਜੇ ਮੇਰੇ ਕੇਸ ਲੜਨ ਦੇ ਤਰੀਕੇ ਤੋਂ ਜੱਜ ਇੰਪ੍ਰੈਸ ਸੀ ਤੈਨੂੰ ਕੀ ਲੋੜ ਸੀ ਉੱਥੇ ਬਕਵਾਸ ਕਰਨ ਦੀ ਕਿ ਡੈਡੀ ਦੀ ਤਾਂ ਲਾਅ ਦੇ ਵਿੱਚ ਕੰਪਾਰਟਮੈਂਟ ਆਈ ਸੀ ਤੇਰੇ ਕਰਕੇ ਮੇਰਾ ਬਾਰ ਕਾਉਂਸਲ ਦਾ ਲਾਇਸੈਂਸ ਕੈਂਸਲ ਹੁੰਦਾ ਬਚਿਆ ਮੈਂ ਤਾਂ ਆਪਣੀ ਮੰਮੀ ਜੀ ਦੀ ਸਿੱਖਿਆ ਨੂੰ ਫੋਲੋ ਕਰਦਾ ਉਹਨਾਂ ਨੇ ਬਸ ਇੱਕੋ ਗੱਲ ਸਿਖਾਈ ਸੀ ਪੁੱਤ
ਜ਼ਿੰਦਗੀ 'ਚ ਨਾ ਹੀ ਕਦੇ ਝੂਠ ਬੋਲੀ ਤੇ ਨਾ ਹੀ ਕਿਸੇ ਨੂੰ ਬੋਲਣ ਦੀ। ਜੇ ਆਪਣੀ ਮਾਂ ਦੇ ਸਿਖਾਏ 35 ਕੋਡ ਦੇ ਵਿੱਚ ਵਰਤਣੇ ਸੀ ਤਾਂ ਲਾ ਕਾਲਜ ਦੇ ਵਿੱਚ ਧੱਕੇ ਖਾਣ ਦੀ ਕੀ ਲੋੜ ਸੀ? ਉਹਦੇ ਕੋਲੇ ਵਕਾਲਤ ਸਿੱਖ ਲੈਣੀ ਸੀ। ਜੇ ਅੱਜ ਮੇਰੇ ਮੰਮੀ ਜੀ ਜਿਉਂਦੇ ਹੁੰਦੇ ਮੈਂ ਅੱਜ ਜੱਜ ਲੱਗਿਆ ਹੋਣਾ ਸੀ। ਦਿਖਾਈ ਜੱਜ ਵਾਲੀ ਬੁੱਥੀ ਸਾਲਿਆ 10ਵੀਂ ਤਾਂ ਤੈਨੂੰ ਪੈਸੇ ਦੇ ਕੇ ਪਾਸ ਕਰਾਈ ਆ ਨਾ। ਆਸਾਨ ਕਰਤਾ ਮੇਰੇ ਤੇ ਕੋਈ? ਬੱਚਿਆਂ ਦੀ ਪੜ੍ਹਾਈ ਤੇ ਮਾਂ-ਬਾਪ ਪੈਸੇ ਲਾਉਂਦੇ ਹੁੰਦੇ ਨੇ, ਤੁਸੀਂ ਮੇਰੇ ਨਾਲ ਟ੍ਰੀਟ ਵੀ ਐ ਕਰ ਦੋ ਜਿਵੇਂ ਮੈਂ ਲੋਟਰੀ 'ਚ ਨਿਕਲਿਆ ਹੁੰਨਾ। ਲਾਟਰੀ? ਉਹ ਤੂੰ ਤਾਂ ਉਹ ਸਰਕਾਰੀ ਸੰਮਣ ਜਿਹਨੂੰ ਨਾ ਚਾਹੁੰਦਾ ਵੀ ਫਾੜਨਾ ਪੈਂਦਾ। ਨਹੀਂ ਤੇ ਮੇਰੇ ਨਾਲ ਘਰੇ ਤੂੰ ਮੈਂ ਕਰਦਾ ਰਹਿਣਾ। ਇਹੀ ਜਾ ਕੇ ਜੇ ਕੋਰਟ 'ਚ ਕਰੇ 4 ਪੈਸੇ ਨਾ ਕਮਾ ਕੇ ਲੈ ਗਿਆ ਮੈਂ। ਨਿਕਲੇ ਹੀ ਨਾ ਬਿੱਲੀ ਥੈਲਿਓਂ ਬਾਹਰ। ਆ ਗਈ ਨਾ ਗੱਲ ਪੈਸੇ ਤੇ, ਨਾ ਪੈਸਾ ਨਾਲ ਲੈ ਕੇ ਜਾਣਾ। ਸਾਲਿਆ ਜਿੱਦਾਂ ਤੇ ਤੂੰ ਸ਼ੌਕ ਪਾਲਿਆ ਨਾ, ਛੱਡ ਕੇ ਤੂੰ ਇੱਥੇ ਵੀ ਨਹੀਂ ਜਾਣਾ। ਆ ਭੈੜੀਆਂ ਐਗਜ਼ਾਮਪਲਾਂ ਦਿੰਦਾ, ਇਹਦਾ ਮਤਲਬ ਸਾਰੀ ਉਮਰ ਪੈਸਾ ਕਮਾਏਗਾ ਹੀ ਨਹੀਂ। ਹੀਰੋ ਜਵਾਨੀ ਵੇਲੇ ਤੇ ਵਕੀਲ ਬੁਢਾਪੇ ਵੇਲੇ ਪੈਸੇ ਕਮਾਉਂਦੇ ਹੁੰਦੇ ਨੇ। ਆਪ ਭਗਾਈ ਵੀ ਤੇਰੀ ਮਾਂ ਹੀ ਸਿਖਾ ਕੇ ਗਈ ਹੋਣੀ ਹੈ। ਮੇਰੀ ਮਾਂ ਨੇ ਤਾਂ ਇਹ ਵੀ ਸਿਖਾਇਆ ਸੀ ਵੀ ਆਪ ਤੋਂ ਘੱਟ IQ ਵਾਲੇ ਬੰਦੇ ਦੇ ਮੂੰਹ ਹੀ ਨਹੀਂ ਲੱਗੀਦਾ ਹੁੰਦਾ। ਬਸ ਇਹਨਾਂ ਘਟੀਆ ਆਦਤਾਂ ਕਰਕੇ ਤੇਰੀ ਮਾਂ ਦੀ ਆਤਮਾ ਹਜੇ ਤੱਕ ਭਟਕਦੀ ਫਿਰਦੀ ਆ ਉੱਪਰ। ਉਹ ਧਰਮਰਾਜ ਨੂੰ ਵੀ ਆਪਣੇ ਲੈਵਲ ਦਾ ਨਹੀਂ ਸਮਝਦੀ, ਤਾਂ ਹੀ ਅਜੇ ਤੱਕ ਉੱਪਰ ਐਡਜਸਟ ਨਹੀਂ ਹੋਈ। ਥੱਲੇ ਬੜਾ ਐਡਜਸਟ ਹੋ ਗਈ ਸੀ ਤੁਹਾਡੇ ਨਾਲ। ਸਾਲੀ ਗੰਦੀ ਔਲਾਦ ਨਾ। ਮੈਂ ਜ਼ਰਾ ਸਵਾਲ ਮੈਂ ਤੇਰੇ ਹੱਥ ਤੋੜ ਦੇਣੇ ਆ ਜੇ ਮੇਰੇ ਮੂਰੇ ਹੁਣ ਆਏ ਕੀਤਾ। ਪਿੱਠ ਪਿੱਛੇ ਕਰਾਂ? ਸਾਲਿਆ ਡਮਰੂ ਆ ਜਿਹੜਾ ਪਿੱਛੇ ਵਜਾਉਣਾ। ਡਮਰੂ ਰਿਚ ਮੂਰੇ ਵਜਾਈਦਾ। ਸਾਲਿਆ ਆਪਣੀ ਮਾਂ ਨੂੰ ਪੁੱਛ ਜਿਹਨੇ ਆ ਰਿਚ ਪਸੰਦ ਕੀਤਾ ਸੀ। ਕਾਸ਼ ਮੇਰੀ ਮਾਂ ਨੇ ਮੈਨੂੰ ਪਹਿਲਾਂ ਜੰਮਿਆ ਹੁੰਦਾ, ਮੈਂ ਇਹ ਰਿਸ਼ਤੇ ਨਹੀਂ ਹੋਣ ਦੇਣਾ ਸੀ। ਸੁਣ ਲਿਆ ਪਾਰਵਤੀ ਕੌਰ, ਸਾਲਾ ਮੇਰੇ ਯੋਗਦਾਨ ਤੋਂ ਬਿਨਾਂ ਹੀ ਤੇਰੇ ਨਾਲ ਪਿੱਛੇ ਹੀ ਆਉਣ ਨੂੰ ਫਿਰਦਾ। ਢਿੱਲੋਂ ਸਾਹਿਬ ਕੂਲ। ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾ ਰਹੇ ਹੋ? ਇਹਦੇ ਨਾਲ ਜਿੱਦ ਕਰਨ ਦਾ ਕੋਈ ਫਾਇਦਾ ਨਹੀਂ। ਗਰਮ ਖੂਨ ਹੈ। 24 ਘੰਟੇ ਦਾ ਸਾਲਾ ਏਸੀ ਛੱਡ ਕੇ ਬੈਠਾ ਰਹਿੰਦਾ। ਹਜੇ ਤੱਕ ਖੂਨ ਗਰਮੀ ਆ, ਪਤਾ ਨਹੀਂ ਕਦੋਂ ਠੰਡਾ ਹੋਊ। ਠੰਡਾ ਕਰਨ ਦਾ ਇੱਕ ਤਰੀਕਾ ਹੈਗਾ ਢਿੱਲੋਂ ਸਾਹਿਬ, ਇਹਦਾ ਵਿਆਹ ਕਰ ਦੋ। ਇਹਦੇ ਨਾਲ ਕੋਈ ਲਗਾਤਾਰ 5 ਮਿੰਟ ਗੱਲ ਕਰ ਲਵੇ, ਇਹਨੂੰ ਕੋਈ ਕੇਸ ਨਾ ਦਵੇ। ਕੁੜੀ ਕਿਹਨੇ ਦੇਣੀ ਆ? ਹੁਣ ਕੁੜੀ ਤਾਂ ਤੁਹਾਨੂੰ ਵੀ ਕਿਸੇ ਨਾ ਕਿਸੇ ਨੇ ਦਿੱਤੀ ਹੋ ਢਿੱਲੋਂ ਸਾਹਿਬ। ਕੀ ਬਕਵਾਸ ਕਰ ਰਹੇ ਹੋ? ਮਤਲਬ ਤੁਹਾਡੇ ਨਾਂ ਨੂੰ ਦੇਣੀ ਹੈ। ਇਹਦੀਆਂ ਹਰਕਤਾਂ ਕਿਹਨੇ ਦੇਖਣੀਆਂ ਨੇ? ਗੱਲ ਤਾਂ ਠੀਕ ਹੈ ਵੈਸੇ। ਆਪਣਾ ਹਨੀ ਹੈ ਨਾ, ਉਹਦੇ ਕੋਲੇ ਕੁੜੀ ਹੈ। ਉਹਦੀ ਕੁੜੀ ਐਡੀ ਵੱਡੀ ਹੋ ਗਈ? ਢਿੱਲੋਂ ਸਾਹਿਬ ਤੁਸੀਂ ਵੱਡੇ ਕਦੋਂ ਹੋਵੋਗੇ? ਮੇਰਾ ਕਹਿਣ ਦਾ ਮਤਲਬ ਸਾਰੇ ਅੜੇ ਥੋੜੇ ਰਿਸ਼ਤੇ ਉਹੀ ਕਰਾਉਂਦਾ। ਅੱਛਾ ਚੱਲ ਫਿਰ ਕਹਿ ਉਹਨੂੰ ਗੱਲ ਚਲਾਵੇ। ਬਹੁਤ ਅੱਛੀ ਫੈਮਿਲੀ ਹੈ ਜੀ। ਮੁੰਡੇ ਦਾ ਪਿਓ ਵਕੀਲ ਹੈ, ਇੱਕ ਮਾਮਾ ਵੀ ਘਰੇ ਰਹਿੰਦਾ ਤੇ 2 ਫੁੱਫੜ ਨੇ। ਉਹ ਰਹਿੰਦੇ ਤਾਂ ਨਹੀਂ ਪਰ ਆਏ ਰਹਿੰਦੇ ਨੇ। ਨੌਕਰਾਨੀ ਵੀ ਰਹਿੰਦੀ ਹੈ, ਇੱਕ ਕਿਰਾਏਦਾਰ ਹੈ, ਉਹ ਵੀ ਘਰੇ ਹੀ ਰਹਿੰਦਾ। ਮਤਲਬ ਕਾਫੀ ਵੱਡਾ ਪਰਿਵਾਰ ਹੈ। ਹਾਂਜੀ ਹਾਂਜੀ, ਪਰਿਵਾਰ ਸੁਖਨਾ ਬਹੁਤ ਵੱਡਾ ਹੈ। ਇਹ ਸਾਰੇ ਕਿਤੇ ਇਕੱਠੇ ਹੋਏ ਹੁਣ ਤੇ ਭੰਡ ਵਧਾਈ ਲੈਣ ਆ ਜਾਂਦੇ ਨੇ ਵੀ ਖਰੇ ਘਰ ਕੋ ਫੰਕਸ਼ਨ ਰੱਖਿਆ। ਮੈਂ ਫੋਟੋ ਦੇਖ ਸਕਦਾ? ਯਾ ਆਫ ਕੋਰਸ, ਕਿਉਂ ਨਹੀਂ ਜੀ। ਫੋਟੋ ਲਓ ਜੀ, ਮੁੰਡੇ ਦੀ ਫੋਟੋ। ਮੁੰਡਾ ਤਾਂ ਇਹ ਉਹੀ ਨਹੀਂਗਾ ਜਿਹੜਾ ਤੁਹਾਡੀ ਦੁਕਾਨ ਤੇ ਸੀ? ਹਾਂਜੀ ਹਾਂਜੀ ਉਹੀ ਹੈ ਜੀ। ਤੇ ਫਿਰ ਤੁਸੀਂ ਉਸ ਦਿਨ ਕਿਉਂ ਨਹੀਂ ਦੱਸਿਆ? ਉਦੋਂ ਅਜੇ ਦੀ ਫੈਮਿਲੀ ਬਣਾਉਣੀ ਸੀ, ਮਨਾਉਣੀ ਸੀ ਨਾ ਜੀ। ਫੈਮਿਲੀ ਨਾਲ ਗੱਲ ਹੀ ਨਹੀਂ ਸੀ ਹੋਈ ਅਜੇ। ਮੀਤ ਬੇਟਾ। ਸਤਿ ਸ਼੍ਰੀ ਅਕਾਲ। ਹਾਂਜੀ ਅੱਛਾ ਜੀ। ਬੇਟਾ ਤੇਰੇ ਵਾਸਤੇ ਮੁੰਡਾ ਪਸੰਦ ਕਰ ਰਹੇ ਸੀ, ਦੇਖਤਾ ਕਿਵੇਂ ਆ? ਜਸ ਤੂੰ ਜਾਣਦੀ ਆ ਪਹਿਲਾਂ ਇਹਨੂੰ? ਉਹ ਆਪਣੀ ਸ਼ਰਨ ਦੇ ਵਿਆਹ 'ਚ ਮਿਲੀ ਸੀ। ਲਓ ਜੀ, ਕੁੜੀ ਤਾਂ ਮੁੰਡੇ ਨੂੰ ਪਹਿਲਾਂ ਤੋਂ ਹੀ ਜਾਣਦੀ ਆ। ਫਿਰ ਗੱਲ ਅੱਗੇ ਤੋਰੀਏ ਪੁੱਤ। ਬਸ ਢਿੱਲੋਂ ਸਾਹਿਬ ਰੁਕੋ ਜੀ, ਆ ਗਏ ਆਪਾਂ। ਆ ਜਾਓ ਆਹੀ ਕੋਠੀ ਹੈ। ਆ ਜਾਓ ਢਿੱਲੋਂ ਸਾਹਿਬ। ਯਾਰ ਮੈਂ ਕਹਿੰਦਾ ਆਪਾਂ ਗੋਲਡੀ ਨੂੰ ਨਾਲ ਹੀ ਲੈ ਆਉਂਦੇ, ਹੱਥੋਂ ਹੱਥੀ ਅੱਜ ਕੰਮ ਨਿਬੇੜ ਹੀ ਦਿੰਦੇ। ਉਹ ਢਿੱਲੋਂ ਸਾਹਿਬ ਤੁਹਾਨੂੰ ਪਤਾ ਤਾਂ ਹੈਗਾ ਗੋਲਡੀ ਦੀ ਅਕਲ ਦਾ। ਐਵੇਂ ਕੋਈ ਕਲੇਸ਼ ਪਾਊਗਾ? ਪਹਿਲਾਂ ਤੁਸੀਂ ਮਿਲ ਲਓ, ਬਾਅਦ ਚੋਂ ਲਿਆਵਾਂਗੇ। ਆਓ ਜੀ, ਆਓ ਹਨੀ ਜੀ, ਜੀ ਆਇਆਂ ਨੂੰ। ਵੈਲਕਮ ਜੀ ਆਇਆਂ ਨੂੰ। ਇਹ ਨੇ ਜੀ ਲੜਕੀ ਦੇ ਚਾਚਾ ਜੀ। ਜਿਉਂਦੇ ਰਹੋ ਭੈਣਾ ਜੀ। ਇਹ ਢਿੱਲੋਂ ਸਾਹਿਬ ਲੜਕੇ ਦੇ ਡੈਡੀ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਲੜਕੀ ਖੁਦ ਹੈ। ਆਓ ਜੀ, ਬਾਕੀ ਗੱਲਾਂ ਅੰਦਰ ਚੱਕ ਕਰਦੇ। ਚਲੋ ਆਓ। ਵੈਸੇ ਮੈਨੂੰ ਹਨੀ ਜੀ ਨੇ ਸਾਰਾ ਕੁਝ ਦੱਸਤਾ ਸੀ ਤੁਹਾਡੇ ਬਾਰੇ ਜੀ। ਕਾਕਾ ਫਿਰ ਨਾਲ ਹੀ ਕਰਦਾ ਜੀ ਵਕਾਲਤ। ਹਾਂਜੀ ਆ ਬਸ ਜੀ ਸਮਝ ਲਓ ਜਿੰਨਾ ਚਿਰ ਪਿਓ ਪੁੱਤ ਦੀ ਨਿਭਦੀ ਆ ਵਕਾਲਤ ਕਰੀ ਜਾਂਦੇ ਆ। ਕਾਕਾ ਜੀ ਦੀਆਂ ਹੌਬੀਜ਼ ਕੀ ਨੇ? ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ ਆ। ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ। ਮੈਂ ਦੱਸ ਲਾਂ? ਉਹਨੇ ਦੱਸ ਲੈਂਦੇ ਜੀ, ਜੇ ਹਿਸਾਬ ਨਾਲ ਤੁਸੀਂ ਮੋਹਰਾ ਚੱਕ ਕੇ ਰੱਖਿਆ ਆਪਣਾ ਰਾਜਾ ਮਾਰਿਆ ਜਾਣਾ। ਵੈਸੇ ਇਹਨਾਂ ਨੂੰ ਵੱਧ ਪਤਾ ਜੀ। ਕੈਰੀ ਔਨ ਜੱਟ। ਕੋਰਟ ਤੋਂ ਫ੍ਰੀ ਹੋ ਕੇ ਤਾਂ ਗੋਲਫ ਚੱਲਦੀ ਹੈ, ਤੇ ਜਿੱਦਣ 5-7 ਚੋਟੀ ਦੇ ਪਲੇਅਰ ਇਕੱਠੇ ਹੋਏ ਹੋਣ ਉਦਣ ਪਿੱਠੂ ਗਰਮ। ਪਿੱਠੂ ਗਰਮ ਬਚਪਨ ਯਾਦ ਕਰਾਤਾ। ਦੇਖੋ ਜੀ, ਮੈਨੂੰ ਰਿਸ਼ਤਾ ਬਹੁਤ ਸੋਹਣਾ ਲੱਗਾ। ਬਾਕੀ ਜੇ ਮੁੰਡੇ ਕੁੜੀ ਨੇ ਕੋਈ ਕੱਲਿਆਂ ਬੈਠ ਕੇ ਗੱਲ ਕਰਨੀ ਹੈ ਤਾਂ ਕਰ ਸਕਦੇ ਨੇ। ਕੱਲਿਆਂ ਨਹੀਂ ਬਿਠਾਉਣਾ, ਗੋਲਡੀ ਨੂੰ ਗੱਲ ਵਿਗੜ ਜਾਣੀ ਹੈ। ਕੀ ਗੱਲਾਂ ਕਰਦੇ ਹੋ ਤੁਸੀਂ ਵੀ ਸੰਧੂ ਸਾਹਿਬ?
ਭਾਵੇਂ ਅਸੀਂ ਚਾਦਰਿਆਂ ਤੋਂ ਪੈਂਟਾਂ ਤੱਕ ਪਹੁੰਚ ਗਏ ਹਾਂ, ਪਰ ਸਾਡੇ ਖਿਆਲਾਤ ਅਜੇ ਵੀ ਪੁਰਾਣੇ ਆ। ਮੈਂ ਨਹੀਂ ਚਾਹੁੰਦਾ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਆਪਸ ਵਿੱਚ ਘੁਸਰ ਫੁਸਰ ਕਰਨ। ਕੱਚੇ ਝੌਲਾਂ ਵਿੱਚੋਂ ਕੋਈ ਵੀ ਗੱਲ ਖੁੱਲ ਸਕਦੀ ਹੈ। ਸੋ ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਰੱਖਦਾ ਕਿ ਜੋ ਵੱਡਿਆਂ ਨੇ ਫੈਸਲਾ ਕਰਤਾ ਸੋ ਕਰਤਾ। ਕਿਉਂ ਜੀ? ਮੁੰਡਾ ਤੇ ਐਡਾ ਸਾਊ ਹੈ ਨਾ, ਕਿਸੇ ਕੇਸ 'ਚ ਆਪਣੇ ਤੋਂ ਵੱਡੀ ਉਮਰ ਦਾ ਵਕੀਲ ਆ ਜੇ ਨਾ ਸਾਹਮਣੇ, ਆਪਣੇ ਕਲਾਇੰਟ ਨੂੰ ਭਾਵੇਂ ਫਾਂਸੀ ਲੱਗ ਜੇ, ਉਸ ਵਕੀਲ ਨਾਲ ਮੁੰਡਾ ਬਹਿਸ ਨਹੀਂ ਕਰਦਾ। ਸੁਣ ਲਓ, ਇਸ ਤੋਂ ਸੱਚੀ ਸੁੱਚੀ ਫੈਮਿਲੀ ਕਿਤੇ ਹੋਰ ਮਿਲ ਸਕਦੀ ਹੈ ਤੁਹਾਨੂੰ? ਨਹੀਂ ਮਿਲ ਸਕਦੀ ਜੀ, ਨਹੀਂ ਮਿਲ ਸਕਦੀ। ਮੈਨੂੰ ਰਿਸ਼ਤਾ ਮਨਜ਼ੂਰ ਹੈ। ਫਿਰ ਪਾਓ ਜੱਫੀ। ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਡੈਡੀ ਜੀ। ਯੂ ਆਰ ਵੈਲਕਮ। ਬਰਫੀ ਤਾਂ ਸਵਾਦ ਹੈ, ਪਰ ਹੋਇਆ ਕੀ? 27 ਸਾਲ ਹੋ ਗਏ ਇਸ ਘਰ ਦੇ ਵਿੱਚ ਕੁਝ ਹੋਏ ਨੂੰ, ਤੇ ਅੱਗੋਂ ਕੁਝ ਤਾਂ ਹੀ ਹੋ ਸਕਦਾ ਜੇ ਤੇਰਾ ਵਿਆਹ ਹੋਵੇ। ਇਸ ਕਰਕੇ ਤੇਰਾ ਰਿਸ਼ਤਾ ਪੱਕਾ ਕਰਕੇ ਆਇਆ। ਕਿਹਨੂੰ ਪੁੱਛ ਕੇ ਕੀਤਾ? ਇਹ ਗੱਲ ਕੁੜੀ ਵਾਲਿਆਂ ਨੂੰ ਪੁੱਛਣੀ ਚਾਹੀਦੀ ਸੀ, ਜਿਨ੍ਹਾਂ ਨੇ ਧੀ ਦੇਣੀ ਸੀ। ਤੈਨੂੰ ਪੁੱਛ ਕੇ ਕੀ ਲੈਣਾ ਸੀ? ਉਹ ਪਰ ਮੈਂ ਕੁੜੀ ਦੇਖੀ ਨਹੀਂ। ਸਾਰੀ ਜ਼ਿੰਦਗੀ ਪਈਆ ਦੇਖੀ ਜਾਈ। ਜ਼ਿੰਦਗੀ ਕਿਹਨੇ ਕੱਟਣੀ ਹੈ? ਉਸ ਕੁੜੀ ਨੇ ਜਿਹਨੇ ਇਸ ਉੱਲੂ ਦੇ ਲੜ ਲੱਗਣਾ। ਬੇਟੇ, ਸਿਆਣੇ ਕਹਿੰਦੇ ਆ ਤੀਵੀਂ ਬਿਨਾ ਘਰ ਤੂੜੀ ਵਾਲਾ ਕੋਠਾ ਹੁੰਦਾ। 15 ਵਰੇ ਹੋ ਗਏ ਪਾਰਵਤੀ ਕੌਰ ਨੂੰ ਇਸ ਘਰ ਦੇ ਵਿੱਚੋਂ ਗਈ ਨੂੰ। ਮੈਨੂੰ ਇਹ ਪਤਾ ਉਹਦੇ ਬਿਨਾ ਮੈਂ ਪਲ ਪਲ ਕਿਵੇਂ ਗੁਜ਼ਾਰਿਆ। ਹੁਣ ਤਾਂ ਕਦੋਂ ਦਾ ਖਿੱਲਰ ਜਾਣਾ ਸੀ ਜੇ ਕਿਤੇ ਛੰਨੋ ਨੇ ਨਾ ਸਾਂਭਿਆ ਹੁੰਦਾ। ਘਰ ਨੂੰ ਡੈਡੀ, ਪਰ ਮੈਂ ਆਪਣੀ ਮਰਜ਼ੀ ਨਾਲ ਰਿਸ਼ਤਾ ਕਰਾਉਣਾ ਹੈ। ਐਡਾ ਵੱਡਾ ਵਕੀਲ ਹੋ ਕੇ ਅਜੇ ਤੱਕ ਤਾਂ ਮੈਂ ਨਹੀਂ ਆਪਣੀ ਮਰਜ਼ੀ ਪੁਗਾ ਸਕਿਆ, ਤੇ ਤੈਨੂੰ ਨਲਾਇਕ ਨੂੰ ਧੀ ਕਿਹਨੇ ਦੇਣੀ ਸੀ? ਮੈਂ ਐਡਾ ਨਲਾਇਕ ਨਹੀਂ ਜਿਹੜਾ ਦੇਖਣ ਨੂੰ ਲੱਗਦਾ। ਚੱਕਰ ਚੱਲਦਾ ਮੇਰਾ ਕਿਤੇ। ਹਾਏ ਰੱਬਾ, ਕੀ ਕਿਹਾ? ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਹੋਣੇ। ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ। ਕੁੜੀ ਕਿਹਨਾਂ ਦੀ ਆ? ਸ਼ਹਿਰ ਦੇ ਕਨਵਰਟਡ ਇੱਜ਼ਤਦਾਰ ਬੰਦਿਆਂ ਦੀ। ਉਹ ਇਹ ਗੱਲ ਪਹਿਲਾਂ ਨਹੀਂ ਦੱਸ ਸਕਦਾ ਸੀ? ਇੰਨੀ ਮੁਸ਼ਕਿਲ ਨਾਲ ਰਿਸ਼ਤਾ ਪੱਕਾ ਕਰਕੇ ਆਏ ਸੀ, ਕੀ ਜਵਾਬ ਦਊਂਗਾ ਮੈਂ ਉਹਨਾਂ ਨੂੰ? ਤੁਸੀਂ ਜਵਾਬ ਦੇਣ ਵਾਲੀ ਗੱਲ ਕਰੋ ਢਿੱਲੋਂ ਸਾਹਿਬ। ਸਭ ਅਸੀਂ ਆਪੇ ਲਵਾਂਗੇ, ਕਿਉਂ ਵੀ ਹੈ ਨਹੀਂ? ਕਿੰਨੀ ਖੁਸ਼ ਸੀ ਵਿਚਾਰੀ, ਕੀ ਬੀਤੇਗੀ ਉਹਦੇ ਮਨ ਤੇ ਨਾ ਸੁਣ ਕੇ। ਕੁੜੀਆਂ ਤੇ ਕੁੜੀਆਂ ਨੇ, ਕੁੜੀਆਂ ਦਾ ਕੀ ਹੈ? ਚੱਲ ਕੋਈ ਨਾ, ਕੁੜੀਆਂ ਤੇ ਕੁੜੀਆਂ ਨੇ, ਕੁੜੀਆਂ ਦਾ ਕੀ ਹੈ? ਵੇਖੋ, ਮੈਂ ਤੇ ਇਹ ਗੱਲ ਮੰਨਦਾ ਨਹੀਂ ਹੈਗਾ ਜੀ। ਜ਼ਰਾ ਖੁੱਲ ਕੇ ਦੱਸੋ, ਮੇਰੇ ਕੋਈ ਗੱਲ ਸਮਝ ਨਹੀਂ ਆਈ। ਜੀ ਜਦੋਂ ਮੈਂ ਡੈਡੀ ਨੂੰ ਦੱਸਿਆ ਕਿ ਮੈਂ ਤੇ ਮੀਤ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਾਂ, ਬਸ ਤਪ ਗਏ। ਓਹੋ, ਉਹੀ ਪੁਰਾਣੇ ਖਿਆਲਾਤ। ਪੁਰਾਣੇ ਨਹੀਂ ਜੀ, ਘਟੀਆ ਖਿਆਲਾਤ। ਉਹਨਾਂ ਨੂੰ ਇਹ ਲੱਗਾ ਜਿੱਥੇ ਪਹਿਲਾਂ ਹੀ ਜਾਣ ਪਛਾਣ ਹੈ ਉੱਥੇ ਦਾਜ ਕਿੱਦਾਂ ਮੰਗਾਂਗੇ। ਇਹਦਾ ਮਤਲਬ ਹੁਣ ਤੁਸੀਂ ਦੋਵੇਂ ਦਾਜ ਦੀ ਗੱਲ ਕਰ ਰਹੇ ਹੋ? ਨਾਨਾ ਜੀ, ਮੈਂ ਤਾਂ ਦਾਜ ਦੇ ਸਖਤ ਖਿਲਾਫ ਹਾਂ ਜੀ। ਜਿਹੜੀਆਂ ਚੀਜ਼ਾਂ ਮੇਰੇ ਡੈਡੀ ਨੂੰ ਦਾਜ ਚ ਮਿਲੀਆਂ ਸੀ ਨਾ, ਵੱਡਾ ਹੋ ਕੇ ਸਭ ਤੋਂ ਪਹਿਲਾਂ ਮੈਂ ਆਪਣੇ ਨਾਨਕਿਆਂ ਨੂੰ ਉਹੀ ਮੋੜ ਕੇ ਆਇਆ। ਇਹ ਤੇ ਬਾਈ ਚਾਂਸ ਉਹ ਜੰਮਿਆ ਨਹੀਂ ਸੀ, ਨਹੀਂ ਤੇ ਇਹਨੇ ਨਾਨਕੇ ਦਾਦਕੇ ਡੌਰੀ ਕੇਸ ਚ ਦੋਨੋਂ ਅੰਦਰ ਕਰਾ ਦੇਣੇ ਸੀ। ਕਿਉਂਕਿ ਦਾਜ ਦੇ ਬੜਾ ਸਖਤ ਖਿਲਾਫ ਹੈ। ਕਿੰਨੇ ਚੰਗੇ ਖਿਆਲਾਤ ਨੇ ਕਾਕਾ ਜੀ ਦੇ। ਹੁਣ ਆਪਾਂ ਗੱਲ ਅੱਗੇ ਕਿਵੇਂ ਤੋਰਨੀ? ਦੇਖੋ ਜੀ, 5-7 ਸਾਲਾਂ ਦੀ ਗੱਲ ਹੈ, ਡੈਡੀ ਦੀ ਸੋਚ ਆਪਣੇ ਆਪ ਬਦਲ ਜੂਗੀ। ਓ ਯਾਰ ਕਮਲਿਆ, ਆਪਾਂ ਚਾਚਾ ਜੀ ਨੂੰ ਇਹ ਤੇ ਨਹੀਂ ਨਾ ਕਹਿ ਸਕਦੇ ਕਿ 5-7 ਸਾਲ ਆਪਣੀ ਜਵਾਨ ਕੁੜੀ ਨੂੰ ਘਰ ਬਿਠਾ ਕੇ ਰੱਖਣ। ਗੱਲ ਤਾਂ ਠੀਕ ਹੈ ਯਾਰ, ਜਿਹੜੀ ਮਹਿੰਦੀ ਮੀਤ ਨੇ ਵਿਆਹ ਵੇਲੇ ਹੱਥਾਂ ਤੇ ਲਾਉਣੀ ਸੀ, ਉਹਨੂੰ ਵਿਚਾਰੀ ਨੂੰ ਸਿਰ ਤੇ ਲਾਉਣੀ ਪਊਗੀ। ਹੁਣ ਆਪਾਂ ਚਾਚਾ ਜੀ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਦਫਾ ਕਰੋ ਇਹਦੇ ਇਹੋ ਜਿਹੇ ਲਾਲਚੀ ਪਿਓ ਨੂੰ। ਕਿ ਨਿਭਾਉਣੀ ਤੇ ਮੈਂ ਤੇ ਮੀਤ ਨੇ ਆ। ਚਾਚਾ ਜੀ ਨੂੰ ਇਹ ਵੀ ਨਹੀਂ ਨਾ ਕਹਿ ਸਕਦੇ ਆਪਾਂ ਕਿ ਸ਼ਾਦੀ ਤੋਂ ਬਾਅਦ ਤੁਸੀਂ ਦੋਵਾਂ ਨੇ ਜਾ ਕੇ ਰਹਿਣਾ ਤੇ ਕੈਨੇਡਾ ਹੀ ਹੈ। ਡੈਡੀ ਮੰਨਣ ਚਾਹੇ ਨਾ ਮੰਨਣ, ਕੀ ਫਰਕ ਪੈਂਦਾ? ਹੁਣ ਤਾਂ ਚਾਚਾ ਜੀ ਗੁਰਦੁਆਰੇ ਲੈ ਜਾ ਕੇ ਤੁਹਾਡਾ ਦੋਵਾਂ ਦਾ ਵਿਆਹ ਕਰ ਦੇਣ। ਪਰ ਆਪਾਂ ਇਹ ਗੱਲ ਚਾਚਾ ਜੀ ਨੂੰ ਕਹਿ ਨਹੀਂ ਨਾ ਸਕਦੇ। ਹਨੀ, ਕਿਉਂ ਨਹੀਂ ਕਹਿ ਸਕਦੇ? ਜਿਹੜੀ ਗੱਲ ਸਹੀ ਹੈ ਸਹੀ ਹੈ, ਜਿਹੜੀ ਗੱਲ ਗਲਤ ਹੈ ਗਲਤ ਹੈ। ਬਾਕੀ ਜਿਵੇਂ ਤੁਹਾਡਾ ਖਿਆਲ ਹੈ, ਮੈਂ ਤੁਹਾਡਾ ਦੋਵਾਂ ਦਾ ਲਿਜਾ ਕੇ ਆਨੰਦ ਕਾਰਜ ਕਰਾ ਦੇਣਾ ਗੁਰਦੁਆਰੇ 'ਚ। ਰਹੀ ਤੁਹਾਡੇ ਫਾਦਰ ਸਾਹਿਬ ਦੀ ਗੱਲ, ਡੋਂਟ ਮਾਈਂਡ ਇਟ ਸਰਦਾਰ ਜੀ। ਇਹੋ ਜਿਹੇ ਲਾਲਚੀ ਬੰਦੇ ਦਾ ਪਰਿਵਾਰ ਨੂੰ ਆਸ਼ੀਰਵਾਦ ਮਿਲਿਆ ਨਾ ਮਿਲਿਆ ਕੀ ਫਰਕ ਪੈਂਦਾ? ਨੋ ਕੋਈ ਫਰਕ ਨਹੀਂ ਚਾਚਾ ਜੀ, ਮੈਂ ਫਿਰ ਪਾਠੀ ਸਿੰਘ ਨਾਲ ਗੱਲ ਕਰਨਾ ਜੀ। ਦੇਖੋ ਬੱਚੇ, ਮੈਂ ਅੱਜ ਤੱਕ ਮੀਤ ਨੂੰ ਕਦੇ ਉਹਦੇ ਪੇਰੈਂਟਸ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਬਸ ਇਹ ਜ਼ਿੰਮੇਵਾਰੀ ਅੱਜ ਤੋਂ ਤੁਹਾਡੀ ਹੈ। ਲੈ ਚਾਚਾ ਜੀ, ਤੁਸੀਂ ਫਿਕਰੇ ਨਾ ਕਰੋ ਜੀ। ਹੈ ਅੱਛਾ, ਮੈਂ 2-4 ਦਿਨ ਦੇ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ। ਤੁਸੀਂ ਸਲਾਹ ਕਰਕੇ ਦੱਸ ਦਿਓ ਕਦੋਂ ਆਉਣਾ। ਮੇਰੇ ਲਈ ਤਾਂ ਜੀ ਬਿੱਲ ਹੀ ਆਪਾਂ, ਭਾਵੇਂ ਆਪਾਂ ਵੀ ਨਾਲ ਚੱਲ। ਚਲੋ ਚਲ ਡੈਡੀ ਚਲੋ ਸਭ। ਡੈਡੀ ਨੇ ਕਿਹਾ ਸੀਗਾ ਨਾ ਵੀ ਉਹ ਕੋਰਟ ਦੇ ਵਿੱਚ ਅੱਜ ਪੇਸ਼ੀ ਆ, ਮੈਨੂੰ ਜਲਦੀ ਲੈ ਜਾ। ਹਨੀ, ਹਾਂ ਸੱਚ, ਮੈਨੂੰ ਵੀ ਜੱਜ ਸਾਹਿਬ ਦਾ ਫੋਨ ਆਇਆ ਸੀ ਕਿ ਯਾਰ ਟਾਈਮ ਨਾਲ ਹੀ ਆ ਜਾਓ, ਫਿਰ ਕਚਹਿਰੀ ਬੰਦ ਕਰਨੀ ਹੁੰਦੀ ਹੈ। ਬਿਲਕੁਲ ਬੇਟਾ, ਕੰਮ ਪਹਿਲਾਂ। ਕੈਨੇਡਾ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਤਾਂ ਬੜੇ ਕੈਨੇਡਾ ਲਈ ਆ ਚਾਚਾ ਜੀ, ਪਰ ਹੁਣ ਮਾਫੀ, ਸਾਨੂੰ ਜਾਣਾ ਪੈਣਾ। ਓਕੇ ਮੀਤ, ਚੱਲਦਾ ਮੈਂ ਚੱਲਦਾ। ਮੈਨੂੰ ਕਿਉਂ ਮਹਿਸੂਸ ਹੋ ਰਿਹਾ ਕਿ ਅੱਜ ਇੱਥੇ ਆਪਣੀ ਬੇਇੱਜ਼ਤੀ ਹੋਣੀ ਹੈ? ਕਿਉਂ? ਜਦੋਂ ਜਸ ਖੁਦ ਬੋਲ ਰਿਹਾ ਸੀ ਕਿ ਰਿਸ਼ਤੇ ਨੂੰ ਨਾ ਕਰ ਦੇਵੇਗਾ,
ਤੇ ਆਪਾਂ ਨੂੰ ਇੱਥੇ ਆਉਣ ਦੀ ਕੀ ਜ਼ਰੂਰਤ ਸੀ? ਵੱਡਿਆਂ ਦੇ ਤੇ ਛੋਟਿਆਂ ਦੇ ਗੱਲ ਕਰਨ 'ਚ ਫਰਕ ਹੁੰਦਾ। ਰਿਸ਼ਤੇ ਤੋਂ ਨਾ ਆਪਾਂ ਕੀਤੀ ਆ, ਸੋ ਕਟਸੀ ਡਿਮਾਂਡ ਕਰਦੀ ਆ ਕਿ ਆਪਾਂ ਕੁੜੀ ਵਾਲਿਆਂ ਕੋਲ ਜਾ ਕੇ ਸੌਰੀ ਫੀਲ ਕਰੀਏ। ਸਾਲੇ ਦੇ ਤਾਂ ਦਿਨ 'ਚ 50 ਵਾਰੀ ਬੇਇੱਜ਼ਤੀ ਕਰਦੇ ਹੋ, ਉਦੋਂ ਤੱਕ ਕਦੇ ਮਾਫੀ ਮੰਗੀ ਨਹੀਂ। ਬਗਾਨਿਆਂ ਦੀ ਵੱਡੀ ਫਿਕਰ ਹੋ ਰਹੀ ਹੈ। ਭਰਾਵਾ ਲੰਮੀ ਸੋਚੀ ਦੀ ਆ। ਸਪੋਜ਼ ਕਰ ਲੈ ਕੱਲ ਨੂੰ ਆਪਣੇ ਗੋਲਡੀ ਦਾ ਪਹਿਲਾ ਵਿਆਹ ਨਾ ਚੱਲਿਆ ਤਾਂ ਘੱਟੋ ਘੱਟ ਦੂਜੇ ਰਿਸ਼ਤੇ ਲਈ ਆ ਕੇ ਇਹਨਾਂ ਦੀ ਦੇੜੀ ਦੁਆਰਾ ਤਾਂ ਚੜ ਸਕਦੇ। ਨਹੀਂ ਸਾਰੀ ਜ਼ਿੰਦਗੀ ਤਰਸੀ ਜਾਊਗਾ ਮੇਰੇ ਵਾਂਗੂ ਦੂਜਾ ਵਿਆਹ ਕਰਾਉਣ ਲਈ, ਫਿਰ ਕੱਟੀ ਜਾਇਓ ਸਾਰੀ ਜ਼ਿੰਦਗੀ ਛੰਨੋ ਦੇ ਸਹਾਰੇ। ਛੰਨੋ ਨੂੰ ਘੜੀ ਮੁੜੀ ਬੜਾ ਯਾਦ ਕਰਦੇ ਹੋ। ਰੱਬ ਦਾ ਵਾਸਤਾ ਅੰਦਰ ਜਾ ਕੇ ਹੁਣ ਕੋਈ ਹਾਸਾ ਨਾ ਕਢਾਈ। ਬਸ ਇਹ ਸੋਚ ਲੈ ਆਪਾਂ ਇੱਥੇ 5 ਮਿੰਟ ਬੇਇੱਜ਼ਤੀ ਕਰਾਉਣ ਆਏ ਆ। ਫਿਕਰ ਨਾ ਕਰੋ ਜੀਜੂ, ਅੰਦਰ ਜਾ ਕੇ ਏਦਾਂ ਮੂੰਹ ਫੁਲਾ ਕੇ ਬੈਠਾਂਗਾ ਜਿੱਦਾਂ ਕਿਸੇ ਦੇ ਮਰਗ ਦੇ ਭੋਗ ਤੇ ਆਏ ਹੁੰਦੇ ਆ। ਇਹੋ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ। ਜੀਜੂ ਸਾਹਿਬ ਜੀ ਬਾਹਰ ਢਿੱਲੋਂ ਸਾਹਿਬ ਆਏ ਨੇ ਜੀ। ਢਿੱਲੋਂ ਸਾਹਿਬ? ਹਾਂਜੀ ਬੁਲਾਉਣ। ਹਾਂਜੀ ਆਓ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ। ਬੈਠੋ। ਸਤਿ ਸ਼੍ਰੀ ਅਕਾਲ ਹੈਗੇ ਜੀ। ਕਾਦੀ ਸਤਿ ਸ੍ਰੀ ਅਕਾਲ ਹੈ ਸੰਧੂ ਸਾਹਿਬ, ਅਸੀਂ ਤਾਂ ਸ਼ਰਮਿੰਦਾ ਹੀ ਬਹੁਤ ਆ। ਸਾਰੀ ਗੱਲ ਦੱਸਤੀ ਮੁੰਡੇ ਨੇ? ਤੁਹਾਨੂੰ ਵੀ ਪਤਾ? ਸਾਨੂੰ ਕੀ ਨਹੀਂ ਪਤਾ। ਸਾਲਾ ਇੱਥੇ ਆ ਕੇ ਵੀ ਸਾਰਾ ਕੁਝ ਦੱਸ ਗਿਆ। ਐਂਤੇ ਬਚਦਾ ਹੀ ਨਹੀਂ ਕੁਝ। ਤੁਸੀਂ ਮੁੰਡਾ ਨਹੀਂ ਜਨਾਨੀ ਜੰਮੀ ਹੈ। ਤੇਰੀ ਭੈਣ ਨੇ ਜੰਮੀ ਆ। ਸੰਧੂ ਸਾਹਿਬ ਮੈਂ ਵਾਕਿਆ ਬਹੁਤ ਸ਼ਰਮਿੰਦਾ। ਹੁਣ ਸ਼ਰਮਿੰਦਾ ਹੋਣ ਦਾ ਕੀ ਫਾਇਦਾ? ਸਾਡਾ ਤਾਂ ਵੱਡਾ ਸਾਰਾ ਵਿਆਹ ਕਰਨ ਦਾ ਚਾਅ ਦਿਲ 'ਚ ਹੀ ਰਹਿ ਗਿਆ ਨਾ। ਅੱਜ ਤੱਕ ਐਡਵੋਕੇਟ ਢਿੱਲੋਂ ਨੇ ਕਚਹਿਰੀਆਂ 'ਚ ਕਿਸੇ ਨੂੰ ਆਪਣੇ ਮੂਹਰੇ ਖੰਗਣ ਨਹੀਂ ਸੀ ਦਿੱਤਾ। ਬਸ ਬੱਚਿਆਂ ਮੂਹਰੇ ਆ ਕੇ ਹਾਰ ਜਾਈਦਾ। ਬੱਚੇ ਇਹ ਨਹੀਂ ਸੋਚਦੇ ਕਿ ਮਾਂ-ਬਾਪ ਸਾਡੇ ਲਈ ਜੋ ਸੋਚਦੇ ਆ ਚੰਗਾ ਹੀ ਸੋਚਦੇ ਆ। ਨਾ ਕੀ ਚੰਗਾ ਇਹ 'ਚ ਜੋ ਤੁਸੀਂ ਸੋਚਿਆ? ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਸੋਚਣ ਲੱਗਿਆ। ਯਾਰ ਇਹ ਆਪਣੀ ਗੱਲ-ਗੱਲ ਤੇ ਬੇਇੱਜ਼ਤੀ ਕਿਉਂ ਕਰ ਰਿਹਾ? ਆਪਾਂ ਤੇ ਪਹਿਲਾਂ ਹੀ ਸੋਚ ਕੇ ਐਸੀ ਵੀ ਗੱਲ-ਗੱਲ ਤੇ ਬੇਇੱਜ਼ਤੀ ਕਰਾਣੀ ਹੈ। ਪਰ ਪਤਾ ਤਾਂ ਲੱਗੇ ਕਿਸ ਗੱਲ ਪਿੱਛੇ ਬੇਇੱਜ਼ਤੀ ਹੋ ਰਹੀ ਹੈ। ਚਲੋ ਕੋਈ ਨਾ, ਬੇਇੱਜ਼ਤੀ ਗ੍ਰੇਸਫੁਲੀ ਕਰਾਈ ਚੱਲੋ ਹੁਣ। ਖੈਰ ਢਿੱਲੋਂ ਸਾਹਿਬ ਹੁਣ ਇਹ ਦੱਸੋ ਅੱਗੇ ਕਰਨਾ ਕੀ ਹੈ? ਕਰਨਾ ਕੀ ਆ ਸੰਧੂ ਸਾਹਿਬ, ਤੁਸੀਂ ਆਪਣੀ ਕੁੜੀ ਦਾ ਕਿਤੇ ਹੋਰ ਰਿਸ਼ਤਾ ਕਰ ਦਿਓ। ਕਿਹੜੀਆਂ ਗੱਲਾਂ ਕਰਦੇ ਹੋ ਢਿੱਲੋਂ ਸਾਹਿਬ? ਤੁਸੀਂ ਤਾਂ ਹੱਦ ਲਾਹੀ ਪਈ ਆ। ਮੈਂ ਕਾਹਦੀ ਹੱਦ ਲਾਉਣੀ ਆ ਜੀ, ਜਦੋਂ ਮੇਰਾ ਮੁੰਡਾ ਇੱਥੇ ਵਿਆਹ ਕਰਨਾ ਹੀ ਨਹੀਂ ਚਾਹੁੰਦਾ, ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ। ਹਾਂ ਤੇ ਉਹ ਜਿਹੜੀ ਕੁੜੀ ਨੂੰ ਪਸੰਦ ਕਰਦਾ ਉਸੇ ਨਾਲ ਹੀ ਤਾਂ ਉਹਨੇ ਵਿਆਹ ਕਰਾਇਆ। ਉਹਨੇ ਵਿਆਹ ਵੀ ਕਰਾ ਲਿਆ? ਨਹੀਂ ਯਕੀਨ ਤਾਂ ਤੁਸੀਂ ਆਪਦੀਆਂ ਅੱਖਾਂ ਨਾਲ ਦੇਖ ਲਓ। ਮੀਤ ਜਿੱਤਰ ਮੇਰੇ ਬੱਚੇ ਦੁੱਧੋਂ ਨਾ ਪੁੱਤੋਂ ਬੋਲੋ। ਉਹਨੇ ਮੀਤ ਨਾਲ ਵਿਆਹ ਕਰਾਇਆ, ਪਰ ਮੈਨੂੰ ਤਾਂ ਕਹਿੰਦਾ ਸੀ ਮੈਂ ਕਿਸੇ ਹੋਰ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ। ਉਹ ਜਿਹੜੀ ਹੋਰ ਕੁੜੀ ਆ ਉਹ ਇਹੀ ਹੈ। ਪਰ ਮੈਂ ਜਦੋਂ ਉਹਦਾ ਮੀਤ ਨਾਲ ਵਿਆਹ ਕਰਾਉਣ ਨੂੰ ਤਿਆਰ ਸੀ, ਫਿਰ ਉਹਨੇ ਲੋਕਾਂ ਕੋਲ ਵਿਆਹ ਕੀਤਾ। ਉਹ ਇਸ ਕਰਕੇ ਉਹ ਕਹਿੰਦਾ ਸੀਗਾ ਮੇਰਾ ਬਾਪੂ ਦਾਜ ਦਾ ਭੁੱਖਾ ਹੈ। ਜ਼ਰਾ ਦੱਸੋਗੇ ਹੁਣ ਲਾੜਾ ਸਾਹਿਬ ਹੈ ਕਿੱਥੇ ਨੇ? ਆ ਤੁਹਾਡੇ ਮੂਹਰੇ ਨਿਕਲਿਆ, ਕਹਿੰਦਾ ਸੀ ਅੱਜ ਕੋਈ ਕੋਰਟ 'ਚ ਜ਼ਰੂਰੀ ਪੇਸ਼ੀ ਹੈ। ਪੇਸ਼ੀ ਤਾਂ ਹੈਗੀ ਆ, ਪਰ ਜਿਹੜੀ ਉਹਦੀ ਪੇਸ਼ੀ ਮੇਰੇ ਕੋਲ ਪੈਣੀ ਆ ਅੱਜ, ਸ਼ਾਇਦ ਉਹਦਾ ਤੁਹਾਨੂੰ ਅੰਦਾਜ਼ਾ ਨਹੀਂ। ਬੇਟੇ ਤੂੰ ਆਪਣਾ ਸਮਾਨ ਪੈਕ ਕਰ ਤੇ ਸਾਡੇ ਨਾਲ ਆਪਣੇ ਘਰ ਚੱਲ। ਬੋਲੋ। ਕੋਈ ਸ਼ਰਮ ਹੈ? ਕਾਦੀ? ਆ ਜਿਹੜਾ ਮੂੰਹ ਕਾਲਾ ਕਰਾਇਆ, ਹੋਰ ਕਾਦੀ? ਹੁਣ ਮੈਂ ਕੀ ਕਰਤਾ? ਸਾਲਿਆ ਵਿਆਹ ਕਰਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ। ਇਹ ਉਹੀ ਤਾਂ ਕੁੜੀ ਆ ਜਿਹਦੇ ਨਾਲ ਮੈਂ ਤੇਰਾ ਰਿਸ਼ਤਾ ਪੱਕਾ ਕੀਤਾ ਸੀ। ਡੈਡੀ ਮੈਂ ਗੋਲਡੀ ਬੋਲ ਰਿਹਾ, ਤੁਸੀਂ ਕਿਹਨੂੰ ਫੋਨ ਲਾਇਆ? ਆਪਣੀ ਗੰਦੀ ਔਲਾਦ ਨੂੰ। ਸਾਲਾ ਲੋਕਾਂ ਨੂੰ ਦੱਸਦਾ ਫਿਰਦਾ ਮੇਰਾ ਬਾਪੂ ਦਾਜ ਦਾ ਭੁੱਖਾ। ਕੀ ਬੋਲੀ ਜਾਂਦੇ ਹੋ ਤੁਸੀਂ ਇਹ ਦੱਸੋ ਤੁਸੀਂ ਹੈ ਕਿੱਥੇ ਹੋ? ਮੈਂ ਤੁਹਾਡਾ ਝਾੜਾ ਪਵਾ ਕੇ ਲਿਆਉਣਾ। ਅੱਛਾ ਕੁੜੀ ਤੇ ਉਹਦੇ ਚਾਚਾ ਜੀ ਝੂਠ ਬੋਲਦੇ ਆ? ਕੁੜੀ ਦਾ ਤਾਂ ਕੋਈ ਚਾਚਾ ਹੀ ਹੈ ਨਹੀਂ। ਡੈਡੀ ਤੁਸੀਂ ਹਿੱਲ ਗਏ। ਮੈਂ ਨਾ ਤੇਰੇ ਫੋਨ ਤੇ ਹੀ ਛਿੱਤਰ ਫੇਰ ਦੇਣੇ ਆ। ਮੈਂ ਵੀ ਪਿਓ ਦਾ ਪੁੱਤ ਨਹੀਂ ਜੇ ਮੈਂ ਤੋਂ ਖਾ ਗਿਆ। ਹੱਥ ਲਾਓ ਤੁਸੀਂ। ਹੱਥ ਤਾਂ ਪੁੱਤ ਮੈਂ ਐਸਾ ਲਾਉਂ ਕਿ ਹੱਥ ਲਾ ਵੇਖੇਗਾ। ਮੈਂ ਖੜਾ ਹੀ ਤੇਰੇ ਸਹੁਰਿਆਂ ਦੇ ਘਰੇ ਆ। ਨਹੀਂ ਸਾਲਿਆ ਤੈਨੂੰ ਦੱਸ ਦਿੰਦਾ ਕਿਵੇਂ ਬਕਵਾਸ ਕਰੀਦਾ। ਕਹੇ ਜੇ ਮੇਰੇ ਸਹੁਰੇ ਨੇ ਜਿਹੜੇ ਇੰਨਾ ਕੁਝ ਮੇਰੇ ਖਿਲਾਫ ਸੁਣੀ ਜਾਂਦੇ ਨੇ, ਪਤਾ ਨਹੀਂ ਕਿੱਥੇ ਝਪਕਦੇ ਫਿਰਦੇ ਹੋ। ਇੱਕ ਗੱਲ ਨਾ ਭੁੱਲਣੀ, ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਵਕੀਲਾਂ ਦੀ ਯੂਨੀਫਾਰਮ ਮੈਂ ਤਾਂ ਪਾਇਆ। ਕਦੇ ਕੋਈ ਕੁੜੀ ਕਹਿੰਦਾ ਸੁਣਿਆ ਵੀ ਲਾਲ ਝੱਗਾ ਹੀ ਨਹੀਂ ਪਾਇਆ। ਕੋਈ ਕਾਲੇ ਕੱਛੇ ਵਾਲਾ ਕਹਿੰਦਾ ਸੁਣਿਆ ਵੀ ਕਾਲਾ ਕੱਛਾ ਹੀ ਨਹੀਂ ਪਾਇਆ। ਇੱਕ ਤੁਸੀਂ ਜਿਹੜੇ ਯੂਨੀਫਾਰਮ ਦੀ ਟੌਰ ਮਾਰਦੇ ਹੋ। ਰੱਬ ਤੋਂ ਡਰੋ, ਰੱਬ ਸਭ ਦੇਖਦਾ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਉਹ ਮੰਨਦਾ ਨਹੀਂ ਕਿ ਉਹਨੇ ਵਿਆਹ ਕੀਤਾ। ਉਹ ਘਬਰਾ ਗਿਆ ਹੋਣਾ ਨਾ, ਕਿ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਜਿੱਜੂ ਬਾਕੀ ਦਾ ਡਰਾਮਾ ਆਪਾਂ ਆਪਣੇ ਘਰ ਜਾ ਕੇ ਨਾ ਕਰੀਏ। ਨੂਰ ਰਾਣੀ ਨੂੰ ਲੈ ਕੇ ਚੱਲੋ ਇੱਥੋਂ ਖੁਸ਼ੀ ਖੁਸ਼ੀ। ਉਹ ਪਤੰਦਰੋਂ ਆ ਕੀ ਕਰਤਾ? ਹੁਣ ਮੈਂ ਆਪਦਾ ਵਿਆਹ ਕਿਵੇਂ ਕਰਾਉਂ?
ਯਾਰ ਥੋੜੇ ਦਿਨਾਂ ਦੀ ਗੱਲ ਆ, ਉਸ ਤੋਂ ਬਾਅਦ ਮੈਂ ਕੈਨੇਡਾ ਲੰਘ ਜਾਣਾ ਵਾ, ਸਭ ਕੁਝ ਠੀਕ ਹੋ ਜੂ ਆਪਣੇ ਆਪ। ਨਾਲੇ ਯਾਰ ਆਪਾਂ ਤਾਂ ਸਾਰੀ ਕਚਹਿਰੀ ਘੁੰਮ ਕੇ ਵੇਖ ਲਈ, ਇੱਕੋ ਹੀ ਜਵਾਬ ਮਿਲਦਾ। ਇਹੋ ਜਿਹੇ ਵਿਗੜੇ ਕੇਸਾਂ ਦਾ ਇੱਕੋ ਹੀ ਵਕੀਲ ਹੈ, ਗੋਲਡੀ ਵਕੀਲ। ਆਹੀ ਤਾਂ ਪੰਗਾ ਹੈ। ਹੁਣ ਇਹ ਦੱਸੋ ਕਰਨਾ ਕੀ ਹੈ? ਯਾਰ ਦੇਖ, ਤੇਰੇ ਡੈਡੀ ਮੇਰੀ ਘਰ ਵਾਲੀ ਨੂੰ ਤੇਰੀ ਘਰ ਵਾਲੀ ਸਮਝ ਕੇ ਆਪਣੇ ਘਰੇ ਲਿਆਏ ਨੇ, ਬਸ ਇਸੇ ਸਿਚੁਏਸ਼ਨ ਨੂੰ ਹੈਂਡਲ ਕਰਨਾ ਵਾ। ਡੈਡੀ ਹੁਣੇ ਮੈਨੂੰ ਫੋਨ ਤੇ ਇੰਨੀਆਂ ਗਾਲਾਂ ਕੱਢ ਕੇ ਹਟੇ ਨੇ, ਜੇ ਕਿਤੇ ਮੈਂ ਸਾਹਮਣੇ ਆ ਗਿਆ ਮੇਰਾ ਤਾਂ ਜਲੂਸ ਕੱਢ ਦੇਣਗੇ। ਯਾਰ ਤੈਨੂੰ ਦੱਸੀ ਤਾਂ ਜਾਣੇ, ਅਸੀਂ ਤਾਂ ਕਿਸੇ ਵਕੀਲ ਕੋਲੇ ਵੀ ਜਾ ਸਕਦੇ ਸੀ, ਪਰ ਅਗਲਾ ਹਰੇਕ ਹੀ ਕਹਿੰਦਾ ਵਾ ਇਹ ਜਿਹਾ ਵਿਗੜਿਆ ਕੇਸ ਇੱਕੇ ਬੰਦਾ ਹੈਂਡਲ ਕਰ ਸਕਦਾ, ਗੋਲਡੀ ਵਕੀਲ। ਇੰਨੀ ਕਾਬਲੀਅਤ ਵੀ ਪੰਗਾ ਹੀ ਹੈ। ਕਰਦਾ ਕੁਛ। ਕੰਨਾਂ 'ਚ ਕੀ ਗੱਲਾਂ ਕਰੀ ਜਾਂਦੇ ਹੋ? ਜੋ ਗੱਲ ਕਰਨੀ ਮੇਰੇ ਸਾਹਮਣੇ ਕਰੋ। ਉਹ ਤੁਹਾਡੇ ਸਾਹਮਣੇ ਕਰਨ ਵਾਲੀ ਗੱਲ ਹੈ ਨਹੀਂ ਗੀ ਜੀ, ਨਵਾਂ ਵਿਆਹ ਹੋਇਆ ਮੁੰਡੇ ਦਾ, ਅਸੀਂ 100 ਗੱਲਾਂ ਸਮਝਾਉਣੀਆਂ। ਗੰਦੇ ਸ਼ਰਮ। ਅਸੀਂ ਹੈਗੀ ਫਸੇ ਨਹੀਂ, ਗੰਦ ਤਾਂ ਬਹੁਤ ਪਾਉਣਾ ਸੀ ਆਪਾਂ। ਉਹ ਤੂੰ ਛੱਡ, ਮੇਰੀ ਗੱਲ ਸੁਣ। ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਾਹਿਬ ਤੇਰੇ ਡੈਡੀ ਆ, ਤੇ ਢਿੱਲੋਂ ਸਾਹਿਬ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ। ਖੜ ਜਾ ਮੀਤ ਮੇਰੇ ਡੈਡੀ ਤੇ ਢਿੱਲੋਂ ਸਾਹਿਬ ਕਿਹਦੇ ਘਰ ਵਾਲੀ ਆ ਯਾਰ? ਪਹਿਲੀ ਪੇਸ਼ੀ ਤੇ ਹੀ ਬੌਂਦਲ ਗਿਆ ਯਾਰ ਤੂੰ, ਤੈਨੂੰ ਰੱਬ ਨੇ ਮੌਕਾ ਦਿੱਤਾ, ਸਾਬਤ ਕਰ ਪਈ ਤੇਰਾ ਪਿਓ ਵਧੀਆ ਵਕੀਲ ਹੈ ਤੇ ਤੂੰ ਵਧੀਆ ਵਕੀਲ ਹੈ। ਠੀਕ ਹੈ, ਪਰ ਯਾਰ ਮੈਂ ਕਦੇ ਇਹੋ ਜਿਹਾ ਕੰਮ ਕੀਤਾ ਨਹੀਂ ਭਰਾਵਾ। ਉਹ ਯਾਰ ਸਾਡਾ ਕਿਹੜਾ ਇਹ ਬਿਜ਼ਨਸ ਆ, ਫਸਾਇਆ ਵੀ ਤੂੰ ਹੀ ਆ। ਖੜ ਜਾ ਯਾਰ, ਮੀਤ ਤੇਰੇ ਘਰ ਵਾਲੀ ਆ, ਢਿੱਲੋਂ ਸਾਹਿਬ ਤੇਰੇ ਡੈਡੀ ਨੇ ਫਸਾਇਆ। ਮੈਂ ਹੋ ਯਾਰ ਕੀ ਆ ਯਾਰ? ਆ ਗਿਆ ਆ ਜਾ ਬੇਟੇ। ਪਹੁੰਚ ਗਿਆ। ਆ ਗਿਆ। ਮੀਤ ਦਾ ਸਮਾਨ ਚੱਕ ਤੇ ਅੰਦਰ ਪਹੁੰਚਾ। ਸਾਹਿਬ ਜੀ ਤੁਹਾਡੀ ਨੂੰ ਬਹੁਤ ਸੋਹਣੀ ਆ। ਓਏ ਗੋਲਡੀ ਤੈਨੂੰ ਵਧਾਈਆਂ। ਕੱਲੇ ਗੋਲਡੀ ਨੂੰ ਕਿਉਂ ਵਧਾਈਆਂ? ਸਭ ਦੀਆਂ ਵਧਾਈਆਂ ਬਣਦੀਆਂ ਨੇ। ਹਾਂ, ਖੁਸ਼ੀਆਂ ਦਾ ਮਾਹੌਲ, ਵਧਾਈਆਂ। ਠੀਕ ਹੈ ਬਈ, ਸਭ ਨੂੰ ਵਧਾਈਆਂ, ਸਭ ਨੂੰ ਵਧਾਈਆਂ। ਆਪਣੀ ਘਰ ਵਾਲੀ ਦਾ ਸਮਾਨ ਆਪ ਚੱਕੀਦਾ, ਕਿਸੇ ਤੋਂ ਨਹੀਂ ਚਕਾਈਦਾ। ਕੱਲਾ ਬੰਦਾ ਹੁਣ 2-2 ਬੈਗ ਕਿਵੇਂ ਚੱਕੇ? ਨਾਲੇ ਵੈਸੇ ਵੀ ਜਸਟ ਵਿਆਹ ਤੋਂ ਬਾਅਦ ਲਾੜੇ ਨੂੰ ਇੰਨਾ ਸਮਾਨ ਨਹੀਂ ਚਕਾਈਦਾ। ਕਿਉਂ, ਲਾੜੇ ਤੇ ਗਲੂਕੋਜ਼ ਲੱਗਿਆ? ਆਓ 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 ਯਾਰ, ਨੂੰ ਆਈਏ ਕਿ ਕਬੂਤਰ ਆਇਆ? ਆਓ 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 ਜੀ ਆਇਆ ਨੂੰ। ਗੋਲਡੀ ਅੰਦਰ ਸਮਾਨ ਰੱਖ ਕੇ ਜ਼ਰਾ ਬਾਹਰ ਆਈ, ਤੇਰੇ ਨਾਲ ਗੱਲ ਕਰਨੀ ਹੈ। ਓਕੇ ਠੀਕ ਹੈ, ਆਜੂਗਾ। ਜੀਜੂ ਮੈਨੂੰ ਕੋਈ ਗੜਬੜ ਲੱਗ ਰਹੀ ਹੈ। ਜੇ ਗੜਬੜ ਲੱਗਦੀ ਹੈ ਅੰਦਰ ਟਾਇਲਟ ਜਾ, ਨਹੀਂ ਤਾਂ ਇੱਥੇ ਖੜਾ ਖੜਾ ਤੋਪਾਂ ਦੀ ਸਲਾਮੀ ਦੇਂਗਾ। ਐ ਵਾਲੀ ਗੜਬੜ ਥੋੜਾ। ਹਾਂ ਦੱਸੋ ਕੀ ਕੰਮ ਹੈ? ਹੁਣ ਤੀਵੀਂ ਦੇਖ ਕੇ ਤੈਨੂੰ ਚੇਤਾ ਆ ਗਿਆ, ਤੂੰ ਵਿਆਹ ਹੋਇਆ। ਫੋਨ ਤੇ ਮੈਨੂੰ ਹਿੱਲਿਆ ਦੱਸਦਾ ਸੀ। ਨਹੀਂ, ਫੋਨ ਤੇ ਜਿਹੜਾ ਕੁਝ ਕਹਿਤਾ ਉਹ ਤਾਂ ਠੀਕ ਹੈ, ਪਰ ਡੈਡੀ ਮੈਂ ਆਮਣੇ ਸਾਹਮਣੇ ਤਾਂ ਮੰਨਦਾ ਵੀ ਮੈਂ ਵਿਆਹ ਕੀਤਾ। ਸਿੰਪਲ। ਕੰਨ ਤੇ ਮਾਰੂ ਸਾਲੇ ਦੇ ਇੱਕ ਚਪੇੜ ਰੱਖ ਕੇ, ਮੈਨੂੰ ਇਹ ਕਲਪਾਉਣਾ ਹੁੰਦਾ? ਉਹ ਢਿੱਲੋਂ ਸਾਹਿਬ ਛੱਡੋ ਨਾ, ਹੁਣ ਮੁੰਡਾ ਆਪਣੀ ਗਲਤੀ ਮੰਨ ਰਿਹਾ ਹੈ। ਕਿਵੇਂ ਛੱਡਦਾ? ਸਾਲੇ ਨੇ ਜਲੂਸ ਕਢਾ ਕੇ ਰੱਖਤਾ ਮੇਰਾ ਕੁੜੀ ਵਾਲਾ ਸਾਹਮਣੇ, ਆਖੇ ਮੇਰਾ ਪਿਓ ਦਹੇਜ ਦਾ ਭੁੱਖਾ। ਓਏ ਹੋਏ ਹੋਏ, ਵੈਰੀ ਬੈਡ ਗੋਲਡੀ, ਤੂੰ ਇਦਾਂ ਦੇ ਘਟੀਏ ਸ਼ਬਦ ਬੋਲੇ। ਭੁੱਖਾ ਪੱਖਾਂ ਨਾਲੇ ਕੁਛ ਹੋਰ ਨਹੀਂ, ਇਸ ਗੱਲ ਨੂੰ ਡੀਸੈਂਟ ਵੇਚ ਵੀ ਤੇ ਕਿਹਾ ਜਾ ਸਕਦਾ ਸੀ ਨਾ ਕਿ ਮੇਰੇ ਡੈਡ ਥੋੜਾ ਡੌਰੀ ਤੇ ਗਰੀਡੀ ਹੈ। ਤੂੰ ਬੜੀ ਇੱਜ਼ਤ ਕਰਤੀ ਅੰਗਰੇਜ਼ੀ ਚ। ਮੈਂ ਮੰਨਦਾ ਜੀ, ਮੈਂ ਮੰਨਦਾ। ਤੂੰ ਸੌਰੀ ਬੋਲ ਯਾਰ। ਸੌਰੀ ਕੀ ਸੌਰੀ? ਇੱਕ ਮੁੰਡਾ ਸੀ, ਉਹਦੇ ਵੀ ਵਿਆਹ ਦੇ ਚਾਹ ਨਹੀਂ ਪੂਰੇ ਕਰ ਸਕਿਆ, ਸਾਰੇ ਸੁਪਨੇ ਮਾਰ ਕੇ ਰੱਖਤੇ ਮੇਰੇ। ਉਹ ਡੈਡੀ ਕੋਈ ਸੁਪਨਾ ਨਹੀਂ ਮਾਰਿਆ, ਮੇਰੇ ਤੇ ਵਿਸ਼ਵਾਸ ਕਰੋ। ਉਹ ਯਾਰ ਤੈਨੂੰ ਮੈਂ ਕਹਿ ਰਿਹਾ ਮੈਂ, ਤੂੰ ਸੌਰੀ ਬੋਲ ਕੇ ਫਾਹਾ ਵੱਢ। ਸੌਰੀ ਕੋਈ ਸੌਰੀ ਨਹੀਂ। ਸੌਰੀ ਕਾਹਦੀ ਸੌਰੀ? ਸੌਰੀ ਸਾਲਾ ਇਹਦਾ ਹੀ ਨਹੀਂ ਪਤਾ ਲੱਗਦਾ, ਕਦੇ ਤਾਂ ਮਹਾਂ ਦੇ ਆਟੇ ਵਾਂਗੂ ਹੀ ਆਕੜ ਜੂ ਤੇ ਕਦੇ ਊਂ ਹੀ ਲੇਵੀ ਬਣ ਜੂ। ਅਬ ਢਿੱਲੋਂ ਸਾਹਿਬ ਆ ਕੁਝ ਦਿਨ ਪਾਸ ਏਦਾਂ ਹੀ ਚੱਲਣਾ, ਤੁਸੀਂ ਹੌਸਲੇ 'ਚ ਰਹੋ। ਅੱਜ ਤੋਂ ਬਾਅਦ ਤੂੰ ਆਪਣੀ ਵਾਈਫ ਨਾਲ ਥੱਲੇ ਗਰਾਊਂਡ ਫਲੋਰ ਤੇ ਰਹਿਣਾ, ਅਸੀਂ ਫਸਟ ਫਲੋਰ ਤੇ ਰਹਿਣਾ, ਤੇ ਤੂੰ ਜਿੱਥੇ ਆ ਉੱਥੇ ਹੀ ਰਹੇਗਾ। ਮੈਂ ਤਾਂ ਉੱਥੇ ਰਹੂੰਗਾ ਜੀ, ਮੈਂ ਥੱਲੇ ਆਉਂਗਾ। Got it. ਕੀ ਹੋ ਗਿਆ ਯਾਰ? ਉਹ ਭਰਾਵਾ, ਆਪਣੀ ਜਨਾਨੀ ਸਾਹਮਣੇ ਮੈਨੂੰ ਨੀਂਦ ਆਈ ਹੈ, ਮੈਨੂੰ ਸੌਣ ਦੇ। ਪਾਗਲ ਹੋ ਗਿਆ? ਕਿੱਥੇ ਜਾਏਗਾ? ਉੱਪਰ ਤੇਰੇ ਵਾਲੇ ਕਮਰੇ 'ਚ। ਤੇਰਾ ਡੈਡੀ ਨਹੀਂ ਕਹੂਗਾ ਘਰ ਵਾਲੀ ਤੇਰੀ ਹੇਠਾਂ ਸੁੱਤੀ ਪਈ ਆ, ਤੂੰ ਤੇ ਢੁੱਕ ਕੇ ਲੈਣਾ ਆ? ਚਲੇ ਜੀ, ਜਦੋਂ ਸਾਰੇ ਸੌਂ ਗਏ। ਯਾਰ ਆ ਇੱਕ ਚੰਗਾ ਸਿਆਪਾ ਪਾਇਆ ਤਾਂ ਮੇਰੇ ਕੋਲ, ਮੈਂ ਸੌਂ ਮੇਰਾ ਹੁਣ ਤਾਂ ਤੁਸੀਂ ਇੱਥੇ ਹੀ ਕਰਦੇ ਹੋ ਇੱਥੇ ਆਉਂਦਾ ਹੀ ਨਾ। ਤੇਰਾ ਅੱਜ ਵਿਆਹ ਹੋਇਆ, ਤੂੰ ਜਾ ਕੇ ਆਪਣੀ ਜਨਾਨੀ ਕੋਲ ਬਹਿ। ਠੀਕ ਹੈ ਜੀ। ਠੀਕ ਹੈ ਜੀ ਦਾ ਕੀ ਮਤਲਬ ਆ? ਮਤਲਬ ਹਾਂ ਜਾਣਾ ਚਾਹੀਦਾ। ਕਿਉਂ ਨਹੀਂ ਜਾਣਾ? ਕਿਉਂ ਨਹੀਂ ਜਾਂਦਾ ਓਏ? ਹਾਂ ਜਾ ਜਾ, ਹਾਂ ਜਾ। ਉਹਦੇ ਵਾਲੇ ਕੀ ਬਿਟਰ ਪਿਟਰ ਝਾਕਦਾ ਸਾਰੀ ਉਮਰ, ਇਹਦੇ ਨਾਲ ਹੀ ਧੱਕੇ ਖਾਦੇ ਆ। ਜਾ ਕੇ ਪੈ ਜਾ। ਪਈ ਨਾ। ਨੀਂਦ ਆਉਂਦਾ ਹੀ, ਮੈਂ ਤਾਂ ਹੁਣ ਪਾਉਂਗਾ ਹੀ। ਜੱਸ ਇਹਦਾ ਹੁਣ ਵਿਆਹ ਹੋ ਗਿਆ, ਰੱਬ ਦਾ ਵਾਸਤਾ ਇਹਦਾ ਖੜਾ ਛੱਡ ਦੇ। ਜਾ ਕੇ ਤੂੰ ਵੀ ਪੈ ਜਾ। ਠੀਕ ਹੈ ਜੀ। ਓਏ ਉਧਰ ਕਿੱਧਰ ਮੂੰਹ ਚੱਕਿਆ? ਸਰਵਾਲਾ ਨੰਦਾ ਤੱਕ ਹੀ ਹੁੰਦਾ। ਇੱਧਰ ਦੀ ਘੁੰਮਣ ਲੱਗਿਆ ਸੀਗਾ ਜੀ। ਨਾ ਘੁੰਮਣ ਨੂੰ ਇਹ ਮਟਕਾ ਚਾਹੂਗਾ।
ਨਾ ਮਟਕੇ ਤੋਂ ਘੱਟ ਹੈ। ਆਪਣੀ ਲੜਾਈ 'ਚ ਮੈਨੂੰ ਕਿਉਂ ਲੈ ਰਹੇ ਹੋ? ਜੀਜੂ ਵਿਆਹ ਆਪਣੇ ਗੋਲਡੀ ਦਾ ਹੋਇਆ ਤੇ ਖੁਸ਼ ਮੈਨੂੰ ਐ ਜ਼ਿਆਦਾ ਲੱਗ ਰਿਹਾ। ਓਏ ਕਮਲਿਆ, ਸਾਡੇ ਜ਼ਮਾਨੇ 'ਚ ਵਿਆਹ ਵਾਲੀ ਕੁੜੀ ਤੋਂ ਵੱਧ ਵਿਆਹ ਦਾ ਚਾਹ ਨੈਣ ਨੂੰ ਹੁੰਦਾ ਸੀ। ਇਹ ਤਾਂ ਫੇਰ ਉਹਦਾ ਯਾਰ। ਜੇ ਹੁਕਮ ਹੋਵੇ ਤੇ ਇੱਕ ਗੱਲ ਕਹਾਂ, ਆਪਣੀ ਮੇਦ ਦਾ ਜੱਸ ਨਾਲ ਕੋਈ ਚੱਕਰ ਲੱਗ ਰਿਹਾ। ਮੈਂ ਤੇਰੇ ਚਪੇੜ ਮਾਰੂ ਸਾਲੇ ਦੇ, ਜੋ ਮੂੰਹ ਚਾਹੁੰਦਾ ਬਕਵਾਸ ਕਰਦਾ ਰਹਿੰਦਾ। ਜਿਸ ਦਿਨ ਉਹਨਾਂ ਕੋਈ ਚੰਨ ਚੜਦਾ ਨਾ, ਉਸ ਦਿਨ ਤੁਹਾਨੂੰ ਸੂਰਜ ਵੀ ਦਿਖਣਾ ਬੰਦ ਹੋ ਜਾਏਗਾ। ਤੁਸੀਂ ਆ ਗਏ? ਅੱਜ ਮੈਂ ਹੌਟ ਲੱਗ ਰਹੀ ਆ ਨਾ? हाँ भाभी, पूरा पटाखा। ਹਜੇ ਇਹਨੂੰ ਸਿੱਧਰਾ ਕਹਿੰਦੇ ਆ। ਜੀਜੂ ਸਿੱਧਰੇ ਬੰਦੇ ਨੂੰ ਭਾਗ ਲੱਗਦੇ ਆ। ਪਾਰਵਤੀ ਕੌਰ ਦੀਦੀ ਨੂੰ ਕੋਲ ਇਹਨਾਂ ਗੱਲਾਂ 'ਚ ਸਾਲਿਆ, ਮੈਂ ਉਹਨੂੰ ਕਹਿ ਰਿਹਾ ਲੱਡੂ ਖਾਣ ਦੀ ਤਿਆਰੀ ਕਰ ਲਾ। ਉੱਪਰ ਧਰਮਰਾਜ ਕੋਲੇ ਹਲਵਾਈ ਹੁੰਦੇ ਆ ਤੇ ਹੋਰ ਸਾਲੇ ਹਲਵਾਈ ਮਾਰ ਕੇ ਪਤਾਲ 'ਚ ਜਾਂਦੇ ਆ। ਜੀਜੂ ਤੁਸੀਂ ਇੱਥੇ ਕੀ ਕਰੋ ਗੁਲਾਬੀ? गोल्डी। ਹਾਂ ਤੁਸੀਂ ਇੱਥੇ ਕਰੋ ਗੋਲਡੀ। मैं ਇੱਥੇ ਕਮਰਾ ਸੁਣਾਉਣ ਆਇਆ ਸੀਗਾ। ਹਾਂ, ਕਾਦੇ ਨਾਲ? ਮੈਂ ਕਾਦੇ ਨਾਲ? ਓ ਫੁੱਲਾਂ ਨਾਲ। ਆ ਤਾਂ ਨਕਲੀ ਨੇ। ਫਿਰ ਕੀ ਹੈ, ਸ਼ਗਨੀ ਹੈ ਜੀ। ਵੈਸੇ ਭਾਬੀ ਜੀ ਨਾ, ਫੁੱਲਾਂ ਦੀ ਇੱਕ ਖਾਸੀਅਤ ਹੈ, ਜਿੰਨੇ ਮਰਜ਼ੀ ਮਿੱਧ ਲਓ ਮੁਰਝਾਉਂਦੀ ਨਹੀਂ ਹੈਗੇ। ਥੋੜਾ ਜਿਹਾ ਨਾ ਤੁਸੀਂ ਬਚਾ ਕੇ ਫੁੱਲਾਂ ਨੂੰ ਇੱਧਰ ਉੱਧਰ ਕਰਕੇ ਸੌਂ ਜਿਓ, ਕੰਡੇ ਜ਼ਿਆਦੇ ਨੇ। ਅੱਜ ਬਰਬਾਦ ਸੀ ਭਰਾਵਾ, ਕਿੰਨਾ ਚਿਰ ਕੰਮ ਚੱਲੂ? ਬਈ ਜਿੰਨੀ ਦੇਰ ਹੁਣ ਚੱਲੂਗਾ ਚਲਾਉਣਾ ਹੀ ਪੈਣਾ ਵਾ। ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ। ਉਹਦੇ ਹਿਸਾਬ ਨਾਲ ਇੱਥੇ ਉਹਦੇ ਸਹੁਰੇ ਨੇ, ਅਗਲੀ ਜਾਊਗੀ ਤਾਂ ਹੁਣ ਸਿੱਧੀ ਕੈਨੇਡਾ ਜਾਊਗੀ। ਫਿਰ ਕੈਨੇਡਾ ਲੈ ਜਾ ਖਸਮਾ। ਯਾਰ ਹੁਣ ਖੜੇ ਪੈਰੀ ਲੈ ਕੇ ਨਿਕਲ ਜਾ। ਇੱਕ ਮਿੰਟ ਥੱਲੇ ਬੈਠ। ਲੈ ਬੈਠੇ ਪੈਰੀ ਹੋ ਗਿਆ, ਹੁਣ ਨਿਕਲ। ਕੀ ਬਕਵਾਸ ਕਰ ਰਿਹਾ? ਉਹ ਦੇਖ ਭਰਾਵਾ, ਦੁਨੀਆ ਬਾਹਰ ਜਾਂਦੀ ਹੋਈ ਹੈ, ਤੂੰ ਵੀ ਕੋਈ ਬਿਮਾਰੀ ਸ਼ਮਾਰੀ ਦਾ ਬਹਾਨਾ ਲਾ ਕੇ ਨਾ ਇਲਾਜ ਕਰਾਉਣ ਲਈ ਭਰਜਾਈ ਨੂੰ ਲੈ ਕੇ ਤੂੰ ਫੁਰ ਹੋ ਬਸ। ਹੁਣ ਤੂੰ ਕਿੱਥੇ ਚੱਲਿਆ? ਕਿਉਂ, ਮੈਂ ਸੋਣਾ ਨਹੀਂ ਉੱਤੇ ਤੇਰੇ ਕਮਰੇ 'ਚ? ਉੱਤੇ ਉੱਲੂਆਂ ਦਾ ਟੱਬਰ ਜਾਗਦਾ ਬੈਠਾ ਹੋ। ਫਿਰ ਉਹਨਾਂ ਨੂੰ ਕਿਹੜਾ ਦਿਖਦਾ ਹੁੰਦਾ? ਸੁਣਦਾ ਤਾਂ ਹੁੰਦਾ। ਗੱਲ ਤਾਂ ਤੇਰੀ ਠੀਕ ਹੈ, ਤੂੰ ਚੰਗੇ ਉੱਲੂ ਪੁੱਠੇ ਟੰਗੇ ਯਾਰ। ਪੁੱਠੇ ਟੰਗੇ ਆ, ਉੱਲੂ ਸਿੱਧਾ ਤਾਂ ਨਹੀਂ ਕੀਤਾ। ਖੈਰ ਇਸ ਗੱਲੋਂ ਤਾਂ ਤੇਰੀ ਪਿੱਠ ਸੁਣਦੀ ਹੈ। ਯਾਰ ਦੇਖ, ਉਹਨਾਂ ਨੂੰ ਸੌ ਲੈਣ ਦੇ ਜਦ ਤੱਕ ਤੂੰ ਮੇਰੇ ਨਾਲ ਆ ਕੇ ਬੈਠ ਜਾ। ਹਾਂ ਮੇਰਾ ਬੁੱਗਾ, ਵਿਆਹ ਮੇਰਾ ਹੋਇਆ, ਕਾਲੀ ਤੈਨੂੰ ਪਈ ਆ। ਐ ਕੀ ਕਰ ਰਹੇ ਹੋ ਜੀਜੂ? ਮੈਨੂੰ ਨਾ ਪੌੜੀਆਂ ਤੇ ਦਰਵਾਜ਼ੇ ਦੀ ਕੁੰਡੀ ਖੜਕਣ ਦੀ ਆਵਾਜ਼ ਆਈ ਸੀ ਤੇ ਮੇਰੀ ਅੱਖ ਖੁੱਲ ਗਈ। ਮੈਂ ਕਿਹਾ ਕੋਈ ਬੰਦਾ ਬੁੰਦਾ ਹੀ ਨਾ ਹੋਵੇ, ਮੈਂ ਤਾਂ ਦੇਖਣ ਆਇਆ ਸੀ। ਕੁੰਡੀ ਦੀ ਅੰਨੇ ਆਵਾਜ਼ ਤਾਂ ਨਹੀਂ ਆਉਂਦੀ ਕਿ ਬੰਦਾ ਸੁੱਤਾ ਹੀ ਉੱਠ ਖੜਾ ਹੈ। ਤੈਨੂੰ ਤਾਂ ਪਤਾ ਟੋਨੀ, ਜਿੱਦਾਂ ਦੀ ਤੇਰੀ ਭੈਣ ਮਰੀ ਆ, ਮੇਰੀ ਤਾਂ ਰਾਤਾਂ ਦੀ ਨੀਂਦ ਹੀ ਘਟ ਗਈ। ਫਿਰ ਸਿੱਧਾ ਕਹੋ ਨਾ ਕਿ ਨੀਂਦ ਲਿਆਉਣ ਦਾ ਇੰਤਜ਼ਾਮ ਕਰ ਰਿਹਾ। ਕੀ ਬਕਵਾਸ ਕਰ ਰਿਹਾ? ਮੈਂ ਚਾਹੇ ਐਡਵੋਕੇਟ ਨਹੀਂ ਆ ਜੀਜੂ, ਪਰ ਰਹਿੰਦਾ ਤਾਂ ਸਾਰਾ ਦਿਨ ਐਡਵੋਕੇਟਾਂ 'ਚ ਹੀ ਆ ਨਾ।
ਤੁਸੀਂ ਸਮਝਦਾ ਗਏ ਹੋਗੇ ਕਿ ਮੈਂ ਕਿੱਥੋਂ ਬੋਲ ਰਿਹਾ। ਉੱਥੋਂ ਹੀ ਬੋਲ ਰਿਹਾ ਜਿੱਥੋਂ ਬਾਕੀ ਸਾਰੇ ਬੋਲਦੇ ਆ। ਕੀ ਹੋ ਗਿਆ ਸਾਹਿਬ ਜੀ, ਇੱਥੇ ਕਿਉਂ ਖੜੇ ਹੋ? ਆਹੋ ਇੱਥੇ ਕਿਉਂ ਖੜੇ ਹੋ? ਏਦਾਂ ਕਹੋ ਕੁੰਡੇ ਨਾ ਖੜਕਾ ਸੋਨਿਆ, ਸਿੱਧੇ ਹੀ ਇੱਥੇ ਆ। ਕੀ ਮਤਲਬ? ਮਤਲਬ ਮੈਂ ਸਮਝਾਉਣਾ, ਇਹ ਸਾਲਾ ਬਿੱਜੂ ਜੀ ਆਪਣੇ ਤੇ ਸ਼ੱਕ ਕਰਦਾ ਕਿ ਤੇਰਾ ਤੇ ਮੇਰਾ ਆਪਸ ਦੇ ਵਿੱਚ ਕੁਝ ਹਾਂ। ਤਾਂ ਹੀ ਮੈਂ ਤੇਰੇ ਕੋਲ ਅੱਧੀ ਰਾਤ ਨੂੰ ਮਿਲਣਾ ਆ। ਬੇੜਾ ਗਰਕ ਜਾਏ ਤੇਰਾ, ਮਰ ਜਾਣਿਆ। ਜੇ ਮੇਰੇ ਮਨ ਚ ਮੈਲ ਹੁੰਦੀ ਤਾਂ ਮੈਂ ਇਹਨਾਂ ਨੂੰ ਇੱਥੇ ਨਾ ਬੁਲਾਉਂਦੀ ਮੱਛਰਾਂ ਚ। ਮੈਂ ਅੰਦਰ ਚਲੀ ਜਾਂਦੀ ਏਸੀ ਚ। ਸੁਣ ਲਿਆ, ਮੈਂ ਸੁਣਨ ਸੁਣਾਉਣ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਜੋ ਆਪਣੀ ਅੱਖਾਂ ਦੇ ਨਾਲ ਦੇਖਿਆ ਉਹੀਓ ਬੋਲ ਰਿਹਾ। ਨਾਲੇ ਇੱਕ ਗੱਲ ਧਿਆਨ ਨਾਲ ਸੁਣ ਲਓ ਜੀਜੂ, ਇਹਨੂੰ ਮੈਂ ਆਪਣੇ ਦਿੱਦੇ ਦਾ ਘਰ ਨਿਵਟਣ ਦਿਆਂਗਾ। ਸਾਲਾ ਘਰ ਪੱਟਣ ਨੂੰ ਇਹ ਕਹੀ ਚੱਕੀ ਖੜੀ ਆ। ਆਈਆਂ ਜਾਂਦਾ ਕਈ ਚੱਕੇ ਹੁੰਦੇ ਆ। ਸਰ ਜੀ ਮੇਰੇ ਕੋਲੋਂ ਹੋਰ ਬਰਦਾਸ਼ਤ ਨਹੀਂ ਹੋਣਾ, ਮੇਰਾ ਤੁਸੀਂ ਸਵੇਰੇ ਹਿਸਾਬ ਕਰ ਦਿਓ ਬਸ। ਉਹ ਤੂੰ ਸਵੇਰ ਨੂੰ ਰੋਣੀ ਆ? ਮੈਨੂੰ ਲੱਗ ਰਿਹਾ ਸੀ ਜੀਜੂ ਤੇਰਾ ਉਹਨੇ ਹਿਸਾਬ ਕਿਤਾਬ ਕਰਾਉਣ ਨੂੰ ਫਿਰਦਾ ਸੀ। ਸਾਲਾ ਇਹ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ। ਨਾ ਮੈਨੂੰ ਬੇਵਕੂਫ ਸਮਝ ਰਹੇ ਹੋ? ਕਹਿੰਦੇ ਸੀ ਦਰਵਾਜ਼ੇ ਦੀ ਕੁੰਡੀ ਖੁੱਲਣ ਦੀ ਆਵਾਜ਼ ਆ ਰਹੀ ਹੈ, ਦਰਵਾਜ਼ਾ ਤਾਂ ਬੰਦ ਪਿਆ। ਸਾਲਿਆ ਹੁਣ ਬੰਦ ਕੀਤਾ ਮੈਂ ਆ ਕੇ। ਜੀਜੂ ਕੀੜੇ ਪੈ ਜਾਣ ਤੇਰੇ ਟੁੱਟ ਪੈਣੇ ਆ। ਸੁੱਤੀ ਪਈ ਏ ਬਦਨਾਮ ਕਰਤੀ। ਮੀਤ ਮੇਰੀ ਮੀਤ 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 ਕੀ ਹੋ ਗਿਆ ਜਸ? ਮੀਤ ਮੈਂ ਸਾਰੀ ਰਾਤ ਨਹੀਂ ਸੁੱਤਾ, ਲੱਤਾਂ ਮੇਰੀਆਂ ਦੋਹੇ ਸੌਂ ਗਈਆਂ। ਐਦਾਂ ਲੱਗਦਾ ਜਿਵੇਂ ਮੇਰੀਆਂ ਲੱਤਾਂ 'ਚ ਖੂਨ ਦਾ ਦੌਰਾ ਬੰਦ ਹੋ ਗਿਆ ਹੋਵੇ। ਜਸ ਕਈ ਵਾਰੀ ਲੱਤ ਵੈਸੇ ਹੀ ਸੌ ਜਾਂਦੀ ਹੁੰਦੀ ਆ। ਨਹੀਂ ਮੀਤ ਸੌਰੀ, ਮੈਂ ਪਿਛਲੇ 2 ਘੰਟੇ ਤੋਂ ਹਿਲਾ ਰਿਹਾ, ਐਨੀ ਦੇਰ 'ਚ ਤਾਂ ਕੁੰਭ ਕਰਨ ਉੱਠ ਜੇ, ਲੱਤਾਂ ਨਹੀਂ ਉੱਠ ਰਹੀਆਂ। ਮੈਨੂੰ ਲੱਗਦਾ ਉਹੀ ਪ੍ਰੋਬਲਮ ਹੋ ਗਈ ਜਿਹਦਾ ਮੈਨੂੰ ਡਾਕਟਰ ਨੇ 2 ਮਹੀਨੇ ਪਹਿਲਾਂ ਸ਼ੱਕ ਪਾਇਆ ਸੀ। ਤੁਸੀਂ ਕੀ ਕਹਿ ਰਹੇ ਹੋ ਜਸ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਤੇਰੇ ਪਤੀ ਦੀ ਲੱਤਾਂ ਗਈ ਮੀਤ, ਤੇਰਾ ਪਤੀ ਲੈਗ ਆਊਟ ਹੋ ਗਿਆ ਤੇ ਇਸ ਬਿਮਾਰੀ ਦਾ ਇਲਾਜ ਇੰਡੀਆ 'ਚ ਹੈ ਵੀ ਨਹੀਂ। ਆਪਾਂ ਨੂੰ ਕੈਨੇਡਾ ਜਾਣਾ ਪੈਣਾ। ਕੈਨੇਡਾ ਜਾਣਾ ਪੈਣਾ? ਜਾਣਾ ਹੀ ਪੈਣਾ ਮੀਤ। ਬਿਨਾਂ ਲੱਤਾਂ ਵਾਲੇ ਪਤੀ ਦਾ ਤੂੰ ਕੀ ਕਰੇਂਗੀ? ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਫਟਿਆ ਤੇ ਐ ਚੱਲਦਾ। ਤੁਸੀਂ ਟੈਨਸ਼ਨ ਨਾ ਲਓ, ਮੈਂ ਅੱਜ ਹੀ ਤੁਹਾਡਾ ਵੀਜ਼ਾ ਅਪਲਾਈ ਕਰਦੀ ਹਾਂ। ਦੇਖਿਆ ਕੈਨੇਡਾ ਦਾ ਨਾਂ ਲੈਂਦੀ ਹਿਲਜੁਲ ਸ਼ੁਰੂ ਹੋ ਗਈ। ਉਮੀਦ ਜਾਗ ਗਈ ਨਾ ਇਲਾਜ ਦੀ। ਮੈਂ ਅੱਜ ਹੀ ਡਾਕੂਮੈਂਟ ਸਬਮਿਟ ਕਰਦੀ ਹਾਂ। ਬਸ ਜੋ ਵੀ ਕਰਨਾ ਚੁੱਪ ਚੁਪੀਤੇ ਕਰਨਾ ਮੀਤ। ਜੇ ਡੈਡੀ ਜੀ ਨੂੰ ਇਹ ਖਬਰ ਸੁਣ ਕੇ ਕੁਝ ਹੋ ਗਿਆ, ਮੈਂ ਇੱਥੋਂ ਤਾਂ ਭੱਜ ਰੱਠ ਵੀ ਨਹੀਂ ਹੋਣੀ ਹੈਗੀ। ਗੁੱਡ ਮਾਰਨਿੰਗ ਮੀਤ ਬੇਟੇ। ਹਾਂਜੀ ਡੈਡੀ। ਸਵੇਰੇ ਸਵੇਰੇ ਕਿੱਥੇ ਚੱਲੇ? ਕਿਤੇ ਨਹੀਂ ਡੈਡੀ। ਪਰ ਇੰਨਾ ਘਬਰਾਏ ਕਿਉਂ? ਸਭ ਠੀਕ ਤਾਂ ਹੈ? ਕੁਝ ਵੀ ਤਾਂ ਠੀਕ ਨਹੀਂ ਡੈਡੀ ਜੀ। ਹੋਇਆ ਕੀ? ਡੈਡੀ ਜੀ ਇਹਨਾਂ ਦੀਆਂ ਲੱਤਾਂ ਖੜ ਗਈਆਂ। ਲੱਤਾਂ ਖੜ ਗਈਆਂ? ਮੈਂ ਨਹੀਂ ਮੰਨਦਾ। ਉਹ ਇਹਨੇ ਤਾਂ ਜੰਮਦੇ ਨੇ ਦਾਈ ਦੇ ਲੱਤ ਮਾਰੀ ਸੀ। ਅੱਗੋਂ ਦਾਈ ਨੇ ਵੀ ਕਹਿਤਾ ਸੀ ਬਈ ਇਹ ਦਿਮਾਗ ਦਾ ਮੋਟਾ ਕਦੇ ਵੀ ਖੜ ਸਕਦਾ, ਪਰ ਲੱਤਾਂ ਦੀ ਪੂਰੀ ਗਾਰੰਟੀ ਆ। ਦਿਮਾਗ ਤਾਂ ਪੂਰਾ ਚੱਲ ਰਿਹਾ, ਬਸ ਲੱਤਾਂ ਹੀ ਨਹੀਂ ਚੱਲ ਰਹੀਆਂ। ਅੱਛਾ ਮੈਂ ਵੇਖ ਕੇ ਨਹੀਂ ਨਹੀਂ ਨਹੀਂ, ਤੁਸੀਂ ਅੰਦਰ ਨਾ ਜਾਇਓ। ਇਹਨਾਂ ਮੈਨੂੰ ਤੁਹਾਨੂੰ ਦੱਸਣ ਲਈ ਮਨਾ ਕੀਤਾ ਸੀ ਵੀ ਇਸ ਉਮਰੇ ਕਿਤੇ ਡੈਡੀ ਨੂੰ ਟੈਨਸ਼ਨ ਨਾ ਹੋ ਜਾਏ, ਪਰ ਮੈਂ ਟੈਨਸ਼ਨ 'ਚ ਤੁਹਾਨੂੰ ਦੱਸ ਬੈਠੀ। ਪਰ ਤੁਸੀਂ ਟੈਨਸ਼ਨ ਨਹੀਂ ਲੈਣੀ, ਇਹਦਾ ਇਲਾਜ ਕੈਨੇਡਾ ਹੈ। ਮੈਂ ਇਹਨਾਂ ਦਾ ਹੀ ਵੀਜ਼ਾ ਅਪਲਾਈ ਕਰਨ ਚੱਲੀ ਆ। ਕੈਨੇਡਾ 'ਚ ਇਲਾਜ? ਹਾਂ। ਉਹ ਕਿਹੜੀ ਚੀਜ਼ ਆ ਜਿਹਦਾ ਅੱਜ ਕੱਲ ਇੰਡੀਆ 'ਚ ਇਲਾਜ ਨਹੀਂ? ਐਵੇਂ ਨਹੀਂ ਤੀਜੇ ਦਿਨ ਟਰੰਪ ਇੱਥੇ ਤੁਰਿਆ ਫਿਰਦਾ। ਮੈਂ ਇੱਕ ਬਹੁਤ ਵੱਡੇ ਹਕੀਮ ਨੂੰ ਜਾਣਦਾ ਜਿਹੜਾ ਖੜੇ ਹੱਡ ਪੈਰਾਂ ਨੂੰ ਮਿੰਟਾਂ ਸਕਿੰਟਾਂ ਚਲਾ ਦਿੰਦਾ। ਆਪਾਂ ਉਹਦੇ ਕੋਲ ਚੱਲਦੇ ਆਂ। ਹਜੇ ਤਾਂ ਸਿਰਫ ਲੱਤਾਂ ਹੀ ਆਕੜੀਆਂ ਨੇ, ਹੋਰ ਨਾ ਕਿਤੇ ਪੂਰਾ ਸਰੀਰ ਹੀ ਆਕੜ ਜੇ। ਆਜੋ। ਆ ਗਿਆ ਹਕੀਮ ਮੰਗਲ ਚੰਦ ਦਾ ਕਲੀਨਿਕ। ਬੇਟੇ ਘਬਰਾਈ ਨਾ, ਇਹ ਸ਼ਕਲੋਂ ਹਕੀਮ ਘੱਟ ਤੇ ਸ਼ਿਲਾਜੀਤ ਵੇਚਣ ਵਾਲਾ ਵੱਧ ਲੱਗਦਾ। ਉਹ ਤਾਂ ਲੱਤਾਂ ਹਿਲਾ ਹੀ ਨਹੀਂ ਸਕੇ। ਅੱਛਾ, ਇਹਦਾ ਮਤਲਬ ਲੱਤਾਂ 'ਚ ਕੋਈ ਹਲਚਲ ਨਹੀਂ? ਬਿਲਕੁਲ ਵੀ ਨਹੀਂ। ਸਵੇਰੇ ਜਦ ਇਹਨਾਂ ਦਾ ਲੱਤ ਤੇ ਲੱਤ ਰੱਖ ਕੇ ਬਹਿਣ ਨੂੰ ਜੀ ਕੀਤਾ, ਰੱਖਿਓ ਹੀ ਨਹੀਂ ਗਈ। ਮੈਨੂੰ ਇਹਨਾਂ ਦੀ ਇੱਕ ਲੱਤ ਚੱਕ ਕੇ ਦੂਜੀ ਲੱਤ ਤੇ ਰੱਖਣੀ ਪਈ। ਦੇਖ ਲਓ ਹਕੀਮ ਸਾਹਿਬ, ਲੱਤਾਂ ਭਾਵੇਂ ਖੜ ਗਈਆਂ ਪਰ ਚਾਹ ਪੂਰੇ ਕਰਨੋਂ ਨਹੀਂ ਹਟਦਾ। ਐਂ ਦੱਸੋ ਵੀ ਲੱਤਾਂ 'ਚ ਕੋਈ ਆਵਾਜ਼ ਆਉਂਦੀ ਹੈ? ਨਹੀਂ। ਕਿਦਾਂ ਦੀਆਂ ਗੱਲਾਂ ਕਰਦੇ ਹੋ ਹਕੀਮ ਸਾਹਿਬ? ਕਦੇ ਲੱਤਾਂ 'ਚੋਂ ਵੀ ਆਵਾਜ਼ ਆਈ ਹੈ? ਹਾਂ, ਲੱਤਾਂ ਪੈਂਦੀਆਂ ਦੀ ਆਵਾਜ਼ ਅਸੀਂ ਕਈ ਵਾਰੀ ਸੁਣੀ ਦੀ ਹੈ ਜਦੋਂ ਕਦੇ ਥਾਣੇ ਕੋਲ ਦੀ ਲੰਘੀ ਦਾ। ਉਹ ਪਰ ਮੈਂ ਬਿਨਾਂ ਥਾਣੇ ਤੋਂ ਵੀ ਲੱਤਾਂ ਦੀ ਆਵਾਜ਼ ਸੁਣ ਲੈਣਾ। ਮੇਰਾ ਬਾਹ ਲੱਤਾਂ ਨਾਲ ਹੀ ਪੈਂਦਾ। ਇੱਥੇ ਇਲਾਜ ਹੋ ਜਾਊਗਾ ਕਿ ਸਾਨੂੰ ਕੈਨੇਡਾ ਜਾਣਾ ਪਊ? ਲਾ, ਕੈਨੇਡਾ ਜਾਣ ਦੀ ਕੀ ਲੋੜ ਹੈ? ਕੈਨੇਡਾ ਵਾਲਾ ਤਾਂ ਮੈਨੂੰ ਫੋਨ ਤੇ ਪੁੱਛ ਕੇ ਇਲਾਜ ਕਰਦੇ ਆ ਵੀ ਕੋਈ ਵਾਧੂ ਚੱਪਣੀ ਪਈ ਹੈ। ਉਹ ਢਿੱਲੋਂ ਸਾਹਿਬ ਤੁਸੀਂ ਫਿਕਰ ਨਾ ਕਰੋ, ਤੁਸੀਂ ਐਂ ਦੱਸੋ ਵੀ ਲੱਤਾਂ ਕਿੱਥੇ ਆ? ਯਾਰ ਲੱਤਾਂ ਅਸੀਂ ਝੋਲੇ 'ਚ ਲੈ ਕੇ ਆਉਣੀਆਂ ਸੀ, ਇਹ ਪੁੱਛੋ ਮੁੰਡਾ ਕਿੱਥੇ ਆ? ਸਾਨੂੰ ਸਿਰਫ ਸਾਡਾ ਟਾਰਗੇਟ ਦੀਦਾ। ਚਲੋ ਤੁਹਾਡੀ ਮੰਨ ਲੈਂਦੇ, ਤੁਸੀਂ ਐਂ ਦੱਸੋ ਬਈ ਲੱਤਾਂ ਵਾਲਾ ਮੁੰਡਾ ਕਿੱਥੇ ਆ? ਜੱਸ ਕਿਵੇਂ ਜੱਸ? ਠੀਕ ਹੈ ਗੋਲਡੀ ਵੀਰੇ। ਕਿਵੇਂ ਨਿੱਕੀ ਜਾ ਕਰੀ ਪਿਆ? ਗੋਲਡੀ ਮੀਤ ਨੂੰ ਕੈਨੇਡਾ ਲੈ ਕੇ ਜਾਣ ਦਾ ਪੂਰਾ ਇੰਤਜ਼ਾਮ ਕਰ ਲਿਆ ਤੇਰੇ ਭਰਾ ਨੇ। ਓ ਵਾਓ, ਵੈਰੀ ਗੁੱਡ। ਬਸ ਤੇ ਮੇਰਾ ਇੱਕ ਛੋਟਾ ਜਿਹਾ ਕੰਮ ਕਰਨਾ। ਹੁਕਮ ਕਰ। ਜੇ ਤੇਰੇ ਡੈਡੀ ਨੇ ਤੈਨੂੰ ਪੁੱਛਿਆ ਨਾ ਵੀ ਤੇਰੀਆਂ ਲੱਤਾਂ ਖੜ ਗਈਆਂ,
ਤੇ ਤੂੰ ਹਾਂ ਕਹਿਦੀ ਨਾ। ਹੁਣ ਆ ਕੀ ਨਵਾਂ ਪੰਗਾ ਹੈ? ਵੀਰੇ ਵੀਜ਼ਾ ਆਏ ਤੇ ਭੰਗੜੇ ਪੈਣਗੇ ਭੰਗੜੇ। ਗੋਲਡੀ ਵੀਰੇ ਆ ਲੱਤਾਂ ਦੇ ਇਲਾਜ ਦੇ ਬਹਾਨੇ ਤਾਂ ਮੈਂ ਮੀਤ ਨੂੰ ਕੈਨੇਡਾ ਜਾਣ ਲਈ ਤਿਆਰ ਕੀਤਾ ਵਾ। ਮਤਲਬ ਬੰਦਾ ਹੁਣ ਆਪਣੇ ਘਰ ਦੇ ਸਾਹਮਣੇ ਚੱਲਣੋਂ ਵੀ ਗਿਆ? ਐ ਕਿਵੇਂ ਚੱਲਣ ਹੋ ਗਿਆ? ਮੈਂ ਤੁਹਾਡੇ ਮਨਾ ਕਰਨ ਦੇ ਬਾਵਜੂਦ ਡੈਡੀ ਜੀ ਨੂੰ ਦੱਸ ਬੈਠੀ ਉਹ ਦੇਸੀ ਹਕੀਮ ਲੈ ਕੇ ਆਇਆ। आओ जी हकीम साहब आओ। बेटे चिंता नहीं करनी, हकीम साहब सब ठीक कर देंगे। हाँ मैं वो सब ठीक कर दूंगा। ਪਹਿਲਾਂ ਸਭ ਜਨਾਨੀਆਂ ਨੂੰ ਬਾਹਰ ਕੱਢ ਦਿਓ। ਇੱਥੇ 10 ਜਨਾਨੀਆਂ ਖੜੀਆਂ, ਲੈ ਦੇ ਕੇ ਇੱਕ ਤਾਂ ਜਨਾਨੀ ਆ। ਪਰ ਜਿਹੜੀ ਵੀ ਹੈਗੀ ਇਹਨੂੰ ਬਾਹਰ ਕੱਢੋ ਕਿਉਂਕਿ ਇਲਾਜ ਬੜਾ ਟੇਢਾ ਇਹ ਤੋਂ ਦੇਖਿਆ ਨਹੀਂ ਜਾਣਾ। ਤੁਸੀਂ ਹੌਸਲਾ ਰੱਖਿਓ, ਸਭ ਠੀਕ ਹੋ ਜਾਊਗਾ। ਹਾਂ ਹੁਣ ਮੇਰੀ ਗੱਲ ਸੁਣੋ, ਮੈਨੂੰ ਤੁਸੀਂ ਐਂ ਦੱਸੋ ਵੀ ਤੁਹਾਡੇ ਚੋਂ ਮਰੀਜ਼ ਕਿਹੜਾ? ਮਤਲਬ ਆ ਲੱਤਾਂ ਨੇ ਜੀ ਮਰੀਜ਼। ਲੈ ਮੈਂ ਤਾਂ ਗੁੰਗਿਆਂ ਨੂੰ ਬੋਲਣ ਲਾਤਾ, ਬੋਲਿਆਂ ਨੂੰ ਸੁਣਨ ਲਾਤਾ, ਲੰਗੜਿਆਂ ਨੂੰ ਤੁਰਨ ਲਾਤਾ। ਹੁਣ ਦੱਸੋ ਬੱਚਾ ਬਿਮਾਰੀ ਕਦੋਂ ਤੋਂ ਸ਼ੁਰੂ ਹੋਈ? अब आज सवेर तो एकदम हिलजुल बंद हो गई ते लत्तां सुन्न हो गईयां। बेटे दिल ना छड्डो, हकीम साहब ने बड़ियां बड़ियां बीमारियां ठीक कीतियां। ढिल्लों साहब गोल्डी ने देसी इलाज नाल ठीक नहीं होना। तू ठीक नहीं होना। हाँ ठीक नहीं होना। ओहो बुग्गे घबराउने क्यों? ਮੰਨਿਆ ਕਿ ਇਲਾਜ ਥੋੜਾ ਟੇਢਾ ਭਾਵੇਂ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਪਰ ਮੈਂ ਕਰਾਂਗਾ ਗਾਰੰਟੀ ਨਾਲ। ਦੇਖੋ ਤੁਹਾਡੇ ਭਾਵੇਂ ਤੁਹਾਡੇ ਇੱਥੇ ਪਰ ਲੱਤਾਂ ਮਿਲਖਾ ਸਿਓ ਵਾਂਗੂ ਭੱਜਣਗੀਆਂ। ਫਿਰ ਮੈਨੂੰ ਉਲਾਮਾ ਨਹੀਂ ਦੇਣਾ ਕਿ ਓਵਰ ਸਪੀਡ ਕਰਕੇ ਲੱਤਾਂ ਨਾਲ ਚਲਾਨ ਕੱਟਿਆ ਗਿਆ। ਉਹ ਹਕੀਮ ਸਾਹਿਬ ਕੀ ਟ੍ਰੈਫਿਕ ਰੂਲ ਜੇ ਸਮਝਾਈ ਜਾਂਦੇ ਹੋ? ਜਿਹੜਾ ਕੰਮ ਕਰਨਾ ਉਹ ਕਰੋ। ਹਾਂ ਆ ਦੇਖੋ ਮਹਿਸੂਸ ਹੋ ਰਿਹਾ? नहीं हो रहा। नहीं ਹੁਣ ना बिल्कुल भी नहीं। ਹੁਣ ਤਾਂ ਜਮੇ ਨਹੀਂ ਹੋਇਆ। ਨਾ हकीम साहब हथ ਤਾਂ ਪਾਇਓ ਜੇ ਬਿਮਾਰੀ ਸਮਝ ਆਉਂਦੀ ਹੈ, ਨਹੀਂ ਤਾਂ ਕੋਰਾ ਜਵਾਬ ਦੇ ਦਿਓ, ਥੋੜੀ ਪੇਮੈਂਟ ਹੋ ਜਾਊਗੀ ਹੈ ਨਾ। ਹਾਂ ਮੈਂ ਸਭ ਸਮਝ ਗਿਆ। ਇੱਕ ਤਾਂ ਟੈਨਸ਼ਨ ਨਹੀਂ ਲੈਣੀ, ਘਬਰਾਉਣਾ ਨਹੀਂ। ਜੇ ਜੀ ਕੱਚਾ ਹੋਵੇ ਤਾਂ ਦੰਦਾਂ ਥੱਲੇ ਜੀਭ ਦਬਾ ਕੇ ਬੈਠ ਜਾਣਾ ਤੇ ਜਦੋਂ ਮਹਿਸੂਸ ਹੋਇਆ ਤਾਂ ਬੋਲ ਕੇ ਦੱਸਣਾ, ਠੀਕ ਹੈ? ਮਹਿਸੂਸ ਹੋਇਆ? ਨਾ ਇਹ ਹੁਣ ਮਹਿਸੂਸ ਹੋਇਆ? महसूस नहीं हो रहा। ये महसूस नहीं हो रहा फिर चीख क्यों मारी? सटी लगी देख के चीख निकल गई। अच्छा मैं लग रहा था स्टैंड लगा पर तू अपना स्टैंड नहीं छड़ना। जे महसूस नहीं हो रहा तो कह भी महसूस नहीं हो रहा। क्यों जी? बिल्कुल नहीं ਹੁਣ ਦੱਸ मैं ठीक नहीं होना। तू जा यार ਜਦੋਂ ਕਹਿ ਰਿਹਾ ਮੈਂ ਨਹੀਂ ਠੀਕ ਹੋਣਾ ਤੂੰ ਜਾ। ਐਦਾਂ ਕਿੱਦਾਂ? ਉਹ ਮੈਂ ਆਪਣਾ ਗਾਹਕ ਕੈਨੇਡਾ ਨਹੀਂ ਜਾਣ ਦਿੰਦਾ, ਇਹਨੂੰ ਤਾਂ ਮੈਂ ਇੱਥੇ ਹੀ ਠੀਕ ਕਰੂੰਗਾ। ਹੁਣ ਹੋਇਆ ਮਹਿਸੂਸ? ਨਾ ਅੱਛਾ ਉਰੇ ਪਰੇ ਖਿੱਚਣਾ ਨਹੀਂ। एक मिनट ਇਹਨੇ ਸੱਚੀ ਉਖੜਾ ਦੇਣੀ ਨੇ। ਸੱਚੀ ਉਖੜਾ ਦੇਣੀ ਹੈ? ਕੀ ਮਤਲਬ? ਉਹ ਮਤਲਬ ਲੱਤਾਂ ਟੈਂਪਰੇਰੀ ਖੜੀਆਂ ਨੇ, ਜਿਹੜੇ ਹਿਸਾਬ ਨਾਲ ਸਾਲਾ ਡਾਂਗਾ ਮਾਰ ਰਿਹਾ ਨੇ ਪਰਮਾਨੈਂਟ ਖੜਾ ਦੇਣੀਆਂ ਨੇ। ਜਲਾਦ ਨਾ ਹੋਵੇ ਤਾਂ। ਉਹ ਮੈਨੂੰ ਜਲਾਦ ਕਿਹਾ? ਉਹ ਅਸੀਂ ਖਾਨਦਾਨੀ ਹਕੀਮ ਹੁੰਨੇ ਆ। मैं कमली यार दे कमली मैं कमली ओ मेरे रब्बा, ओ मेरा मुंडा ठीक हो गया, ओ मेरा मुंडा ठीक हो गया। ਉਹ ਮੈਂ ਤਾਂ ਉਹ ਵੀ ਬੰਦਾ ਖੜਾ ਕਰਦਾ ਸੀ ਜਿਹਦੀਆਂ ਲੱਤਾਂ ਹੀ ਹੈ ਨਹੀਂ ਸੀ। ਮੀਤ ਪੁੱਤਰ ਤੇਰਾ ਘਰ ਵਾਲਾ ਜਮਾ ਹੀ ਠੀਕ ਹੋ ਗਿਆ। ਉਹ ਸ਼ੁਕਰ ਹੈ ਰੱਬਾ, ਨਹੀਂ ਲੋਕਾਂ ਨੇ ਮੈਨੂੰ ਮਿਹਣੇ ਮਾਰਨੇ ਸੀ ਕਿ ਕੰਮ ਤਾਂ ਮੁੰਡੇ ਦਾ ਪਹਿਲਾਂ ਹੀ ਖੜਾ ਸੀ, ਹੁਣ ਲੱਤਾਂ ਵੀ ਖੜਾਤੀਆਂ। ਥੈਂਕ ਯੂ ਡੈਡੀ, ਤੁਸੀਂ ਇੱਥੇ ਇਲਾਜ ਕਰਾਤਾ, ਨਹੀਂ ਤਾਂ ਖੜੇ ਪੈਰ ਕੈਨੇਡਾ ਜਾਣਾ ਪੈਣਾ ਸੀ। ਕੋਈ ਲੋੜ ਨਹੀਂ ਐਡੀ ਜਲਦੀ ਕੈਨੇਡਾ ਕਨੂਡਾ ਜਾਣ ਦੀ। ਪਹਿਲਾਂ ਐਡਵੋਕੇਟ ਢਿੱਲੋਂ ਆਪਣੇ ਮੁੰਡੇ ਦੇ ਵਿਆਹ ਦਾ ਚਾਅ ਤਾਂ ਪੂਰਾ ਕਰ ਲਵੇ। ਬੇਟੇ ਮੀਤ। ਹਾਂਜੀ ਡੈਡੀ। ਆਪਾਂ ਨੂੰ ਲੱਤਾਂ ਠੀਕ ਕਰਾਉਣ ਦਾ ਕੀ ਫਾਇਦਾ ਹੋਇਆ ਜੇ ਸਾਰੀ ਦਿਹਾੜੀ ਜੁੜ ਕੇ ਘਰੇ ਮੰਜੇ ਨਾਲ ਹੀ ਬਹਿਣਾ? ਮੈਂ ਸਮਝੀ ਨਹੀਂ। ਜਦੋਂ ਸਾਡਾ ਵਿਆਹ ਹੋਇਆ ਸੀ ਨਾ, ਮੈਂ ਤੇ ਤੇਰੀ ਸੱਸ ਪਾਰਵਤੀ ਕੌਰ ਨੇ 1 ਸਾਲ ਪੂਰਾ ਘਰੇ ਵੜ ਕੇ ਨਹੀਂ ਦੇਖਿਆ ਸੀ ਤੇ ਤੁਸੀਂ ਘਰੋਂ ਬਾਹਰ ਹੀ ਨਹੀਂ ਨਿਕਲਦੇ। ਜੇ ਹੋਰ ਨਹੀਂ ਤਾਂ ਘੱਟੋ ਘੱਟ ਜਾ ਕੇ ਆਪਣਾ ਫਾਰਮ ਹਾਊਸ ਹੀ ਦੇਖ ਆਓ। ਜੀ ਡੈਡੀ, ਵੈਸੇ ਸੀ ਪਹਿਲੀ ਵਾਰੀ ਇੱਕ ਫਾਰਮ ਹਾਊਸ ਤੇ ਮਿਲੇ ਸੀ। ਸਾਲਾ ਕਿਹੜੇ ਪਾਸਿਓਂ ਸਿੱਧਰਾ?
चंगा ओके 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 क्यों है ਆ ਕੀ ਆ नजर बटू है ਹਟਾਓ ਇਹਨੂੰ ਮੈਨੂੰ ਬਹੁਤ ਡਰ ਲੱਗਦਾ ਹੈ ਜੋ ਭੂਤਾ ਭਾਤਾ ਤੋਂ गल मुकदी है बई मीत भूतां तो फुल डरदी है यही एक तरीका ਉਹਨੂੰ ਇਸ ਘਰ ਚੋਂ ਬਾਹਰ ਲੈ ਜਾਣ ਦਾ ਚਿੰਤਾ ਨਾ ਕਰ ਘਰ 'ਚ ਤੇ ਭੂਤ ਨਚਾ ਦੇਾਂਗੇ ਆਪਾਂ ਗੇਮ ਖੇਡ ਜੋ ਉਹਨੂੰ ਇਹ ਘਰ ਕਬਰਸਤਾਨ ਲੱਗਣ ਲਾ ਦਿਓ ਕਬਰਸਤਾਨ ਆ ਲੋ ਗਰਮਾ ਗਰਮ ਪਕੌੜੇ ਕੀ ਗੱਲ ਕੋਈ ਟੈਨਸ਼ਨ ਹੈ ਨਹੀਂ ਨਹੀਂ ਉਹ ਦੋ ਭੰਗੜੇ ਵਾਲੇ ਮੁੰਡੇ ਦਾ ਕੀ ਬਣਿਆ ਜਿਹੜੇ ਹੁਣ ਵੀ ਭੂਤ ਬਣ ਕੇ ਇਸ ਘਰ 'ਚ ਘੁੰਮ ਰਹੇ ਨੇ ਅਬ ਉਹ ਯਾਰ ਤੂੰ ਹੁਣ ਸਾਰੀ ਗੱਲ ਇਹਦੇ ਮੂਰੇ ਨਾ ਬੋਲਣ ਲੱਗ ਜੀ ਕਿਉਂ ਉਹਦੇ ਮੂਰੇ ਕਿਉਂ ਨਾ ਬੋਲਾਂ ਉਹ ਵੀ ਆਖਰਕਾਰ ਇਸ ਘਰ ਦੀ ਜੀ ਹੈ ਉਹ ਤਾਂ ਜੀਣਾ ਵੀ ਇੱਥੇ ਤੇ ਮਰਨਾ ਵੀ ਇੱਥੇ ਉਹ ਦੋ ਭੰਗੜੇ ਵਾਲੇ ਮੁੰਡੇ ਢਿੱਲੋਂ ਸਾਹਿਬ ਦੀ ਗਲਤੀ ਮਤਲਬ ਇਹਦੇ ਡੈਡੀ ਦੀ ਗਲਤੀ ਕਰਕੇ ਫਾਂਸੀ ਚੜ ਗਏ ਵਿਚਾਰੇ ਉਹ ਹੁਣ ਵੀ ਆਪਣੀ ਡੈਥ ਐਨਵਰਸਰੀ ਤੇ ਇਸ ਘਰ ਦੇ ਵਿੱਚ ਆਉਂਦੇ ਨੇ ਤਾਂ ਕਿ ਢਿੱਲੋਂ ਤੇ ਉਹਦੇ ਮੁੰਡੇ ਤੋਂ ਬਦਲਾ ਲੈ ਸਕਣ ਆ ਗੱਲ ਸੱਚ ਓ ਯਾਰ ਤੂੰ ਕੀ ਬੋਲੀ ਜਾਨਾ ਮਾ ਮੀ ਤਾਂ ਐਵੇਂ ਨਾ ਘਬਰਾ ਓ ਯਾਰ ਤੁਸੀਂ ਕਿਉਂ ਸੱਚ ਬੋਲ ਕੇ ਕੁੜੀ ਨੂੰ ਡਰਾ ਰਹੇ ਹੋ ਹੁਣ ਕਿਤੇ ਇਹਨੂੰ ਮਹੀਨੇ ਵਾਲੀ ਗੱਲ ਨਾ ਦੱਸਣ ਲੱਗ ਜਿਓ ਕਿਉਂ ਨਾ ਦਸੀਏ ਮਹੀਨੇ ਵਾਲੀ ਗੱਲ ਹੈ ਅਗਲੀ ਇਸ ਘਰ ਦੀ ਮੈਂਬਰ ਹੈ ਹੁਣ ਇਹਦਾ ਜੀਣਾ ਵੀ ਇਸ ਘਰ ਦੇ ਵਿੱਚ ਤੇ ਇਹਦਾ ਮਰਨਾ ਵੀ ਇਸ ਘਰ ਦੇ ਵਿੱਚ ਦਰਅਸਲ ਇਹਨੇ ਨਾ ਡੈਥ ਐਨਵਰਸਰੀ ਵਾਲੀ ਬਕਵਾਸ ਮਾਰੀ ਹੈ ਉਹ ਮੁੰਡੇ ਇੱਕ ਦਿਨ ਨਹੀਂ ਉਹ ਤੇ ਜਿਹੜੇ ਮਹੀਨੇ ਫਾਂਸੀ ਚੜਾਏ ਗਏ ਸੀ ਨਾ ਪੂਰਾ ਮਹੀਨਾ ਇਸ ਘਰ ਦੇ ਵਿੱਚ ਹੀ ਨੱਚ ਕੇ ਯੂਥ ਫੈਸਟੀਵਲ ਮਨਾਉਂਦੇ ਔਰ ਬਾਈ ਚਾਂਸ ਮਹੀਨਾ ਚੱਲ ਵੀ ਹੋ ਹੀ ਰਿਹਾ ਯੈਸ ਓ ਯਾਰ ਮੈਂ ਮੰਨਦਾ ਤੁਹਾਡੀ ਗੱਲ ਵੀ ਇਸ ਘਰ ਦੇ ਵਿੱਚ ਭੂਤ ਰਹਿੰਦੇ ਨੇ ਪਰ ਮੈਨੂੰ ਇਹ ਦੱਸੋ ਬਈ ਅੱਜ ਤੱਕ ਉਹਨਾਂ ਭੂਤਾਂ ਨੇ ਇਸ ਘਰ ਦੇ ਵਿੱਚ ਕਿਸੇ ਨੂੰ ਨੁਕਸਾਨ ਦਵਾਇਆ ਮਰੀ ਨਹੀਂ ਸੀ ਮਾਲੀ ਦੀ ਘਰ ਵਾਲੀ ਤੇ ਤੁਹਾਡੀ ਕੰਮ ਵਾਲੀ ਦਾ ਕੰਮ ਵੀ ਤੇ ਨਾ ਭੂਤਾਂ ਨੇ ਕੀਤਾ ਸੀ ਓ ਯਾਰ ਉਹ ਦੋਨੇ ਜਣੀਆਂ ਆਪਣੇ ਵਾਲ ਖੁੱਲੇ ਛੱਡਦੀਆਂ ਸੀ ਤਾਂ ਮਾਰੀਆਂ ਸੀਗੀਆਂ ਪਰ ਮੀਤ ਤਾਂ ਤੂੰ ਆਪਣੇ ਵਾਲ ਖੁੱਲੇ ਛੱਡਦੀ ਆ ਤੁਸੀਂ ਮੈਨੂੰ ਪਹਿਲਾਂ ਦੱਸਿਆ ਹੀ ਨਹੀਂ ਯਾਰ ਵਾਲ ਤਾਂ ਬੰਨ ਕੇ ਰੱਖਿਆ ਕਰ मीत जस मैं इस घर च नहीं रहना जस पक्का 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 मीत मीत ਕੀ ਕਿਹਾ ਇਸ ਘਰ 'ਚ ਭੂਤ ਨੇ हाँ डैडी मैं आप देखे आ ਬੇਟੇ ਜਿਹੜੇ ਇਹ ਚੋਰ ਚੁੱਕੇ ਲੋਕ ਹੁੰਦੇ ਆ ਨਾ ਇਹ ਲੋਕਾਂ ਦੇ ਮਨਾਂ ਵਿੱਚ ਭੂਤਾਂ ਦਾ ਵਹਿਮ ਪਾ ਦਿੰਦੇ ਆ ਤਾਂ ਜੋ ਲੋਕ ਡਰਦੇ ਘਰਾਂ 'ਚੋਂ ਬਾਹਰ ਨਾ ਨਿਕਲਣ ਤੇ ਆਪ ਬਾਹਰੋਂ ਸਕੂਟਰ ਮੋਟਰਸਾਈਕਲਾਂ ਚੋਰੀ ਕਰ ਲੈਂਦੇ ਨੇ नहीं डैडी थोड़ी गलती करके दो भंगड़े वाले क्लाइंट्स को फांसी लगी सी ना ਚਾਹੇ ਇਹਨੂੰ ਮੇਰੀ ਗਲਤੀ ਕਹਿ ਲਓ ਚਾਹੇ ਲਾਪਰਵਾਹੀ ਮੈਂ ਮੰਨਦਾ ਕਿ ਭੰਗੜੇ ਵਾਲੇ ਮੁੰਡੇ ਆਪਣੀ ਬੇਗਨਾਹੀ ਦੇ ਸਬੂਤ ਇਕੱਠੇ ਕਰਕੇ ਮੇਰੇ ਕੋਲ ਲੈ ਕੇ ਆਏ ਸੀ ਬਸ ਮੇਰੇ ਕੋਲੋਂ ਉਰਾ ਪਰਾਂ ਹੋ ਗਏ ਇਸ ਕਰਕੇ ਉਹ ਆਪਣੇ ਘਰਦਿਆਂ ਤੋਂ ਥੋੜਾ ਜ਼ਿਆਦਾ ਹੀ ਪਰੇ ਹੋ ਗਏ ਮੇਰਾ ਮਤਲਬ ਲਟਕ ਗਏ ਇਹਦਾ ਮਤਲਬ ਕਿ ਉਹ ਮਾਲਣ ਵਾਲੀ ਤਾਂ ਮੇਡ ਵਾਲੀ ਗੱਲ ਵੀ ਸੱਚੀ ਆ ਆ ਕੀ ਹੁਣ ਨਵੀਂ ਨੌਨਸੈਂਸ ਗੱਲ ਸ਼ੁਰੂ ਕਰ ਲਈ ਕੁਛ ਨਹੀਂ ਡੈਡੀ ਮੈਂ ਡਿਸਾਈਡ ਕਰ ਲਿਆ ਮੈਂ ਇਸ ਘਰ 'ਚ ਨਹੀਂ ਰਹਿਣਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜੁਮਾ ਤੁਹਾਡੇ ਵਿਆਹ ਨੂੰ ਹਜੇ 2 ਦਿਨ ਹੋਏ ਨੇ ਤੇ ਤੇਰੇ ਘਰ ਵਾਲੇ ਕੋਲ ਆਪਣੇ ਪਿਓ ਦੀਆਂ ਗਲਤੀਆਂ ਗਰਾਉਣ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਉਹ ਇਸ ਕਰਕੇ ਸੁਣਾਈਆਂ ਸੀ ਕਿਉਂਕਿ ਉਹ ਭੂਤ ਕੋਈ ਹੋਰ ਨਹੀਂ ਉਹ ਦੋ ਭੰਗੜੇ ਵਾਲੇ ਕਲਾਇੰਟ ਹੀ ਸੀ ਸ਼ਾਬਾਸ਼ੇ ਭੰਗੜੇ ਵਾਲੇ ਮੁੰਡੇ ਦਾ ਭੂਤ ਇਸ ਘਰ ਦੇ ਵਿੱਚ ਆ ਗਿਆ ਜਿਹੜੇ ਹਜੇ ਕੱਲ ਕੇਸਰ ਆ ਤੇ ਪਾਰਵਤੀ ਕੌਰ ਜਿਹੜੀ ਮੈਨੂੰ ਦਿਲ ਹਾਰੀ ਬੈਠੀ ਸੀ ਉਹ ਤਾਂ ਅਜੇ ਤੱਕ ਆਈ ਨਹੀਂ ਜਿਹਨੂੰ ਮੈਂ ਨਿਤਵਾਜਾ ਮਾਰਦਾ ਖੈਰ ਜਿਹੜੇ ਆ ਤੈਨੂੰ ਭੂਤ ਦਿਖਾਈ ਦਿੱਤੇ ਆ ਇਹ ਭੰਗੜੇ ਵਾਲੇ ਮੁੰਡਿਆਂ ਦੀ ਗੱਲ ਸੁਣ ਤੋਂ ਪਹਿਲਾਂ ਦਿਖਾਈ ਦਿੱਤੇ ਆ ਜਾਂ ਬਾਅਦ ਚ ਬਸ ਮੈਂ ਸਾਰੀ ਗੱਲ ਸਮਝ ਗਿਆ ਤੈਨੂੰ ਉਹਨੇ ਭੰਗੜੇ ਵਾਲੇ ਮੁੰਡਿਆਂ ਦੀ ਗੱਲ ਸੁਣਾਤੀ ਉਹ ਤੇਰੇ ਸਬਕੌਂਸ਼ੀਅਸ ਮਾਈਂਡ 'ਚ ਰਹਿ ਗਈ ਤੇ ਤੈਨੂੰ ਭੂਤ ਦੇਗੀ ਹੁਣ ਇੱਕ ਗੱਲ ਆਪਣੇ ਕੌਂਸ਼ੀਅਸ ਮਾਈਂਡ 'ਚ ਪਾ ਲਾ ਕਿ ਭੂਤ ਪ੍ਰੇਤ ਕੁਝ ਨਹੀਂ ਹੁੰਦੇ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਭੂਤ ਦਿਖਣੇ ਤਾਂ ਇੱਕ ਪਾਸੇ ਜੇ ਭੂਤਾਂ ਦਾ ਤੈਨੂੰ ਸੁਪਨਾ ਵੀ ਆ ਗਿਆ ਤਾਂ ਕਹਿਦੀ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਹਾਨੀ ਇਹ ਐਡਵੋਕੇਟ ਢਿੱਲੋਂ ਨੂੰ ਦੱਸਣਾ ਹੀ ਪੈਣਾ ਕਿ ਭੂਤਾਂ ਨੇ ਵੀ ਕਾਲਾ ਚੋਲਾ ਐਵੇਂ ਨਹੀਂ ਪਾਇਆ ਜੀਜੂ
डैडी गोली ना चलाओ, गोली ना चलाओ। क्यों ना चलाओ? पीछे हट जाओ, पीछे हट जाओ। चंड मारूंगा। गोली मारो, गोली मारो। डैडी गोली ना चलाओ, गोली ना चलाओ, गोली ना चलाओ। ना ना गोली ना चलाओ। डैडी रहने दो, डैडी छड्डो। पुत्ता ने ना मारो। साला भूत पर कोई नहीं, पैर तो साले में सत्या। पर बचदा पुत्ता मेरी रहे। चलो डैडी डैडी भज्जो साले कित्थे तक भजदे हो? हो गया, बाहर निकल गया, भूत बाहर निकल गया, बाहर निकल गया। मैंने पकड़ो, पकड़ो, पकड़ो। आज नहीं छड़ना। ऊपर आ गया, बाहर चल के पकड़ो मैं। आ जाओ, पकड़ो। डैडी ਉਹਨੂੰ ਜਾਣ ਦਿਓ, ਡੈਡੀ ਉਹਨੂੰ ਜਾਣ ਦਿਓ। ਜਿਹੜਾ ਬੰਦਾ ਪੌੜੀਆਂ ਚੜਦਾ ਉਹਨੂੰ ਪਿੱਛੇ ਖਿੱਚੀ ਜਾਂਦੇ ਹੋ। ਤਾਂ ਹੀ ਤਾਂ ਆਪਣਾ ਮੋਢੇ ਟਰੈਕ ਨਹੀਂ ਕਰਦਾ। ਡੈਡੀ ਜਾਣ ਦਿਓ, ਜਾਣ ਦਿਓ, ਜਾਣ ਦਿਓ। ਉਹ ਜਾ ਜਾ ਤੂੰ ਇੱਥੋਂ ਜਾ। ਵਿਚਾਰਾ ਬੰਦੇ ਦੀ ਭੂਤ ਕਿੱਥੇ ਫਸ ਗਿਆ। ਜਾ ਜਾ ਜਾ। ਡੈਡੀ 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 ਉਹਨੂੰ ਜਾਣ ਦਿਓ। ਡੈਡੀ ਗੋਲੀ ਚਲਾਓ, ਡੈਡੀ ਗੋਲੀ ਚਲਾਓ, ਗੋਲੀ 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 ਚਲਾਓ। ਉਹ ਜੇ ਭਰਜਾਈ ਨੇ ਤਾਂ ਭੂਤ ਭਜਦੇ ਵੇਖ ਲੈ ਨਾ, ਉਹਦਾ ਭੂਤਾਂ ਤੋਂ ਡਰ ਚੱਕਿਆ ਜਾਣਾ। ਉਹ ਭੂਤਾਂ ਤੋਂ ਡਰ ਚੱਕਿਆ ਜਾਵੇ ਤਾਂ ਚੱਲੂ। ਉਹ ਜਿਹੜੇ ਸਾਹ ਤੜ ਤੜ ਗੋਲੀਆਂ ਚੱਲਦੀਆਂ ਸਾਲੇ ਕਿਤੇ ਭੂਤੀ ਨਾ ਚੱਕੇ ਜਾਣ। ਕੁਝ ਨਹੀਂ ਹੁੰਦਾ ਯਾਰ। ਅੱਜ ਨਹੀਂ ਬਚਦੇ ਸਾਲਿਓ। ਭੂਤਾਂ ਨੂੰ ਕੋ ਸਾਲੇ ਕਹਿ ਰਹੇ ਹੋ? ਓਏ ਤੈਨੂੰ ਕਾਤੇ ਮੇਰੇ ਨਾਲ ਲੜੀ ਜਾਂਦੀ ਐ? ਇਸ ਹਿਸਾਬ ਨਾਲ ਦਿੱਤੀ ਤਾਂ ਫਿਰ ਚੁੜੇਲ ਹੋਏ ਨਾ। ਯਾਰ ਜੇ ਪਤਾ ਹੁੰਦਾ ਹੈ ਭੱਜਣਾ ਪੈਣਾ। ਭੂਤਾਂ ਵਾਲੇ ਕੱਪੜੇ ਥੋੜੇ ਜਿਹੇ ਖੁੱਲੇ ਸਮਾ ਲੈਂਦੇ। ਮੇਰਾ ਤਾਂ ਥੱਲੇ ਆਸਣ ਪਾੜ ਗਿਆ। ਓ ਰੱਬਾ ਬਚਾ ਲਈ ਓਏ। ਓਏ ਰੱਬ ਤੇ ਆਪ ਬਚਦਾ ਫਿਰਦਾ। 2-3 ਗੋਲੀਆਂ ਵਕੀਲ ਨੇ ਉਹ ਪਰਲ ਨੂੰ ਵੀ ਚਲਾ ਦੇ। ਉਮੀਦ ਵੀ ਨਹੀਂ। ਉਹ ਡੈਡੀ ਬਸ ਕਰੋ। ਤੁਸੀਂ ਤਾਂ ਹੋਰ 2-4 ਸਾਲਾਂ ਤੱਕ ਫੁੜਕ ਜਾਣਾ। ਜੇ ਕਿਤੇ ਭੂਤ ਦੁਬਾਰੇ ਮਰ ਗਏ ਸਾਰੀ ਉਮਰ ਸਾਨੂੰ ਤੰਗ ਕਰਨਗੇ। ਸਾਲਿਆ ਮੈਂ ਕਿਹੜਾ ਮਰ ਕੇ ਜੱਜ ਬਣਨਾ? ਮੈਂ ਵੀ ਤਾਂ ਭੂਤ ਹੀ ਬਣਨਾ। ਦੇਖ ਤਾਂ ਫਿਰ ਸਾਲੇ ਕਿਵੇਂ ਘਰੇ ਵੜਦੇ ਆ। ਨਾਲੇ ਤਾਂ ਪੱਕੇ ਚੋਰ। ਸਮਝੀ ਮੈਂ ਥੱਕ ਗਈ। ਤੁਹਾਨੂੰ ਹੱਥ ਪਾ ਲਾ। ਤੂੰ ਤਾਂ ਜੇ ਨਾ ਵੀ ਥੱਕਿਓ ਮੈਂ ਤਾਂ ਵੀ ਜੀਜੂ ਨੂੰ ਹੱਥ ਪਾਣ ਨੂੰ ਫਿਰਦੀ ਆ। ਨਾਲੇ ਜੈਂਟਸ ਭੂਤ ਨੇ ਤੇਰਾ ਨਾਲ ਆਉਣ ਦਾ ਕੀ ਕੰਮ ਸੀ? ਮੈਨੂੰ ਕੀ ਪਤਾ ਸੀ ਤੁਸੀਂ ਬੁੜੇ ਇੰਨਾ ਨਾਠ ਲਓਗੇ। ਮੈਨੂੰ ਲੱਗਾ ਅਗਲੇ ਮੋੜ ਤੋਂ ਮੁੜਾਉਂਗੇ। ਉਹ ਖਰਚਾ ਤੁਹਾਡੀ ਭੈਣ। ਉਹ ਡੈਡੀ ਰਹਿਣ ਦਿਓ। ਉਹ ਡੈਡੀ ਖੜ ਜਾ ਹੁਣ। ਭੂਤਾਂ ਨੂੰ ਘਰ ਤੱਕ ਛੱਡ ਕੇ ਆਉਣਾ। ਉਹ ਖੜ ਜਾ ਖੜ ਜਾ ਖੜ ਜਾ। ਇੱਕ ਮਿੰਟ ਹੈ ਜੱਜ ਦਾ ਪਰਸ। ਡੈਡੀ ਤੁਹਾਨੂੰ ਸਾਰੀ ਗੱਲ ਮੈਂ ਦੱਸਦਾ। ਓਏ ਤੂੰ ਕੀ ਦੱਸੇਗਾ? ਮੈਂ ਬੇਵਕੂਫ ਹਾਂ? ਮੈਨੂੰ ਕੁਝ ਪਤਾ ਨਹੀਂ? ਮੈਂ ਤਾਂ ਪਹਿਲਾਂ ਹੀ ਦੱਸਤਾ ਸੀ ਸਾਲੇ ਚੋਰ ਨੇ। ਜੱਜ ਦਾ ਪਰਸ ਲੈ ਕੇ ਚੱਲੇ ਸੀ। ਡੈਡੀ ਦੇਖੋ ਇਹ ਤਾਂ ਨਹੀਂ ਪਤਾ ਵੀ ਉਹ ਚੋਰ ਹੈਗੇ ਨੇ ਕਿ ਨਹੀਂ ਹੈਗੇ। ਪਰ ਅੱਜ ਇੱਕ ਗੱਲ ਦਾ ਪਤਾ ਲੱਗ ਗਿਆ। ਤੁਸੀਂ ਬਹੁਤ ਇੰਟੈਲੀਜੈਂਟ ਹੋ। ਦੇਖਿਆ ਚੋਰੋ ਐਡਵੋਕੇਟ ਢਿੱਲੋਂ ਕਾਲਾ ਕੋ ਟਾਈਮ ਹੀ ਨਹੀਂ ਪਾਉਂਦਾ। ਬੇਟੇ ਮੈਂ ਕਿਹਾ ਸੀ ਨਾ ਭੂਤ ਪ੍ਰੇਤ ਕੁਛ ਨਹੀਂ ਹੁੰਦੇ। ਹਾਂਜੀ ਚੋਰ ਚੱਕੇ ਸੀ ਸਭ ਭੱਜ ਗਏ। ਹੁਣ ਸਰਾਣੇ ਬਾਂਹ ਦੇ ਕੇ ਸੌਂ ਤੇ ਘਰ ਛੱਡ ਕੇ ਜਾਣ ਦੀ ਕੋਈ ਲੋੜ ਨਹੀਂ। ਜੀ ਡੈਡੀ। ਗੋਲਡੀ ਆਪਾਂ ਆਪਣੇ ਵਿਆਹ ਵਾਸਤੇ ਆਪਣੇ ਆਪਣੇ ਘਰ ਆਪ ਗੱਲ ਕਰੀਏ ਜਾਂ ਕੋਈ ਵਿਚੋਲਾ ਪਾ ਲਈਏ? ਵਿਆਹ ਦੀ ਏਡੀ ਕਾਲੀ ਕਾਦੀ ਹੈ ਦਿਲਜੀਤ? ਆਪਾਂ ਹਜੇ ਰੋਮਾਂਸ ਇੰਜੋਏ ਕਰੀਏ। ਫਿਰ ਵਿਆਹ ਤੋਂ ਬਾਅਦ ਐਵੇਂ ਜੁੰਡੋ ਜੁੰਡੀ ਹੁੰਦੇ ਫਿਰਾਂਗੇ ਕੀ ਫਾਇਦਾ? ਸਾਰੀ ਦੁਨੀਆ ਹੁੰਦੀ ਹੈ ਜੁੰਡੋ ਜੁੰਡੀ। ਉਹਦੇ 'ਚ ਵੀ ਪਿਆਰ ਹੁੰਦਾ ਨਾ। ਤੂੰ ਆਪਣੇ ਘਰ ਗੱਲ ਕਰ ਲੈ। ਬਹਾਨੇ ਜੇ ਨਾ ਬਣਾ। ਨਹੀਂ ਮੈਂ ਬਹਾਨਾ ਥੋੜੀ ਲਾ ਰਿਹਾ ਕੋਈ। ਉਹ ਪਿੱਛੇ ਜੇ ਨਾ ਅਸੀਂ ਕਲੀ ਕੁਲੀ ਕਰਾਈਏ ਪੈਸਾ ਬਹੁਤ ਲੱਗ ਗਿਆ। ਡੈਡੀ ਨੇ ਹਲੇ ਵਿਆਹ ਤੇ ਪੈਸੇ ਲਾਉਣੇ ਨਹੀਂ। ਮੈਂ ਸੱਚੀ ਕਹਿਣਾ। ਤੇ ਆਪਾਂ ਪੈਸੇ ਲਵਾਉਣੇ ਕਿਉਂ ਆ? ਆਪਾਂ ਕੋਰਟ ਮੈਰਿਜ ਕਰ ਲੈਨੇ ਆ। ਉਹ ਨਾ ਮੈਂ ਕੋਰਟ 'ਚ ਹੀ ਰਹਿਣਾ। ਹੁਣ ਵਿਆਹ ਵੀ ਕੋਰਟ 'ਚ ਕਰਾ ਲਾਂ। ਇੱਕ ਦਿਨ ਮਿਲਣਾ ਮੈਨੂੰ ਬਾਹਰ ਨਿਕਲਣੀ ਤੂੰ ਵੀ ਨਾ ਨਿਕਲਦੀ। ਤੇ ਹੁਣ ਮੈਂ ਕੀ ਕਰਾਂ? ਡੈਡੀ ਮੇਰੇ ਲਈ ਰਿਸ਼ਤੇ ਵੇਖੀ ਜਾਂਦੇ ਆ। ਉਹਨਾਂ ਨੂੰ ਕੀ ਸਮਝਾਵਾਂ? ਤੂੰ ਨਾ ਡੈਡੀ ਨੂੰ ਉਹੀ ਬਹਾਨਾ ਲਾ ਕੇ ਉਹੀ ਮੁੱਚੀ ਨਾ ਮੁੰਡੇ ਦੇਖੀ ਚੱਲ। ਠੀਕ ਹੈ ਫਿਰ ਜੇ ਟਾਈਮ ਪਾਸ ਲਈ ਮੇਰੇ ਡੈਡੀ ਨੇ ਵੀ ਮੇਰੇ ਲਈ ਕੋਈ ਮੁੰਡਾ ਪਸੰਦ ਕਰ ਲਿਆ ਨਾ ਮੈਂ ਵੀ ਤੁਰ ਜਾਣਾ। ਦੇਖ ਚੱਲਦਾ ਕੀ ਦੇਖ ਤੈਨੂੰ ਪਤਾ ਹੈ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਦੇਖ ਘੱਟੋ ਘੱਟ ਮੈਨੂੰ ਲੇਡੀ ਸੰਗੀਤ ਜਿੰਨੇ ਤਾਂ ਪੈਸੇ ਇਕੱਠੇ ਕਰ ਲੈਣ। ਅਸੀਂ ਲੋਕਾਂ ਦੇ ਵਿਆਹਾਂ 'ਚ ਜਾ ਕੇ ਖਾਂਦੇ ਰਹੇ ਹਾਂ। ਹੁਣ 4 ਬੰਦੇ ਸੱਦ ਕੇ ਉਹਨਾਂ ਨੂੰ ਖਵਾਉਣਾ ਵੀ ਤਾਂ ਪੈਣਾ ਕਿ ਨਹੀਂ?
ਹੱਥ ਕਿਉਂ ਛੱਡਤਾ? ਮੈਂ ਕਿਹਾ ਹੱਥ ਛੱਡਣ ਨੂੰ? ਮੈਂ ਤਾਂ ਬਸ ਇਹ ਪੁੱਛਣ ਆਇਆ ਸੀਗਾ ਕਿ ਇਹ ਸਭ ਚੱਲ ਕਦੋਂ ਤੋਂ ਰਿਹਾ ਹੈ। ਡੈਡੀ ਜਦੋਂ ਤੁਸੀਂ ਅੰਦਰ ਸੀ ਨਾ ਉਦੋਂ ਦਾ। ਸ਼ੁਕਰ ਹੈ ਪਰਮਾਤਮਾ ਦਾ, ਜਦੋਂ ਮੈਂ ਅੰਦਰ ਸੀ ਤਾਂ ਮੇਰੇ ਦਿਲ ਨੂੰ ਇੱਕੋ ਹੀ ਟੈਨਸ਼ਨ ਸੀ ਕਿ ਮੇਰੀ ਧੀ ਬਾਹਰ ਕੱਲੀ ਹੈ। ਪਰ ਅੱਜ ਮੇਰੇ ਦਿਲ ਨੂੰ ਹੌਸਲਾ ਹੋ ਗਿਆ ਕਿ ਬੇਟਾ ਜੀ ਇਹ ਤੁਹਾਡੇ ਨਾਲ ਹੈ। ਧੀਏ, ਜੇ ਇਸ ਗੱਲ ਦਾ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ 2-4 ਮਹੀਨੇ ਹੋਰ ਅੰਦਰ ਲਾ ਲੈਂਦਾ। ਬੇਟਾ ਜੀ, ਢਿੱਲੋਂ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਕੇਸ ਦੇ ਨਾਲ ਤੁਸੀਂ ਮੇਰੀ ਧੀ ਵੀ ਸਾਂਭ ਲਈ ਸੀ। ਨਹੀਂ ਨਹੀਂ, ਡੈਡੀ ਨੂੰ ਹਜੇ ਨਹੀਂ ਦੱਸਣਾ। ਕਿਉਂ? ਤੂੰ ਨਿਆਣਾ ਹੈ, ਵਿਆਹ ਤਾਂ ਕਰਨਾ ਹੀ ਹੈ। ਬੇਟਾ ਜੀ, ਘੁੰਮਣ ਘੁਮਾਣ ਨੂੰ ਥਾਰ ਰੱਖੀ ਹੈ, ਧੀ ਰੱਖੀ ਹੈ ਬਸ ਵਿਆਹ ਨੂੰ। ਬੇਟਾ, ਇਹਨੂੰ ਥਾਰ ਸਮਝ ਕੇ ਘੁਮਾਣਾ ਨਹੀਂ। ਨਾ ਚਲੋ ਢਿੱਲੋਂ ਸਾਹਿਬ ਨਾਲ ਗੱਲ ਕਰੀਏ। ਅੰਕਲ ਮੈਂ ਦਲਜੀਤ ਨਾਲ ਵੀ ਗੱਲ ਕੀਤੀ ਹੈ। ਮੈਨੂੰ ਵਿਆਹ ਵਾਸਤੇ ਥੋੜੇ ਜਿਹੇ ਪੈਸੇ ਤਾਂ ਜੋੜ ਲੈਣ ਦੋ। ਓਹੋ, ਪੈਸੇ ਪੂਸੇ ਦੀ ਕੀ ਲੋੜ ਹੈ? ਆਪਾਂ ਸਸਤੀ ਕੈਟਰਿੰਗ ਕਰ ਲਾਂਗੇ। ਨਾਲੇ ਜਿਹੜੇ ਪੈਸੇ ਤੁਸੀਂ ਰਿਬਨ ਕਟਾਈ ਤੇ ਬੂਟ ਲੁਕਾਈ ਦੇ ਦੇਣੇ ਆ ਨਾ, ਉਹਨਾਂ ਵਿੱਚੋਂ ਅਸੀਂ ਥੋੜੇ ਜਿਹੇ ਰੱਖ ਕੇ ਬਾਕੀ ਸਾਰੇ ਤੁਹਾਨੂੰ ਮੋੜ ਦਾਂਗੇ। ਹਾਂ, ਆਜੋ। ਅੰਕਲ ਮੈਂ ਬੇਲਾ ਟਾਈਮ ਦੇਖ ਕੇ ਆਪਣੇ ਆਪ ਗੱਲ ਕਰ ਲੂੰਗਾ। ਮੈਂ ਸੱਚੀ ਕਹਿ ਰਿਹਾ, ਗੱਲ ਕਰ ਲੂੰਗਾ ਦਲਜੀਤ। ਢਿੱਲੋਂ ਸਾਹਿਬ, ਓ ਢਿੱਲੋਂ ਸਾਹਿਬ। ਓਹ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਬਿੱਲੂ ਤੁਸੀਂ ਇੱਥੇ? ਅੱਜ ਬਿੱਲੂ ਕੱਲਾ ਨਹੀਂ, ਇੱਕ ਧੀ ਦਾ ਬਾਪ ਵੀ ਆਇਆ ਹੈ। ਬੁਲਾਓ ਫਿਰ ਉਹਨਾਂ ਨੂੰ। ਧੀ ਦਾ ਬਾਪ ਮੈਂ ਹੀ ਹੈ ਸਰ। ਬੈਠੋ ਫਿਰ। ਮੈਂ ਇੱਕ ਜ਼ਰੂਰੀ ਉਹ ਦਲਜੀਤ ਡੈਡੀ। ਹਾਂਜੀ ਹੁਕਮ। ਦਰਅਸਲ ਜੀ ਮੈਂ ਆਪਣੀ ਧੀ ਦੇ ਰਿਸ਼ਤੇ ਲਈ ਆਇਆ। ਪਰ ਅਸੀਂ ਤਾਂ ਰਿਸ਼ਤੇ ਕਰਾਉਂਦੇ ਹੀ ਨਹੀਂ, ਅਲਬੱਤਾ ਤੜਵਾਉਂਦੇ ਜ਼ਰੂਰ ਆ ਜੇ ਕੋਈ ਡਿਵੋਰਸ ਕੇਸ ਆ ਜਾਵੇ। ਤੁਸੀਂ ਗੱਲ ਸਮਝੇ ਨਹੀਂ ਜੀ। ਮੈਂ ਆਪਣੀ ਧੀ ਲਈ ਤੁਹਾਡੇ ਮੁੰਡੇ ਦਾ ਹੱਥ ਮੰਗਣ ਆਇਆ। ਅੱਲਾ, ਜੇ ਇਹਨਾਂ ਦੇ ਮੁੰਡੇ ਦੋ ਹੱਥ ਹੈਗੇ, ਇਹਦਾ ਮਤਲਬ ਇਹ ਥੋੜਾ ਕਿ ਦੋਏ ਹੱਥ ਅੱਡ ਜਗ੍ਹਾ ਤੇ ਦੇ ਦੇਣ। ਇਹ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਮੇਰੀ ਤਾਂ ਕੁਝ ਸਮਝ ਨਹੀਂ ਆ ਰਿਹਾ। ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਸਾਡਾ ਮੁੰਡਾ ਆਲਰੇਡੀ ਮੈਰਿਡ ਹੈ। ਸੋ ਵੀ ਆਰ ਰੀਅਲੀ ਵੈਰੀ ਸੌਰੀ। ਇਹ ਅੰਗਰੇਜ਼ੀ ਚ ਕੀ ਆ ਬਾਜਾ ਬੋਲੀ ਜਾ ਰਹੇ ਹੋ? ਸਰ ਜੀ, ਤੁਹਾਡਾ ਮੁੰਡਾ ਮੇਰੀ ਧੀ ਨੂੰ ਪਿਆਰ ਕਰਦਾ ਹੈ। ਬਾਪ ਬੇਟਾ ਦੋਨੋਂ ਠਰ ਗਏ। ਗਲਤ ਗੱਲ ਹੈ ਯਾਰ। ਤੁਹਾਨੂੰ ਭੁਲੇਖਾ ਪਿਆ ਹੋਣਾ, ਉਹ ਕਲਾਇੰਟ ਵਾਲਾ ਪਿਆਰ ਕਰਦਾ ਹੋਣਾ। ਤੁਸੀਂ ਕਦੋਂ ਤੋਂ ਕਲਾਇੰਟਾਂ ਨਾਲ ਪਿਆਰ ਕਰਨ ਲੱਗ ਪਏ? ਉਹ ਵੀ ਐ ਹੱਥਾਂ 'ਚ ਹੱਥ ਪਾ ਕੇ। ਭਾਈ ਸਾਹਿਬ, ਤੁਸੀਂ ਇੱਕ ਵਿਆਹੇ ਵਰੇ ਬੰਦੇ ਬਾਰੇ ਕੀ ਬਕਵਾਸ ਕਰ ਰਹੇ ਹੋ? ਤੁਹਾਡਾ ਮੁੰਡਾ ਇਹ ਸਭ ਕਰ ਸਕਦਾ ਹੈ, ਮੈਂ ਬਕਵਾਸ ਵੀ ਨਹੀਂ ਕਰ ਸਕਦਾ। ਯਾਰ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ? ਐਡੀ ਜਲਦੀ ਤਾਂ ਬੰਦੇ ਤਾਂ ਆਪਣੀ ਪਹਿਲੀ ਘਰ ਵਾਲੀ ਤੋਂ ਜੀ ਨਹੀਂ ਭਰਦਾ, ਔਰ ਦੂਜੀ ਜੀ ਕਿਵੇਂ ਇੰਟਰਸਟ ਲੈ ਲੂ? ਕੋਈ 1.5 ਬੰਦੇ ਹੁੰਦੇ ਆ ਜੀਜੂ, ਦੂਜੀ ਥਾਂ ਵੀ ਲਾਲਾਂ ਸਿੱਟ ਲੈਂਦੇ ਹਨ। ਇਹ ਪਹਿਲੀ ਦੂਜੀ ਕੀ ਕਹਿ ਰਹੇ ਹੋ ਤੁਸੀਂ? ਮੈਂ ਤੁਹਾਨੂੰ ਕਹਿ ਰਿਹਾ, ਤੁਹਾਡੇ ਮੁੰਡੇ ਨੇ ਮੇਰੀ ਧੀ ਨੂੰ ਵਾਅਦਾ ਕੀਤਾ ਹੈ ਕਿ ਉਹ ਉਹਦੇ ਨਾਲ ਹੀ ਵਿਆਹ ਕਰਾਏਗਾ। ਭਾਈ ਸਾਹਿਬ, ਤੁਹਾਡੀ ਧੀ ਨੂੰ ਕੋਈ ਗਲਤਫਹਿਮੀ ਹੋਈ ਹੋਣੀ ਆ। ਪਲੀਜ਼ ਇੱਕ ਵਾਰੀ ਉਹਦੇ ਕੋਲੋਂ ਰੀਕਨਫਰਮ ਕਰਾ ਲਓ ਕਿ ਇਹ ਉਹੀ ਮੁੰਡਾ। ਓਏ ਮੈਂ ਕਹਿ ਰਿਹਾ ਤੁਹਾਨੂੰ, ਮੈਂ ਉਹਨਾਂ ਨੂੰ ਹੱਥ ਪਾਇਆ ਦੇਖਿਆ। ਮੇਰਾ ਮੁੰਡਾ ਇੰਨਾ ਸ਼ਰੀਫ ਆ, ਮੈਨੂੰ ਤਾਂ ਲੱਗਦਾ ਉਹਨੇ ਕਦੇ ਆਪਣੀ ਘਰ ਵਾਲੀ ਨੂੰ ਨਹੀਂ ਹੱਥ ਪਾਇਆ ਹੋਣਾ। ਬਹੁਤ ਹੋ ਗਿਆ। ਹੁਣ ਤੁਸੀਂ ਤਸ਼ਰੀਫ ਦਾ ਟੋਕਰਾ ਆਪਣੇ ਆਪ ਬਾਹਰ ਲੈ ਕੇ ਜਾਣਾ ਕਿ ਮੈਂ ਚੱਕ ਕੇ ਤੁਹਾਨੂੰ ਬਾਹਰ ਸਿੱਟਾਂ? ਸ਼ਾਬਾਸ਼ੇ, ਸ਼ਾਬਾਸ਼ੇ। ਇਹ ਹੈ ਤੁਹਾਡੇ ਪੜ੍ਹੇ ਲਿਖਿਆਂ ਦੇ ਮੈਨਰਸ। ਮੈਨੂੰ ਲੱਗਦਾ ਹੈ ਕਾਲਾ ਕੋਟ ਵੀ ਛੋਲੇ ਦੇ ਕੇ ਪਾਇਆ ਹੈ। ਕੀ ਮਤਲਬ ਹੋ ਤੇਰਾ? ਮੈਂ ਸਮਝਾਉਂਦਾ। ਦੇਖ, ਜਦੋਂ ਆਪਾਂ ਨਿੱਕੇ ਹੁੰਦੇ ਸਕੂਲੇ ਪੜ੍ਹਦੇ ਹੁੰਦੇ ਸੀ ਨਾ, ਤਾਂ ਕਈ ਮੁੰਡੇ ਮਾਸਟਰਾਂ ਨੂੰ ਛੱਲੀਆਂ, ਗੁੜ, ਛੋਲੇ ਛਾਲੇ ਦੇ ਕੇ ਪਾਸ ਹੋ ਜਾਂਦੇ ਸੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ, ਤੁਸੀਂ ਵੀ ਛੋਲੇ ਦੇ ਕੇ ਕਾਲਾ ਕੋਟ ਪਾਇਆ ਹੋਣਾ। ਜੇ ਤੂੰ ਹੁਣ ਇੱਕ ਵੀ ਅੱਖਰ ਹੋਰ ਬਕਵਾਸ ਕੀਤਾ ਨਾ, ਮੈਂ ਤੇਰੀਆਂ ਜਾਨਾਂ ਕੱਢ ਦੇਣੀਆਂ। ਉਹ ਤੁਸੀਂ ਕੀ ਕੱਢੋਗੇ ਜਾੜਾ? ਮੈਂ ਤਾਂ ਪਹਿਲਾਂ ਹੀ ਕਢਾਈਆਂ ਹੋਈਆਂ। ਆ ਦੇਖੋ। ਪਰ ਜੇ ਮੇਰੀ ਕੁੜੀ ਨਾਲ ਕੁਝ ਗਲਤ ਹੋਇਆ ਨਾ, ਫਿਰ ਦੇਖ ਲਿਓ। ਜੇ ਤੁਹਾਡਾ ਮੁੰਡਾ ਵਿਆਹ ਨਿਕਲਿਆ ਨਾ, ਮੈਂ ਦੋਨਾਂ ਨੂੰ ਨਹੀਂ ਛੱਡਾਂਗਾ। ਇਹਦੇ 'ਚ ਮੈਂ ਕੀ ਕੀਤਾ? ਤੁਹਾਨੂੰ ਕੁਝ ਨਹੀਂ ਕਹਿ ਰਿਹਾ ਭਾਜੀ। ਠੀਕ ਹੈ। ਮੈਂ ਤੁਹਾਨੂੰ ਦੋਨਾਂ ਪਿਓ ਪੁੱਤਾਂ ਨੂੰ ਕੋਰਟ 'ਚ ਦੇਖਾਂਗਾ। ਆ ਦੇਖ ਲਈ, ਅਸੀਂ 24 ਘੰਟੇ ਕੋਰਟ 'ਚ ਹੀ ਹੁੰਨੇ ਆ। ਠੀਕ ਹੈ, ਫਿਰ ਤੁਹਾਨੂੰ ਤਾਂ ਤੁਹਾਡੇ ਚੈਂਬਰ ਤੋਂ ਲੈ ਕੇ ਕੋਰਟ ਤੱਕ ਕਸੀਟਣ ਨੂੰ ਵੀ ਟਾਈਮ ਨਹੀਂ ਲੱਗੇਗਾ। ਹਾਂ ਬਿੱਲੂ ਬਾਂਸਲ ਜੀ ਸਰ। ਚੱਕ ਆਪਣਾ ਡੱਬਾ ਵੀ ਇੱਥੋਂ। ਸੋਚ ਲਓ। ਆਊਟ, ਨਾਟ ਆਊਟ। ਜੀਜੂ ਡਿੱਬਾ ਤਾਂ ਰੱਖ ਲੈਂਦਾ। ਸ਼ਟ ਅਪ।
जिस तो मिठाई खाने से उस तो गाला खा लेती तुसे साला है जा गंदा साला ना चिट्टा ना काला जिज्जू लफास की जस ये गल फत गई ना मेरा कुछ जाना नहीं ते तेरा कुछ रहना नहीं जे रब ने कृपा करती रहना विचोले दा भी कुछ नहीं ओहो रो ना दिलजीत ये सब झूठ है की झूठ है मैं तेरे प्यो दे मुंहों आप सुन के आया कि तू ਵਿਆਹਿਆ ਹੋਇਆ ਉਹਨਾਂ ਦਾ ਕੀ ਹੈ ਜੀ ਤੁਸੀਂ ਆਪ ਦੇਖੋ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹਿਆ ਹੋਇਆ ਐਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹਿਆ ਹੋਇਆ ਨਹੀਂ ਇਹ ਤੁਹਾਡੀ ਤਾਂ ਬੇਟੀ ਖੜੀ ਹੈ ਨਾ ਜੀ ਬਹਿ ਜਾਤੀ ਏ ਹੁਣ ਲੱਗਦਾ ਮੈਂ ਵਿਆਹਿਆ ਹੋਇਆ ਛੱਡੋ ਜੀ ਕਿਹੜੀਆਂ ਗੱਲਾਂ 'ਚ ਪੈ ਗਏ ਯਾਰ ਤੂੰ ਇਹਨਾਂ ਨੂੰ ਸੱਚ ਕਿਉਂ ਨਹੀਂ ਦੱਸਦਾ ਐਵੇਂ ਸੰਗੀ ਜਾਣਾ ਦਰਅਸਲ ਜੀ ਨਾ ਇਹਦੇ ਡੈਡੀ ਨਾ ਹਿੱਲੇ ਹੋਏ ਨੇ ਔਰ ਯਾਰ ਸਮਝਿਆ ਕਰ ਘਰ ਦੀ ਗੱਲ ਘਰ 'ਚ ਰਹਿ ਜੂਗੀ ਇਹਨਾਂ ਨੇ ਕਿਹੜਾ ਕਿਸੇ ਨੂੰ ਦੱਸਣਾ ਹਾਂ ਹਾਂ ਹਿੱਲੇ ਹੋਏ ਕਿਵੇਂ मतलब किसी ਨੂੰ कुछ भी बोल ਦਿੰਦੇ ਨੇ ਯਾਰ ਤੁਸੀਂ ਵੀ ਕੁਝ ਬੋਲੋ ਨਾ ਹੁਣ ਕੱਲੇ ਬੰਦੇ ਨੂੰ ਇੰਨਾ ਕੁਝ ਨਹੀਂ ਪਤਾ ਹੁੰਦਾ ਹਾਂ ਮਤਲਬ ਜਿਹੜੀ ਚੀਜ਼ ਨਹੀਂ ਵੀ ਹੈਗੀ ਉਹਨਾਂ ਨੂੰ ਲੱਗਦਾ ਹੈਗੀ ਹੈ ਜਿੱਦਾਂ ਪਰਸੋਂ ਪੋਲੀਓ ਡ੍ਰਾਪ ਪਿਲਾਉਣ ਵਾਲਿਆਂ ਨੇ ਫੜ ਕੇ ਘਰ ਲਾਏ ਕਹਿੰਦੇ ਗੋਲਡੀ ਤੇ ਜਵਾਕਾਂ ਨੂੰ ਪੋਲੀਓ ਡ੍ਰਾਪ ਪਿਲਾਣੇ ਆ ਉਹਨਾਂ ਨੇ ਸਾਰਾ ਘਰ ਛਾਣ ਮਾਰਿਆ ਇਹਦੇ ਜਵਾਕ ਹੀ ਨਹੀਂ ਲੱਭੇ ਸ਼ੀਸ਼ੀ ਘਰ ਦੇ ਕੇ ਕਹਿੰਦੇ ਜੇ ਕਿਤੇ ਜਵਾਕ ਲੱਭ ਕੇ ਤੇ ਆਪੇ ਹੀ ਪਿਆ ਦਿਓ ਜੇ ਢਿੱਲੋਂ ਸਾਹਿਬ ਨੂੰ ਇੰਨੀ ਪ੍ਰੋਬਲਮ ਹੈ ਤਾਂ ਕਿਸੇ ਡਾਕਟਰ ਨੂੰ ਕਿਉਂ ਨਹੀਂ ਦਿਖਾਉਂਦੇ ਤੁਸੀਂ ਡਾਕਟਰ ਨੂੰ ਦਿਖਾਇਆ ਸੀ ਜੀ ਡਾਕਟਰ ਕਹਿੰਦਾ ਵੀ ਕਿਸੇ ਸਿਆਣੇ ਨੂੰ ਦਿਖਾਓ ਅਸੀਂ ਫਿਰ ਸਿਆਣੇ ਕੋਲੇ ਲੈ ਗਏ ਸਿਆਣਾ ਕਹਿੰਦਾ ਹੁਣ ਕਿਸੇ ਬਾਲੇ ਸਿਆਣੇ ਨੂੰ ਦਿਖਾਓ ਚਲੋ ਮੈਂ ਦੇਖ ਕੇ ਆਣਾ ਤੁਸੀਂ ਬਾਲੇ ਸਿਆਣੇ ਮੇਰੇ ਕਹਿੰਦਾ ਮਤਲਬ ਕਿ ਅਗਲੇ ਆਪ ਹੀ ਡਾਕਟਰਾਂ ਨਾਲ ਮੱਤਾ ਮਾਰਨ ਤੁਸੀਂ ਕੋਈ ਟੈਨਸ਼ਨ ਨਹੀਂ ਸਹੀ ਗੱਲ ਹੈ ਉਹ ਸੱਚ ਜਾਣੇ ਹੋ ਉਹਨਾਂ ਨੂੰ ਮਿਲ ਕੇ ਮੈਨੂੰ ਵੀ ਕਈ ਵਾਰ ਐ ਮਹਿਸੂਸ ਹੋਇਆ ਕਿ ਜਿਵੇਂ ਉਹ ਹਿੱਲੇ ਹੋਏ ਆ ਇਹਨਾਂ ਨੂੰ ਵੀ ਲੱਗੇ ਮੈਂ ਲੋਕਾਂ ਨੂੰ ਕੀ ਕਹਾਂਗਾ ਕਿ ਵੱਡੀ ਧੀ ਖੰਨੇ ਵਿਆਹੀ ਹੋਈ ਹੈ ਛੋਟੀ ਪਾਗਲ ਖਾਨੇ ਵਿਆਹੀ ਹੋਈ ਹੈ ਧੀਏ ਜੇ ਪਾਗਲ ਖਾਨਦਾਨ ਚ ਕਰ ਲੇਂਗੀ ਐਡਜਸਟ ਤੂੰ ਹਾਂ ਡੈਡੀ ਜੀ ਕਰ ਲੂੰਗੀ ਪਰ ਦੇਖੋ ਆ ਜਿਹੜਾ ਉਹਨਾਂ ਨੇ ਡੈਡੀ ਨੂੰ ਚਪੇੜਾ ਮਾਰ ਕੇ ਘਰੋਂ ਬਾਹਰ ਕੱਢਿਆ ਨਾ ਚਪੇੜਾ ਚਪੂੜਾ ਕਿਸੇ ਤੋਂ ਨਹੀਂ ਖਾਂਦਾ ਮੈਂ ਪਹਿਲਾਂ ਹੀ ਦੁੜਕੀ ਹੋ ਜਾਂਦਾ ਹੈ ਹਾਂ ਚਲੋ ਜਿਵੇਂ ਵੀ ਬੇਇੱਜ਼ਤੀ ਕੀਤੀ ਆ ਉਹਦੇ ਲਈ ਗੋਲਡੀ ਇੱਕ ਸੌਰੀ ਤਾਂ ਬਣਦੀ ਆ ਕੋਈ ਗੱਲ ਨਹੀਂ ਧੀਏ ਮੰਜੇ ਢਿੱਲੇ ਦਾ ਤੇ ਬੰਦੇ ਹਿੱਲੇ ਦਾ ਕਾਹਦਾ ਗੁੱਸਾ ਬਸ ਦੋਨਾਂ ਨੂੰ ਟਾਈਮ ਸਿਰ ਕੱਸ ਲੈਣਾ ਚਾਹੀਦਾ ਹਾਂਜੀ ਅੱਜ ਕਿਵੇਂ ਅੱਜ ਫੇਰ ਕੁੰਡੀ ਖੋਲਣ ਦੀ ਆਵਾਜ਼ ਆਈ ਮੈਂ ਤਾਂ ਉਹ ਵੇਖਣ ਆਇਆ ਸੀ ਲੋਕਾਂ ਨੂੰ ਤਾਂ ਇਸ ਉਮਰ 'ਚ ਸੁਣਨਾ ਹੀ ਬੰਦ ਹੋ ਜਾਂਦਾ ਤੁਸੀਂ ਕੋਈ ਤੁਹਾਡੀ ਸੁਣਨ ਸ਼ਕਤੀ ਵੱਧਦੀ ਹੋ ਜਾ ਰਹੀ ਹੈ ਮੈਂ ਇਸ ਘਰ ਦਾ ਮਾਲਕ ਹਾਂ ਕੋਈ ਚੋਰ ਚੱਕਾ ਨਾ ਆਵੇ ਇਸ ਕਰਕੇ ਕੰਨ ਖੁੱਲੇ ਰੱਖਣੇ ਪੈਂਦੇ ਆ ਜਿੰਨੇ ਚੋਰੀ ਕਰਨੇ ਚੋਰੀ ਕਰਕੇ ਚਲਦੇ ਬੰਦੇ ਆ ਪਹਿਲਾਂ ਨੇ ਅਸਲ ਨਹੀਂ ਕਰਨ ਆਉਂਦੇ ਵੀ ਕੱਲ ਵੀ ਆਏ ਤੇ ਅੱਜ ਵੀ ਆਣਗੇ ਸਾਫ਼ ਦੱਸ ਤੂੰ ਕਹਿਣਾ ਕੀ ਚਾਹੁੰਦਾ ਓਏ ਓਯੋ ਜੋ ਘੁੰਮ ਕੇ ਤੁਸੀਂ ਕਰਨਾ ਚਾਹੁੰਦੇ ਹੋ ਐ ਬੰਨੇ ਤੁਹਾਡੇ ਮੂਰੇ ਹੱਥ ਇਸ ਤੋਂ ਪਹਿਲਾਂ ਕਿ ਕੋਈ ਉਸ ਪੜੋਸ ਵਾਲਾ ਦੇਖ ਲੈ ਇਹਨੂੰ ਅੰਦਰ ਹੀ ਵਾਲਿਆ ਕਰੋ ਮੈਂ ਚਪੇੜ ਮਾਰੂ ਸਾਲੇ ਢਿੱਡਲ ਜੇ ਦੇ ਹੁਣ ਅੱਜ ਕੀ ਹੋ ਗਿਆ ਸਾਹਿਬ ਜੀ ਹੋਣਾ ਕੀ ਆ ਕੁੰਡੀ ਦੀ ਆਵਾਜ਼ ਸੁਣ ਕੇ ਮੈਂ ਉਹਨੂੰ ਵੇਖਣ ਆਇਆ ਸੀ ਸਾਲਾ ਕਹਿੰਦਾ ਮੈਂ ਤੇਰੇ ਕੋਲ ਆਇਆ ਮੈਂ ਨਾ ਤੁਹਾਡੇ ਸਾਹਮਣੇ ਬੇਨਤੀ ਕਰਦੀ ਆ ਭਾਵੇਂ ਖੁੱਲੇ ਦਰਵਾਜ਼ਾ ਤਾਂ ਭਾਵੇਂ ਫਟੇ ਬੰਬ ਤੁਸੀਂ ਬਾਹਰ ਨਾ ਆਇਆ ਕਰੋ ਜਿਵੇਂ ਉੱਚੇ ਉੱਚੇ ਭੌਂਕਦਾ ਨਾ ਤੁਹਾਨੂੰ ਕੇਸ ਮਿਲਨੇ ਬੰਦ ਹੋ ਜਾਣੇ ਆ ਤੇ ਮੈਨੂੰ ਕੰਮ ਦੀਆਂ ਆਫਰਾਂ ਵੱਧ ਜਾਣੀਆਂ ਡੇ ਨਾਈਟ ਸ਼ਿਫਟਾਂ ਤੋਂ ਇੱਥੇ ਲਗਾ ਰਹੀਆਂ ਆਲੇ ਹੋਰ ਕੰਮ ਭਾਲਦੀਆਂ ਸਾਲੇ ਤੇਰੀ ਤਾਂ ਸੋਚ ਪਹਿਲੇ ਤੋਂ ਹੀ ਗੰਦੀ ਆ ਇਹ ਜਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ ਜੀ ਕਰਦਾ ਇੱਥੇ ਟਾਲਾ ਚੰਡ ਮਰਾਂਗਾ ਜੀ ਸ਼ਟ ਅਪ ਜਿੱਜੋ ਹਾਏ ਓ ਰੱਬਾ ਇਸ ਕਮੀਨੇ ਨੇ ਸੁੱਤੀ ਪਈਓ ਮਸ਼ਹੂਰ ਕਰ ਦੇਣੀ ਆ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਉਹ ਤੁਹਾਡੀ ਇਹ ਤਾਂ ਫੇਰ ਆ ਗਏ
ਉਹ ਯਾਰ ਜਿੰਨੀ ਛੇਤੀ ਆ ਗਏ ਆਪਣੇ ਘਰ ਦੀ ਘੰਟੀ ਮਾਰਦਾ ਨਾ, ਮੈਨੂੰ ਇਹ ਕੁੜੀ ਦਾ ਪਿਓ ਘੱਟ ਲੱਗਦਾ, ਸੇਲਸਮੈਨ ਵੱਧ ਲੱਗਦਾ। ਕੀ ਮਤਲਬ? ਮਤਲਬ ਇਹ ਹੈ ਕਿ ਜੇ ਤੂੰ 2 ਦਿਨ ਇਹਦੇ ਘਰ ਹੋਰ ਬਰਾਤ ਲੈ ਕੇ ਨਾ ਗਿਆ ਤੇ ਇਹਨੇ ਆਪਣੀ ਕੁੜੀ ਦੀ ਹੋਮ ਡਿਲੀਵਰੀ ਦੇ ਜਾਣੀ ਇੱਥੇ ਆ ਕੇ ਜਿੰਨਾ ਕਾਲਾ ਪਿਆ। ਉਹ ਮੇਰਾ ਕੱਦਾ ਵਿਆਹ ਹੋਣਾ ਸੀ, ਸਾਰਾ ਪੰਗਾ ਤੁਸੀਂ ਪਾਇਆ ਹੋਇਆ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਤੂੰ ਫੇਰ ਆ ਗਿਆ? ਪਤਾ ਲੱਗਿਆ ਸੀਗਾ ਕਿ ਤੁਸੀਂ ਢਿੱਲੇ ਹੋ, ਇਸ ਕਰਕੇ ਹਾਲ ਚਾਲ ਪੁੱਛਣ ਆ ਗਿਆ। ਕਿਉਂ ਮੈਂ ਸਜੇਰੀਅਨ ਕਰਾਇਆ? ਜੇ ਹਾਲ ਚਾਲ ਪੁੱਛਣ ਆਏ ਗਏ ਸੀ ਫਿਰ ਖਾਲੀ ਹੱਥ ਜ਼ਰੂਰ ਆਉਣਾ ਸੀ, ਨਾਲ ਫਲ ਫਰੂਟ ਲੈ ਆਉਣਾ ਸੀ। ਸਰ ਜੀ ਮੈਨੂੰ ਤੁਹਾਡੀ ਬਿਮਾਰੀ ਦਾ ਪਤਾ ਨਹੀਂ ਕਿ ਇਹਦੇ ਚ ਕਿਹੜਾ ਫਰੂਟ ਸੂਟ ਕਰੇਗਾ ਤੁਹਾਨੂੰ। ਵੈਸੇ ਬਾਹਰ ਗੰਨਿਆਂ ਦੀ ਰੇੜੀ ਖੜੀ ਹੈ, ਕਹੋ ਤਾਂ ਰਸ ਮੰਗਾਦਾ ਜਾਂ ਕੰਡੇਰੀਆਂ ਖਾ ਲੋ। ਐਡਵੋਕੇਟ ਢਿੱਲੋਂ ਨੂੰ ਟੀਚਰ ਪਹਿਲੇ ਕੇਸ ਤਾਂ ਜ਼ਮਾਨਤ ਹੋਗੀ ਤੇ ਪੁੱਤ ਹੁਣ ਹੋਣੀ ਵੀ ਨਹੀਂ। ਇਹ ਕਿਹੀ ਜੀ ਬਿਮਾਰੀ ਹੈ ਤੁਹਾਨੂੰ? ਕੇਸ ਤਾਂ ਸਾਰੇ ਹੀ ਯਾਦ ਹੈ, ਮੁੰਡਾ ਵਿਆਹਿਆ ਹੈ ਕਿ ਕੁਵਾਰਾ ਹੈ ਇਹ ਯਾਦ ਨਹੀਂ ਤੁਹਾਨੂੰ। ਕਿਹੜਾ ਕੁੱਤਾ ਕਹਿੰਦਾ ਮੇਰਾ ਮੁੰਡਾ ਕੁਵਾਰਾ? ਓਹੋ ਛੱਡੋ ਇਹਨਾਂ ਗੱਲਾਂ ਨੂੰ, ਐਂ ਦੱਸੋ ਤਬੀਅਤ ਕਿਵੇਂ ਹੈ ਤੁਹਾਡੀ? ਹੁਣ ਤੱਕ ਤਾਂ ਠੀਕ ਸੀ, ਪਰ ਤੂੰ ਮੈਨੂੰ ਦਿਮਾਗੀ ਬਿਮਾਰ ਜ਼ਰੂਰ ਕਰਕੇ ਜਾਏਂਗਾ। ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੇਰੇ ਦਿਮਾਗ 'ਚ ਇਹ ਗੱਲ ਪਾਈ ਕਿ ਨਹੀਂ ਆ ਕਿ ਮੇਰਾ ਮੁੰਡਾ ਹਜੇ ਤੱਕ ਵਿਆਹ ਨਹੀਂ? ਤੁਹਾਡੇ ਮੁੰਡੇ ਨੇ ਆਪ ਦੱਸਿਆ ਮੈਨੂੰ। ਠੀਕ ਹੈ, ਹੁਣ ਮੁੰਡਾ ਹੀ ਕਲੀਅਰ ਕਰੂ ਸਭ ਕੁਝ। ਇੱਥੇ ਹੀ ਖੜੀ, ਹਿੱਲੀ ਨਾ। ਗੋਲਡੀ ਹੁਣ ਸਾਰੇ ਥੋੜੀ ਹਿਲ ਜਾਣਗੇ। ਉਹ ਤੁਹਾਡੀ ਹੋ ਸਾਡੀ। ਹਾਂਜੀ ਹਾਂਜੀ ਡੈਡੀ, ਹਾਂਜੀ। ਹੁਣ ਆ ਕੀ ਨਵਾਂ ਸਿਆਪਾ ਪਾਇਆ? ਕੀ ਹੋਇਆ ਡੈਡੀ? ਪਹਿਲਾਂ ਇੱਕ ਨੂੰ ਤਾਂ ਸਾਂਭ ਲਾ, ਦੂਜੀ ਨੂੰ ਜੱਫਾ ਫੇਰ ਪਾ ਲਈ। ਦੂਜੀ ਨੂੰ ਮਤਲਬ? ਤੇਰਾ ਬਿੱਲੂ ਐਡਵੋਕੇਟ ਢਿੱਲੋਂ ਦਾ ਧੱਕੇ ਨਾਲ ਕੜਮ ਨੂੰ ਫਿਰਦਾ। ਡੈਡੀ ਤੁਸੀਂ ਕਿਹੜੇ ਪਾਗਲ ਦੀਆਂ ਗੱਲਾਂ 'ਚ ਆ ਗਏ? ਉਹ ਤਾਂ ਹਿੱਲਿਆ ਹੋਇਆ ਕੀ ਮਤਲਬ? ਡੈਡੀ ਜਦੋਂ ਦਾ ਉਹਦਾ ਕੋਰਟ 'ਚ ਕੇਸ ਚੱਲਦਾ ਨਾ, ਉਹਦੀ ਧੀ ਦਾ ਰਿਸ਼ਤਾ ਨਹੀਂ ਕਿਤੇ ਹੁੰਦਾ, ਬਸ ਦਿਮਾਗੀ ਪਰੇਸ਼ਾਨੀ ਕਰਕੇ ਆਪਣੀ ਧੀ ਦਾ ਰਿਸ਼ਤਾ ਲੈ ਕੇ ਵਿਚਾਰਾ ਦਰ ਤੇ ਭਟਕਦਾ ਫਿਰਦਾ। ਹਰ ਵਾਰੀ ਵਿਚਾਰੇ ਨੂੰ ਭਟਕਣ ਨੂੰ ਸਾਡਾ ਹੀ ਦਰ ਲੱਭਦਾ। ਡੈਡੀ ਤੁਸੀਂ ਪਿਆਰ ਨਾਲ ਟੈਕਲ ਕਰੋ। ਜਦੋਂ ਉਹਦਾ ਗੁੱਸਾ ਵੱਜ ਜਾਂਦਾ ਨਾ, ਉਹਦੀ ਗੱਲ ਮੰਨ ਕੇ ਉਹਨੂੰ ਗੱਲ ਨਾਲ ਲਾ ਲਓ, ਉਹਦਾ ਗੁੱਸਾ ਠੰਡਾ ਹੋ ਜਾਂਦਾ। ਹੁਣ ਬੁੜਿਆਂ ਨੂੰ ਵੀ ਜਵਾਕਾਂ ਨੂੰ ਟੈਕਲ ਕਰਨਾ ਪਊ। ਸ਼ੁਕਰ ਕਰੋ ਕਈ ਵਾਰੀ ਬੁੜਿਆਂ ਤੇ ਤਾਂ ਡਾਈਪਰ ਵੀ ਬਦਲਨੇ ਪੈ ਜਾਂਦੇ ਆ। ਨਹੀਂ, ਮੈਂ ਔਖਾ ਸੌਖਾ ਗੱਲ ਨਾਲ ਹੀ ਲਾ ਲੂੰ। ਤੁਸੀਂ ਫੇਰ ਆ ਗਏ। ਤੁਸੀਂ ਆਪ ਹੀ ਤਾਂ ਕਿਹਾ ਸੀਗਾ ਵੀ ਢਿੱਲੋਂ ਢਿੱਲਾ, ਇਸ ਕਰਕੇ ਹਾਲ ਚਾਲ ਪੁੱਛਣ ਆ ਗਿਆ। ਉਹ ਜਿਹੜੇ ਬੰਦੇ ਨੂੰ ਦਵਾਈ ਦੇ ਕੇ ਡਾਕਟਰ ਨਹੀਂ ਉਹਦਾ ਦੁਬਾਰਾ ਹਾਲ ਪੁੱਛਦਾ ਵੀ ਜਿਉਂਦਾ ਕਿ ਮਰ ਗਿਆ, ਤੁਸੀਂ ਸਿੱਧਾ ਹਾਲ ਪੁੱਛਣ ਆ ਗਏ ਉਹਦਾ। ਅੱਛਾ ਐਨੇ ਹਿੱਲੇ ਹੋਏ ਆ, ਫਿਰ ਤਾਂ ਕਿਸੇ ਨੂੰ ਨੁਕਸਾਨ ਵੀ ਪਹੁੰਚਾ ਸਕਦੇ। ਤੁਸੀਂ ਐ ਕਰੋ, ਇੱਕ ਵਾਰਨਿੰਗ ਲਿਖ ਕੇ ਬਾਹਰ ਲਮਕਾ ਦੋ ਵੀ ਇਸ ਘਰ ਦੇ ਵਿੱਚ ਇੱਕ ਦਿਮਾਗੀ ਮਰੀਜ਼ ਹੈ। ਉਹ ਮੈਂ ਤਾਂ ਸੋਚਦਾ ਸੀ ਗੋਲਡੀ ਦਾ ਪਾਪੂ ਹੀ ਹਿੱਲਿਆ ਹੋਇਆ, ਪਰ ਇੱਥੇ ਤਾਂ ਉਹਦਾ ਸਹੁਰਾ ਵੀ ਹਿੱਲਿਆ। ਉਹ ਕੋਈ ਇਹੋ ਜਿਹੀਆਂ ਗੱਲਾਂ ਵੀ ਬਾਹਰ ਲਮਕਾਉਂਦਾ ਹੁੰਦਾ ਲਿਖ ਕੇ। ਫਿਰ ਐ ਕਰੋ ਬਈ, ਇੱਕ ਫੱਟੀ ਹਿਲਦੀ ਹੋਈ ਲਮਕਾ ਦੋ ਜਿਹਦੇ ਤੇ ਢਿੱਲੋਂ ਲਿਖਿਆ ਹੋਵੇ, ਜਿਹਨੇ ਸਮਝਣਾ ਹੋਏ ਸਮਝ ਜੂ। ਜਿੰਨੀ ਤੁਸੀਂ ਉਹਨਾਂ ਨਾਲ ਬਹਿਸ ਕਰੀ ਜਾਓਗੇ ਨਾ, ਉਹਨਾਂ ਦਾ ਪਾਗਲਪਨ ਹੋਰ ਵੱਧਦਾ ਜਾਣਾ। ਇਹ ਤਾਂ ਕਈ ਵਾਰ ਕਿਸੇ ਨੂੰ ਦੰਦੀ ਵੀ ਵੱਢ ਲੈਂਦੇ ਹੁੰਦੇ ਆ। ਫੂਕ ਮਾਰੀ ਇੱਧਰ ਗੱਲ ਮੈਂ ਕਰ ਰਿਹਾ। ਹੁਣ ਮੈਂ ਫੂਕ ਵੀ ਨਾ ਬਣਾਵਾਂ। ਫੂਕ ਉਹਨੇ ਕੱਢ ਦੇਣੀ ਤੁਹਾਡੀ, ਉਹਨੂੰ ਚੁੱਪ ਕਰਾਉਣ ਲਈ ਕੁਝ ਮਾਰਨਾ ਪੈਂਦਾ ਹੁੰਦਾ ਉਹਦੇ। ਮਾਰ ਤਾਂ ਮੈਂ ਕਦੋਂ ਦਾ ਦਿੰਦਾ ਜੇ ਮੈਂ ਆਪਣੀ ਧੀ ਨਾਲ ਵਿਆਹਣੀ ਹੁੰਦੀ ਐ ਇਸ ਘਰੇ। ਆ ਗਿਆ। ਉਹ ਕੋਈ ਚੀਜ਼ ਤਾਂ ਦੇ ਜੋ ਮਾਰਨ ਵਾਸਤੇ, ਕਈ ਵਾਰੀ ਮਾਰਨਾ ਪੈ ਸਕਦਾ। ਫਿਰ ਹਾਲੇ ਪੇਪਰ ਵੇਟ ਪਿਆ ਨਾ, ਇਹਦੇ ਨਾਲ ਕੰਮ ਚਲਾ ਲਿਓ। ਨਹੀਂ ਤਾਂ ਫੁੱਲ ਮਾਰੀ ਗਮਲੇ ਦੇ ਸਾੜੇ। ਲਓ ਬਿੱਲੂ ਜੀ, ਆ ਗਿਆ ਮੇਰਾ ਮੁੰਡਾ। ਜਿਹੜੀ ਗੱਲ ਕਰਨੀ ਆ ਬੈਠ ਕੇ ਕਲੀਅਰ ਕਰ ਲਓ। ਮੈਨੂੰ ਤਾਂ ਸਭ ਕੁਝ ਕਲੀਅਰ ਹੈ ਢਿੱਲੋਂ ਸਾਹਿਬ, ਤੁਸੀਂ ਆਪ ਪੁੱਛ ਲਓ ਇਹਨੂੰ। ਡੈਡੀ ਛੱਡੋ ਨਾ, ਕਿਉਂ ਬਾਰ-ਬਾਰ ਉਹੀ ਗੱਲ ਰਿਪੀਟ ਕਰੀ ਜਾਂਦੇ ਹੋ ਤੁਸੀਂ? ਬੇਟੇ ਫਿਰ ਇਹਨਾਂ ਨੂੰ ਪਿਆਰ ਨਾਲ ਸਮਝਾਓ ਨਾ ਕਿ ਤੇਰਾ ਵਿਆਹ ਹੋ ਗਿਆ, ਤੂੰ ਨਹੀਂ ਹੋ ਕੁਆਰਾ। ਢਿੱਲੋਂ ਸਾਹਿਬ ਤੁਸੀਂ ਕੀ ਲੈਣਾ ਵਿਆਹੇ ਕੁਆਰੇ ਤੋਂ? ਤੁਸੀਂ ਅੰਦਰ ਜਾ ਕੇ ਖੇਸੀ ਲੈ ਕੇ ਰੈਸਟ ਕਰੋ। ਮੈਨੂੰ ਤਾਂ ਰੈਸਟ ਦੀ ਲੋੜ ਨਹੀਂ, ਅਲਬੱਤਾ ਤੁਹਾਨੂੰ ਜ਼ਰੂਰ ਲੱਗਦੀ ਆ। ਅੰਦਰ ਬਹਿ ਕੇ ਇਕੱਠੇ ਨਾ ਕਰ ਲਈਏ। ਮੈਂ ਤਾਂ ਬਿਲਕੁਲ ਸੈੱਟ ਹੈ। ਕਿੰਨਾ ਕੁ ਸੈੱਟ ਆ ਇਹ ਤਾਂ ਮੈਨੂੰ ਪਤਾ। ਬਿੱਲੂ ਜੀ ਦਰ ਧੱਕੇ ਖਾਣ ਨਾਲ ਕੁਝ ਨਹੀਂ ਹੋਣਾ। ਜੇ ਚਾਹੁੰਦੇ ਹੋ ਨਾ ਤੁਹਾਡੀ ਕੁੜੀ ਦਾ ਕਿਤੇ ਵਿਆਹ ਹੋ ਜਾਵੇ, ਆ ਕਰਤੂਤਾ ਬੰਦ ਕਰ ਦਿਓ, ਨਹੀਂ ਕਿਤੇ ਵੀ ਨਹੀਂ ਹੋਣਾ। ਕਿਤੇ ਕਿਉਂ? ਕੁੜੀ ਇੱਥੇ ਵਿਆਹਾਂਗੇ ਬਾਜੇ ਗਾਜੇ ਨਾਲ। ਤੁਸੀਂ ਪਹਿਲਾਂ ਚੰਗੀ ਤਰ੍ਹਾਂ ਠੀਕ ਤਾਂ ਹੋ ਲੋ। ਉਹ ਗੋਲਡੀ ਜੇ ਤੂੰ ਚਾਹੁੰਦਾ ਤੇਰਾ ਪਿਓ ਸੱਚੀ ਮੁੱਚੀ ਨਾ ਹਿੱਲੇ, ਇਹਨੂੰ ਕਹਿ ਇੱਥੇ ਨਾ ਆ ਕਰ। ਨਹੀਂ ਮੈਥੋਂ ਬੁਰਾ ਕੋਈ ਨਹੀਂ। ਕਿਉਂ? ਤੁਸੀਂ ਰੋਜ਼ ਬੰਦਾ ਬਾਹਰ ਕੇ ਸੌਂਦੇ? ਗੋਲਡੀ ਮੇਰੇ ਕੋਲ ਇਹਨਾਂ ਸਟੈਮਨਾ ਹੈ ਨਹੀਂ ਇੰਨੀ ਮਗਜ ਖਪਾਈ ਕਰਨ ਨੂੰ। ਇਹੋ ਜਿਹੇ ਪਾਗਲ ਨੂੰ ਬਾਹਰੋਂ ਬਾਹਰ ਅਟੈਂਡ ਕਰ ਲਿਆ ਕਰੋ। ਮੈਂ ਇਹਦੇ ਮੂੰਹ ਨੂੰ ਚੁੱਪ ਹੈ, ਨਹੀਂ ਮੈਂ ਤੈਨੂੰ ਦੱਸ ਦਿੰਦਾ ਕਿ ਪਾਗਲ ਕੌਣ ਹੈ। ਚੁੱਪ ਕਾਹਨੂੰ ਕਰਨਾ, ਅੱਜ ਬੋਲ ਹੀ ਪੈ। ਉਹ ਛੱਡੋ ਅੰਕਲ ਜੀ, ਆਪਾਂ ਲੜਨਾ ਥੋੜੀ ਹੈ ਜੀ। ਨਾ ਨਾ ਲੜ ਕੌਣ ਰਿਹਾ? ਫਿਰ ਵੀ ਇਹ ਮੇਰਾ ਹੋਣ ਵਾਲਾ ਕੁੜਮ ਹੈ। ਓਏ ਸੋ ਕਾਲਡ ਕੁੜਮਾ, ਅਸਲ ਗੱਲ ਤਾਂ ਇਹ ਆ ਜਿੱਦਣ ਦਾ ਤੂੰ ਜੇਲ੍ਹ ਚੋਂ ਮੁੜਿਆ ਤੇਰੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ, ਇਸ ਕਰਕੇ ਤੂੰ ਹਿੱਲਿਆ ਹੋਇਆ। ਆਪਣਾ ਇਲਾਜ ਕਰਾ ਬੰਸਲਾ। ਕੀ ਭੌਂਕਿਆ ਤੂੰ? ਦੱਸਾਂ ਅੰਕਲ ਪੱਥਰ ਹੱਥ ਫੜ ਤੇ ਲਿਆ, ਮਾਰਨਾ ਨਹੀਂ ਹੈਗਾ।
मैं क्या यार मारना नहीं हैगा। मैं समझ गया सी। ਡੈਡੀ ਮਾਹੌਲ ਵਿਗੜ ਗਿਆ, ਭੱਜ ਲੋ। ਯਾਰ ਭੱਜਣ ਵਾਲੀ ਕੀ ਗੱਲ ਆ, ਅਸੀਂ ਮਰ ਗਏ ਆ। ਅੰਕਲ ਤੁਹਾਨੂੰ ਕਿਹਾ ਸੀ ਪੱਥਰ ਨਹੀਂ ਮਾਰਨਾ, ਹੁਣ ਕਿਤੇ ਆ ਸਾਡੇ ਪਿੱਛੇ ਪਿਆ ਗਮਲਾ ਨਾ ਚੱਕ ਕੇ ਮਾਰਿਓ। हाँ जी अंकल नहीं मारना, ਚੱਕ ਦੋ। नहीं मारना ਅੰਕਲ ਜੀ ਥੋਤੋਂ ਗਮਲਾ ਵੀ ਨਹੀਂ ਵੱਜਿਆ ਹੈਗਾ, ਸ਼ੁਕਰ ਹੈ। ਹੁਣ ਆਪਾਂ ਬੈਟ ਨਹੀਂ ਚੱਕਣ ਦੇਣਾ। ਕਿਹੜਾ ਹੋ ਜਿਹੜਾ ਪਿੱਛੇ ਪਿਆ ਆਵਲਾ ਬੈਟ ਮੈਂ ਤੁਹਾਨੂੰ ਨਹੀਂ ਦੇਣਾ। ਹਾਂ ਨਹੀਂ ਦੇਣਾ। ਮਾਰ ਮਾਰਨਾ ਨਹੀਂ, ਮਾਰਨਾ ਨਹੀਂ, ਮਾਰਨਾ ਨਹੀਂ। ਓਏ ਮਾਰੋ 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 ਨਾ, ਮਾਰੋ ਮਾਰੋ ਨਾ। ਜੀਜੂ ਨੂੰ ਕੁੱਟ ਰਹੇ ਨੇ। ਓਏ ਖਬਰਦਾਰ ਜੇ ਮੇਰੇ ਜੀਜੂ ਨੂੰ ਹੱਥ ਲਾਇਆ ਤਾਂ, ਨਹੀਂ ਤੇ ਇੰਨਾ ਪੱਗ ਪਿੰਡ ਮਾਰਾਂਗਾ ਨਾ, ਪਤਾ ਉਦੋਂ ਚੱਲ ਗਿਆ ਜਦੋਂ ਤੁਪਕਾ ਖੂਨ ਦਾ ਪਾਏਗਾ। ਹੁਣ ਮੋਢੇ ਤੇ ਨਾ ਮਾਰੋ, ਨਾ ਮਾਰੋ। हेलो प्लीज यार, मेरे जीजू ਨੂੰ ਬੰਦੇ ਕੁੱਟਣ ਵੇ ਯਾਰ। ਸਾਲੇ ਇੰਸਟਰਕਸ਼ਨ ਦੇ ਦੇ, ਤੁਸੀਂ ਮੇਰਾ ਪਿਓ ਬਰਬਾਉਣਾ। ਡੈਡੀ ਚੱਪੀ ਪੱਕੀ ਕੰਮ ਨਿਬੇੜੋ। ਬਿੱਲੂ ਜੀ ਮੈਨੂੰ ਸਮਝ ਆ ਗਈ, ਤੁਸੀਂ ਸਹੀ ਹੋ, ਤੁਸੀਂ ਸਹੀ ਹੋ। ਲੋ ਹੁਣ ਬਣ ਗਏ ਮੁੰਡੇ, ਤੁਹਾਡਾ ਇਲਾਜ ਬਿਲਕੁਲ ਸਹੀ ਹੈ। ਢਿੱਲੋਂ ਸਾਹਿਬ ਹੁਣ ਕਦੋਂ ਆਵਾਂ? ਬਸ ਪਹਿਲੀਆਂ ਸੱਟਾਂ ਠੀਕ ਹੋ ਲੈਣ ਦਿਓ, ਫਿਰ ਆ ਜਾਓ। ਢਿੱਲੋਂ ਸਾਹਿਬ ਇਸ ਇਲਾਜ ਲਈ ਮੈਂ ਸੌਰੀ ਮੰਗਦਾ, ਪਰ ਕਰੀਏ ਕੀ? ਡਾਕਟਰਾਂ ਨੇ ਇਹੀ ਇਲਾਜ ਦੱਸਿਆ ਹੈ। ਹੁਣ ਅੱਗੇ ਨਾਲੋਂ ਤਾਂ ਫਰਕ ਹੈ ਨਾ? ਹਾਂ ਲੱਗਦਾ ਰਿਹਾ ਹੈ। ਠੀਕ ਹੈ, ਚੰਗਾ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚਲੋ ਛੱਡੋ, ਮੱਲਾ ਦੀ ਲੜਾਈ ਖਤਮ ਹੋ ਗਈ ਯਾਰ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਨੇਤਾ ਕਹਿੰਦਾ ਆਪਣੀ ਧੀ ਦਾ ਰਿਸ਼ਤਾ ਲੈ ਕੇ। ਸਾਹਿਬ ਜੀ ਤੁਸੀਂ ਨਾ ਕੋਠੀ ਵੇਚ ਦਿਓ, ਇਹਨੇ ਨਵੀਂ ਵੀ ਲੱਭ ਲੈਣੀ ਹੈ। ਅਬ ਢਿੱਲੋਂ ਸਾਹਿਬ, ਇਹਨੂੰ ਗਲੋਂ ਲਾਉਣ ਦੀ ਮੇਰੇ ਕੋਲ ਇੱਕ ਸਕੀਮ ਹੈ। ਤੁਸੀਂ ਕਹਿ ਦੋ ਵੀ ਗੋਲਡੀ ਨੇ ਰੇਪ ਕੀਤਾ ਹੈ। ਯਾਰ ਚੰਗੇ ਲੱਗਾਂਗੇ। ਫਿਰ ਕਹਿ ਦੋ ਗੋਲਡੀ ਦਾ ਰੇਪ ਹੋਇਆ ਹੈ। ਰੱਬ ਦਾ ਵਾਸਤਾ ਤੂੰ ਟਾਈਮ ਤੇ ਕਿਰਾਇਆ ਹੀ ਦੇ ਦਿਆ ਕਰ, ਸਲਾਹ ਨਾ ਦਿਆ ਕਰ। ਅੱਜ ਅਸਤੇ ਹਨੀ ਦੀ ਸੰਗਤ ਚ ਆ ਕੇ ਗਲਤੀ ਕਰ ਬੈਠੇ ਬਾਬਾ ਜੀ, ਬਚਾ ਲਿਓ ਬਾਬਾ ਜੀ, ਅੱਗੇ ਤੋਂ ਨਹੀਂ ਕਰਦਾ ਇਹ ਜੇ ਕੰਮ। ਯਾਰ ਟੈਨਸ਼ਨ ਕਿਉਂ ਲੈਣਾ, ਕਰ ਦਿਆ ਕੁਝ। ਗੋਲਡੀ, ਇੱਕ ਤਰੀਕਾ ਹੈਗਾ ਜਿਹਦੇ ਨਾਲ ਬਚਿਆ ਜਾ ਸਕਦਾ, ਬਹੁਤ ਹੀ ਵਧੀਆ। ਕੀ ਤਰੀਕਾ ਦੱਸੋ? ਤੈਨੂੰ ਅੱਡ ਹੋ ਕੇ ਦੱਸਾਂ? ਤੁਸੀਂ ਇਹਨਾਂ ਨਾਲੋਂ ਸਿਆਣੇ ਲੱਗਦੇ ਹੋ। ਗੁਰੂ ਘਰ ਆ ਕੇ ਸੰਗਤ ਜੀ ਦੁਨਿਆਵੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਗਲਤੀ ਹੋ ਗਈ। ਕਰਾ ਲਈ ਨਾ, ਗੁਰੂ ਘਰ ਚ ਵੀ ਭੇਜਤੀ। ਦੁਨੀਆ 'ਚ ਇੱਕੋ ਥਾਂ ਬਚੀ ਸੀ ਜਿੱਥੇ ਮੇਰੀ ਕਦੀ ਬੇਇੱਜ਼ਤੀ ਨਹੀਂ ਸੀ ਹੋਈ। ਗੁਰੂ ਘਰ 'ਚ ਵੀ ਕਰਾਤੀ ਜਾਓ। ਤੁਸੀਂ ਦੋਵੇਂ ਮੇਰੇ ਮਗਰੋਂ ਕਿਉਂ ਨਹੀਂ ਲੈਂਦੇ ਯਾਰ? ਓ ਯਾਰ ਦੱਸ ਤਾਂ ਸੀ ਆਪਾਂ ਕਿਵੇਂ ਬਚ ਸਕਦੇ ਹਾਂ। ਯਾਰ ਮੈਂ ਕਹਿ ਰਿਹਾ ਮਾਂ, ਜੇ ਬਿੱਲੂ ਬਾਂਸਲ ਦੀ ਕੁੜੀ ਦੇ ਨਾਲ ਮੇਰਾ ਵਿਆਹ ਹੋ ਜਾਵੇ। ਕੀ ਕਹਿ ਰਿਹਾ ਤੂੰ? ਉਹ ਯਾਰ ਸਿਰਫ ਤੇਰੇ ਡੈਡੀ ਦੀ ਨਿਗਾਹ 'ਚ ਕਹਿ ਰਿਹਾ ਮਾਂ। ਹਾਂ ਉਹ ਤਾਂ ਠੀਕ ਹੈ ਯਾਰ, ਜੇ ਫਿਰ ਵੀ ਫਸ ਗਏ ਤਾਂ? ਯਾਰ ਜੇ ਫਸ ਗਏ ਤਾਂ ਬਾਬਾ ਜੀ ਕੋਲੇ ਆ ਕੇ ਕਹਿ ਦਾਂਗੇ ਬਾਬਾ ਜੀ ਬਚਾ ਲਓ। ਫਿਰ ਹੁਣੀ ਕਹਿ ਚੱਲੋ, ਹਾਂ ਬਾਬਾ ਜੀ ਜੇ ਗਲਤੀ ਹੋ ਗਈ ਸਾਤੋਂ, ਬਚਾ ਲਿਓ ਤੁਸੀਂ ਆਪਣੇ ਆਪ ਹੀ, ਠੀਕ ਹੈ? ਕਾਦੀ ਮਠਿਆਈ ਆ ਬਈ? ਖੋਏ ਦੀ ਖੁਸ਼ੀ। ਉਹ ਖੁਸ਼ੀ ਰਾਮ ਦੇ ਮੈਂ ਜਾ ਨਹੀਂ ਸਕਿਆ, ਫਿਰ ਲੋਕਲ ਜਿਹੇ ਹਲਵਾਈ ਤੋਂ ਹੀ ਲੈ ਆਇਆ। ਉਹ ਸਾਲਿਆ ਮੈਂ ਇਹ ਪੁੱਛਿਆ ਖੁਸ਼ੀ ਕਿਸ ਗੱਲ ਦੀ ਆ? ਉਹ ਅੱਛਾ, ਉਹ ਆਪਣੇ ਬਿੱਲੂ ਬੰਸਲ ਜੀ ਨਹੀਂ ਹੈਗੇ, ਉਹਨਾਂ ਦੀ ਧੀ ਨਾਲ ਆਪਣੀ ਜੱਸ ਦਾ ਰਿਸ਼ਤਾ ਪੱਕਾ ਹੋ ਗਿਆ। ਉਹ ਸ਼ੁਕਰ ਆ ਮੇਰੇ ਦਾਤਾ, ਮੇਰੇ ਮੁੰਡੇ ਦਾ ਖਹਿੜਾ ਤਾਂ ਛੁੱਟਿਆ। ਇਹੋ ਜਿਹਾ ਘਟੀਆ ਇਨਸਾਨ ਅਖੀਰ ਨੂੰ ਮੁੰਡਾ ਵੀ ਸਾਲਾ ਇਸੇ ਘਰ ਚੋਂ ਲੈ ਕੇ ਨਿਕਲਿਆ। ਬਿੱਲੂ ਨੇ ਤਾਂ ਉਸ ਗਾਹਕ ਵਾਲੀ ਕੀਤੀ, ਕਿਹੜਾ ਹਲਵਾਈ ਦੀ ਦੁਕਾਨ ਤੇ ਬੜਿਆ ਤਾਂ ਕਾਜੂ ਦੀ ਬਰਫੀ ਲੈਣ ਸੀ, ਤੇ ਅਖੀਰ ਨੂੰ ਨਿਕਲਿਆ ਖਰੀਦ ਕੇ ਪੇਠਾ। ਉਹ ਛੱਡੋ ਡੈਡੀ, ਆਪਾਂ ਕੀ ਲੈਣਾ? ਅਗਲਾ ਚਾਹੀਦੀ ਪੇਠਾ ਲੈ ਕੇ ਨਿਕਲੇ ਭਾਵੇਂ ਮਖਾਣੇ। ਖੈਰ ਅੱਜ ਮੈਂ ਖੁਸ਼ ਬਹੁਤ ਹਾਂ ਯਾਰ। ਡੈਡੀ ਇੱਕ ਰਿਕਵੈਸਟ ਸੀਗੀ। ਤੁਹਾਨੂੰ ਪਤਾ ਹੈ ਜਸ ਦੇ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ। ਜੇ ਵਿਆਹ ਦੇ ਵਿੱਚ ਉਹਦੇ ਡੈਡੀ ਬਣ ਕੇ ਸਾਰੇ ਫਰਜ਼ ਤੁਸੀਂ ਨਿਭਾ ਦਿਓ ਤਾਂ। ਜੀਜੂ ਦਾ ਤੇਰਾ ਡੱਡੀ ਬਣ ਕੇ ਪਛਤਾ ਰਿਹਾ, ਤੂੰ ਅੱਗੋਂ ਕਿਰਾਏਦਾਰਾਂ ਦਾ ਵੀ ਡੱਡੀ ਬਣਾਉਣ ਨੂੰ ਫਿਰਦਾ। ਉਹ ਮੇਰਾ ਬੇਲੀ ਹੈ। ਫਿਰ ਬੇਲੀ ਨੂੰ ਆਪਣੇ ਤੱਕ ਸੀਮਤ ਰੱਖਣਾ। ਜੀਜੂ ਨੂੰ ਉਹਦੀ ਮਾਂ ਦਾ ਬੇਲੀ ਬਣਾਉਣ ਤੇ ਕਿਉਂ ਤੁਲਿਆ ਹੋਇਆ ਹੈ? ਸਾਲਾ ਇਹੋ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ, ਕਸਮੈਲਾ ਚੰਡ ਮਾਰਾਂਗਾ। ਡੈਡੀ ਸਾਲੇ ਤੈਨੂੰ ਤਾਂ ਇਸ ਗੱਲ ਦੀ ਅੱਗ ਲੱਗੀ ਹੋਈ ਆ ਕਿ ਇਸ ਉਮਰ ਵਿੱਚ ਦੂਜੀ ਵਾਰੀ ਪਿਓ ਕਿਵੇਂ ਬਣ ਜਾ। ਉਹ ਤੂੰ ਜੱਸ ਨੂੰ ਕਹਿ, ਜੇ ਤੈਨੂੰ ਮਾਂ ਦੀ ਲੋੜ ਆ ਮੈਂ ਉਹਦਾ ਵੀ ਜੁਗਾੜ ਕਰ ਦੂੰ। ਮਰ ਜਾਗਾ, ਮਿਟ ਜਾਗਾ, ਬਰਬਾਦ ਹੋ ਜਾਗਾ, ਪਰ ਇਸ ਘਰ 'ਚ ਦੂਸਰੀ ਦਿੱਦੀ ਨਹੀਂ ਆਣ ਦਿਆਂਗਾ ਮੈਂ। ਇਹਨੂੰ ਕਰਨ ਦੇ ਬਕਵਾਸ ਯਾਰ, ਤੂੰ ਦੂਜੀ ਦਾ ਪ੍ਰਬੰਧ ਕਰ। ਠੀਕ ਮੇਰਾ ਮਤਲਬ ਜੱਸ ਨੂੰ ਕਹਿ ਤੂੰ ਵਿਆਹ ਦਾ ਪ੍ਰਬੰਧ ਕਰ। ਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਦੀ ਦੀਦੀ ਨਾਲ ਤੁਸੀਂ ਵਿਆਹ ਕਰਾ ਕੇ ਮਿਲਿਆ। ਮਜ਼ਾਕਾਂ ਕਰਦਾ? 2 ਵਾਰੀ ਮਾਂ ਕਹਿਣ ਨਾਲ ਮੰਮਾ ਬਣਦਾ। ਸਾਲਿਆ 2 ਵਾਰੀ ਡੱਡਾ ਕਹਿਣ ਨਾਲ ਡੈਡੀ ਵੀ ਤਾਂ ਬਣਦਾ। ਜੀਜੂ ਬਿੱਲੂ ਜੀ ਪੁਰਾਣੀਆਂ ਗੱਲਾਂ ਭੁੱਲ ਜਾਓ, ਬੇਟੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ। ਢਿੱਲੋਂ ਸਾਹਿਬ ਤੁਹਾਨੂੰ ਵੀ ਤੁਹਾਡੇ ਮੁੰਡੇ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਕ ਮਿੰਟ,
ਮੈਂ ਮੁੰਡੇ ਦਾ ਕੱਚਾ ਪੱਕਾ ਪਿਓ ਆ। ਮੈਂ ਤਾਂ ਸਿਰਫ ਇੱਥੇ ਪਿਓ ਦੇ ਫਰਜ਼ ਨਿਭਾਉਣਾ ਆ। ਚਲੋ ਫਿਰ ਫਰਜ਼ਾਂ ਤੇ ਹੀ ਆ ਜਾਂਦੇ ਆ। ਢਿੱਲੋਂ ਸਾਹਿਬ, ਇਸ ਵਿਆਹ ਤੇ ਮੇਰਾ ਬਹੁਤ ਪੈਸਾ ਲੱਗਿਆ ਹੈ। ਤੁਹਾਡਾ ਮੁੰਡਾ ਕਹਿੰਦਾ ਸੀਗਾ ਇੱਕ ਵਾਰੀ ਵਿਆਹ ਤੇ ਦਿਲ ਖੋਲ ਕੇ ਖਰਚਾ ਕਰ ਦੋ, ਬਾਕੀ ਅੱਧੇ ਪੈਸੇ ਮੈਂ ਡੈਡੀ ਜੀ ਤੋਂ ਦਵਾ ਦੂੰਗਾ। ਮੈਂ ਇੱਥੇ ਫਰਜ਼ ਨਿਭਾਉਣਾ ਆ, ਕੋਈ ਕੱਪੜੇ ਲਹਾਉਣ ਨਹੀਂ ਆਇਆ। ਹਾਂ, ਇਹਨੇ ਤਾਂ ਮੈਂ ਕਿਰਾਏ ਦੇ ਨਹੀਂ ਸਾਲੇ ਪੈਸੇ ਉਹਦੇ ਕੋਲੋਂ ਇਕੱਠੇ ਕੀਤੇ ਹੁਣ ਤੱਕ, ਜਿੰਨੇ ਮੇਰੇ ਤੁਸੀਂ ਲਵਾਉਣ ਨੂੰ ਫਿਰਦੇ ਹੋ। ਠੰਡ ਰੱਖੋ ਢਿੱਲੋਂ ਸਾਹਿਬ, ਠੰਡ ਰੱਖੋ। ਇੱਕ ਧੀ ਦੇ ਮਜਬੂਰ ਬਾਪ ਦੀ ਬੇਨਤੀ ਹੈ, ਮੈਂ ਬਰਾਤੀਆਂ ਦੀ ਸੇਵਾ ਤਾਂ ਕਰ ਸਕਦਾ, ਪਰ ਇੱਥੇ ਤੁਹਾਡੀ ਸੇਵਾ ਕਰਦਾ ਚੰਗਾ ਨਹੀਂ ਲੱਗਣਾ। ਲੋਕਾਂ ਨੇ ਕਹਿਣਾ ਦਹੇਜ ਮੰਗਦੇ ਹੋਣੇ, ਤਾਂ ਕਟਾਪਾ ਚਾੜਿਆ ਇਹਨਾਂ ਦਾ। ਯਾਰ ਮੈਨੂੰ ਤਾਂ ਮਸਲਾ ਭੜਕਦਾ ਲੱਗਦਾ। ਉਹ ਕਰੇ ਤਾਂ ਫਿਰ ਵੀ ਠੀਕ ਸੀ, ਜੇ ਪਬਲਿਕਲੀ ਡੈਡੀ ਦੇ ਕੁੱਟ ਪੈ ਗਈ ਨਾ, ਸਾਡੀ ਤਾਂ ਇੱਜ਼ਤ ਮਿੱਟੀ 'ਚ ਰੁਲ ਜਾਣੀ ਹੈ। ਤੁਹਾਡੀ ਇੱਜ਼ਤ ਮਿੱਟੀ 'ਚ ਰੁਲ ਗਈ ਤੇ ਮਿੱਟੀ ਦੀ ਕੀ ਇੱਜ਼ਤ ਰਹਿਣੀ ਆ? ਇਸ ਤੋਂ ਪਹਿਲਾਂ ਕਿ ਹੋਰ ਮਿੱਟੀ ਪੁੱਟੀ ਜਾਏ, ਗੱਲ ਤੇ ਮਿੱਟੀ ਪਾਓ ਤੇ ਗਾਉਣ ਵਜਾਉਣ ਸ਼ੁਰੂ ਕਰੋ। ਹਾਏ ਮਰ ਗਏ, ਬਚਾਓ। ਸੌਰੀ, ਇਹ ਸਭ ਦੇਖਣ ਤੋਂ ਪਹਿਲਾਂ ਮੈਂ ਕਿਉਂ ਨਹੀਂ ਮਰ ਗਿਆ? ਤੇ ਤੂੰ ਤਾਂ ਸਵਰਗਾਂ 'ਚ ਪਈ ਵੀ ਲੁੱਟੀ ਗਈ। ਦੇਖ ਤੂੰ ਨਹੀਂ, ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਤੋਂ ਪਹਿਲਾਂ ਉਸ ਪੜੋਸ ਦੇ ਕੇ ਇਹਨੂੰ ਅੰਦਰ ਹੀ ਪਾਲਿਆ ਕਰੋ। ਯਾਰ ਇਹੀ ਜੀ ਕੋਈ ਗੱਲ ਨਹੀਂ, ਤੂੰ ਗਲਤ ਸੋਚ ਰਿਹਾ। ਮੈਂ ਤਾਂ ਸਿਰਫ ਅੜ ਕੇ ਡਿੱਗ ਪਿਆ ਸੀ ਉੱਤੇ। ਸਾਹਿਬ ਜੀ ਜੇ ਡਿੱਗਣਾ ਹੀ ਸੀ ਤਾਂ ਉਰੇ ਪਰੇ ਡਿੱਗ ਜਾਂਦੇ, ਮੈਨੂੰ ਨਾਲ ਲੈ ਕੇ ਕਿਉਂ ਡਿੱਗ ਪਏ? ਮੈਂ ਤੇ ਆਪਣੀ ਮਾਂ ਨੂੰ ਰੋਣਾ ਕਿ ਮੇਰੀ ਜਗ੍ਹਾ ਕੋਈ ਕੁੜੀ ਜੰਮ ਲੈਂਦਾ। ਮੈਂ ਤੁਹਾਡੀ ਸਾਲੀ ਬਣ ਕੇ ਤੁਹਾਡਾ ਦਿਲ ਪਰਚਾਉਂਦੀ, ਘੱਟੋ ਘੱਟ ਇਹਦੇ ਨਾਲ ਖੇਤਾ ਨਾ ਖਾਂਦੇ। ਸਾਹਿਬ ਜੀ ਅੱਜ ਨਾ ਰੁਕਿਓ, ਮੈਂ ਛਾਲ ਮਾਰ। ਨਹੀਂ ਨਹੀਂ ਛੱਡੋ, ਨਹੀਂ ਛੱਡੋ, ਤੂੰ ਕੱਲੀ ਨਹੀਂ ਮਰੇਂਗੀ। ਜੇ ਤੂੰ ਮਰੇਂਗੀ ਅੱਜ ਮੈਂ ਤੇਰੇ ਨਾਲ ਮਰੂ। ਇਕੱਠੇ ਨਾ ਮਰਿਓ, ਇੱਕ ਜਨ ਰੁਕ ਕੇ ਮਰ ਜਾਈਓ। ਜੇ ਉੱਪਰ ਦੀਦੀ ਨੇ ਇਕੱਠਿਆਂ ਨੂੰ ਦੇਖ ਲਿਆ, ਤੁਹਾਨੂੰ ਛੱਡਣਾ ਨਹੀਂ। ਓਏ ਤੂੰ ਇੱਥੇ ਕੀ ਕਰ ਰਿਹਾ? ਕਿਉਂ ਰੌਲਾ ਪਾਇਆ? ਤੁਸੀਂ ਮੈਨੂੰ ਤੇ ਮੇਰੇ ਘਰ ਵਾਲੀ ਮੀਤ ਨੂੰ ਸੌਣ ਕਿਉਂ ਨਹੀਂ ਦੇ ਰਹੇ? ਇੱਥੋਂ ਹੋਇਆ ਕੀ ਹੈ? ਕੀ ਦੱਸਾਂ ਯਾਰ, ਕੁਝ ਨਹੀਂ ਹੋਇਆ। ਝੂਠ ਕਿਉਂ ਬੋਲ ਰਹੇ ਹੋ ਜੀਜੂ? ਜੇ ਮੈਂ ਤੁਹਾਡਾ ਐਮਐਮਐਸ ਬਣਾ ਲੈਂਦਾ ਫਿਰ ਯਕੀਨ ਆ ਜਾਣਾ ਸੀ। ਆਪਸ ਵਿੱਚ ਗੰਦੀਆਂ ਗੱਲਾਂ ਕਰੀ ਚੱਲਿਓ, ਮੈਨੂੰ ਨਾ ਦੱਸਿਓ। ਦਰਅਸਲ ਗੱਲ ਐ ਵੇ ਕਿ ਤੇਰਾ ਮੁੰਡਾ ਤੇ ਤੇਰੇ ਡੈਡੀ ਦਾ ਮੁੰਡਾ ਦੋਨੋਂ ਚਾਚਾ ਭਤੀਜਾ ਇਕੱਠੇ ਸਕੂਲ ਜਾਇਆ ਕਰਨਗੇ। ਡੈਡੀ ਸੱਚੀ? ਸਾਲਾ ਕੁੱਤਾ ਭੌਂਕਦਾ। ਬਿਨਾਂ ਗੱਲ ਤੋਂ ਤਾਂ ਕੁੱਤਾ ਵੀ ਨਹੀਂ ਭੌਂਕਦਾ। ਮਾਮੇ ਦੇ ਭੌਂਕਣ 'ਚ ਜ਼ਰੂਰ ਮੈਨੂੰ ਸੱਚਾਈ ਨਜ਼ਰ ਆ ਰਹੀ ਹੈ। ਸਾਲਾ ਤੂੰ ਵੀ ਰਲ ਗਿਆ ਇਹਦੇ ਨਾਲ? ਨਾ ਰਲ ਨੂੰ ਅਸੀਂ ਪੱਠਾ ਸਾਂਝਾ ਖੋਲ ਲਿਆ। ਤੁਸੀਂ ਮਾਮੇ ਭਾਣਜੇ ਨੇ ਰਲ ਕੇ ਮੇਰਾ ਪੱਠਾ ਬਿਠਾਉਣਾ। ਛਨੋ, ਤੈਨੂੰ ਮੇਰੇ ਡੈਡੀ ਪਸੰਦ ਨੇ? ਦਫਾ ਕਰ ਇਹਨਾਂ ਨੂੰ। ਜੇ ਤੈਨੂੰ ਮੇਰੇ ਡੈਡੀ ਵਰਗਾ ਬੰਦਾ ਹੋਰ ਲੱਭ ਦਈਏ ਫੇਰ ਸਾਹਿਬ ਜੀ ਹੁਣ ਤਾਂ ਮੈਂ ਮਰੂੰਗਾ ਹੀ ਮਰੂੰਗਾ। ਡੈਡੀ ਮਰਿਓ ਨਾ। ਛਨੋ ਦਿੱਤੀ ਤੁਹਾਨੂੰ, ਛਨੋ ਦਿੱਤੀ, ਛਨੋ ਦਿੱਤੀ। ਮੇਰੇ ਆ, ਮੈਂ ਤੈਨੂੰ ਕਿਵੇਂ ਸਮਝਾਵਾਂ ਯਾਰ? ਇੱਥੇ ਰੋਜ਼ ਆਪਣੀ ਕੋਈ ਕੁੰਡੀ ਖੋਲਦਾ, ਮੈਂ ਤਾਂ ਸਿਰਫ ਉਹ ਦੇਖਣ ਆਉਣਾ ਤੇ ਇਹ ਸਾਲਾ ਮੈਨੂੰ ਬਦਨਾਮ ਕਰਨ ਲੱਗਿਆ ਹੋਇਆ। ਮਾਮਾ ਮੰਨ ਨਾ ਮੰਨ, ਇਹ ਬੰਦਾ ਮੈਨੂੰ ਸੱਚਾ ਨਜ਼ਰ ਆ ਰਿਹਾ ਹੈ। ਮੈਨੂੰ ਕੀ ਹੈ, ਜੇ ਸੱਚੇ ਬੰਦੇ ਨੇ ਕਦੇ ਕੋਈ ਚੰਨ ਜਾੜਦਾ ਨਾ, ਤੇਰੀ ਉਹ ਪ੍ਰਾਪਰਟੀ ਦੇ 2 ਹਿੱਸੇ ਹੋਣਗੇ। ਦੇਖ ਲੈ ਪਾਰਵਤੀ ਕੌਰ। ਜੇ ਪਾਰਵਤੀ ਕੌਰ ਦੇਖ ਰਹੀ ਹੁੰਦੀ ਤੁਹਾਡੇ ਇੱਟ ਨਾ ਮਾਰਦੀ ਸੀ। ਬਜਾਏ ਇਸ ਤੇ ਕਿ ਉਹ ਬੰਦਾ ਲੱਭੀਏ ਜਿਹੜਾ ਰਾਤ ਨੂੰ ਰੋਜ਼ ਕੁੰਡੀ ਖੋਲਦਾ, ਸਾਲੇ ਗੱਲ ਨੂੰ ਹੋਰ ਹੀ ਪਾਸੇ ਲੈ ਵੜੇ। ਡੈਡੀ ਕਿਤੇ ਤੁਹਾਨੂੰ ਹੀ ਬਦਨਾਮ ਕਰਨਾ ਮਾਰਾ ਮਾਮਾ ਹੀ ਕੁੰਡੀ ਖੋਲ ਕੇ ਭੱਜਦਾ ਨਹੀਂ ਜਾਂਦਾ। ਟੋਨੀ ਓਏ ਯਾਰ ਮੈਂ ਇੰਜ ਕਿਉਂ ਕਰਾਂਗਾ? ਸਾਹਿਬ ਜੀ ਮੈਂ ਤਾਂ ਕਹਿੰਦੀ ਦਰਵਾਜ਼ਾ ਹੀ ਪੱਟ ਦਿਓ, ਨਾ ਰਹੂਗਾ ਦਰਵਾਜ਼ਾ ਨਾ ਖੁੱਲੂਗੀ ਕੁੰਡੀ। ਬਸ ਹੋ ਗਿਆ ਫੈਸਲਾ, ਅੱਜ ਤੋਂ ਮੈਂ ਜੀਜੂ ਤੇ ਠੀਕਰੀ ਪੈਰਾ ਰੱਖਾਂਗਾ। ਮੈਂ ਨਾ ਨਾਲ ਹੀ ਸੋਇਆ ਕਰਾਂਗਾ। ਸਾਲੇ ਮੜ ਮੁਸ਼ਕ ਮਾਰਦਾ ਤੂੰ। ਕੰਮ ਵਾਲੀ ਚੋਂ ਮੁਸ਼ਕ ਨਹੀਂ ਆਂਦੀ ਤੁਹਾਨੂੰ। ਸਾਲਾ ਇਹ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ, ਬਾਂਦਰ ਬੁੱਧੀ ਵਾਲਾ। ਚੰਡ ਮਾਰਾਂਗਾ। ਸਾਹਿਬ ਜੀ ਸ਼ਟ ਅਪ ਜੀਜੂ। ਸੁਣੋ, ਚਲ ਤੂੰ ਵੀ ਸੌ ਜਾ ਹੁਣ। ਮੈਂ ਨਹੀਂ ਸੋਣਾ, ਮੈਨੂੰ ਤਾਂ ਹੁਣ ਸੌਣ ਤੋਂ ਵੀ ਡਰ ਲੱਗਣ ਲੱਗ ਪਿਆ। ਉਹ ਡਰਨ ਦੀ ਕੋਈ ਲੋੜ ਨਹੀਂ, ਤੂੰ ਆਰਾਮ ਨਾਲ ਸੌ ਜਾ। ਮੈਂ ਤਾਂ ਸਗੋਂ ਤੇ ਇਹ ਕਹਿਣਾ, ਤੂੰ ਕੁੰਡੀ ਖੋਲ ਕੇ ਸੌ ਜਾ ਕਰ, ਨਾ ਆਵਾਜ਼ ਆਊ ਨਾ ਕੋਈ ਇੱਥੇ ਆਊ। ਸੌ ਜਾ ਹੁਣ, ਚੱਲ ਪੈ ਜਾ। ਮੈਂ ਤਾਂ ਕਹਿਣਾ ਮੂੰਹ ਢੱਕ ਕੇ ਸੌ ਜਾ, ਹੋਰ ਵੀ ਮੈਨੂੰ 50 ਕੰਮ ਨੇ। ਚੱਲ ਪੈ ਜਾ ਹੁਣ, ਮੂੰਹ ਢੱਕ ਕੇ ਪੈ ਜਾ, ਮੂੰਹ ਢੱਕ ਕੇ ਸੌ। ਹਾਂ ਪੈ ਜਾ ਆਰਾਮ ਨਾਲ। ਹਾਂ ਪੈ ਜਾ। ਉਹ ਸੌਰੀ, ਚਲੋ ਪੈ ਜਾਓ। ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ। अंग्रेजों भारत छोड़ो। वो अंदरों बोलो ਉੱਚੀ ਫੀਲ ਕਰਕੇ। ਯਾਰ ਡਰਾਮੇਬਾਜ਼ ਦੇ ਮਗਰ ਲੱਗ ਕੇ ਮੇਰੀ ਜ਼ਿੰਦਗੀ ਨਾਟਕ ਬਣਾ ਰੱਖੀ ਹੈ ਤੂੰ। ਟੈਨਸ਼ਨ ਕਿਉਂ ਲੈਣਾ? ਫੜਿਆ ਤਾਂ ਨਹੀਂ ਕਿਸੇ ਨੇ, ਬਚ ਹੀ ਗਿਆ ਨਾ। ਨਾ ਹੁਣ ਆਪਾਂ ਫੜੇ ਜਾਣ ਦੀ ਡਿਊਟੀ ਕਰੀਏ। ਓਏ ਅੰਗਰੇਜ਼ਾਂ ਦੀਆਂ ਵਰਦੀਆਂ ਪ੍ਰੈਸ ਕਰਾ ਲਓ, ਘੜੇ ਚੋਂ ਕੱਢੀਆਂ ਲੱਗਦੀਆਂ। ਕ੍ਰਾਂਤੀਕਾਰੀ ਬੇਟੇ, ਹਾਂਜੀ ਉੱਠ ਕੇ ਰਿਹਰਸਲ ਕਰ ਲਓ। ਆਜ਼ਾਦੀ WhatsApp ਤੇ ਨਹੀਂ ਸੀ ਮਿਲੀ। ਚਲੋ ਹਾਂਜੀ। ਹਾਂ ਬਈ, ਤੁਸੀਂ ਗਏ ਨਹੀਂ ਅਜੇ ਤੱਕ ਇੱਥੇ ਬੈਠੇ। ਸਮਝ ਨਹੀਂ ਆ ਰਹੀ ਵੀ ਜਾਈਏ ਕਿੱਧਰ ਨੂੰ।
ਤੂੰ ਘਰ ਛੱਡ ਕੇ ਜਾਣ ਵਾਲਾ ਬਣ, ਰਸਤਾ ਤੈਨੂੰ ਮੈਂ ਦੱਸ ਦੂੰ। ਉਹ ਜਦ ਤੱਕ ਮੀਤ ਕੈਨੇਡਾ ਜਾਣ ਨੂੰ ਨਹੀਂ ਮੰਨਦੀ ਉਹਨੂੰ ਕਿਸੇ ਹੋਰ ਦੇ ਘਰ ਹੀ ਸ਼ਿਫਟ ਕਰ ਦਿਓ ਘੱਟੋ ਘੱਟ। ਇਹ ਨਹੀਂ ਹੋ ਸਕਦਾ ਵੀਰੇ, ਨੂੰ ਤੇ ਸਹੁਰੇ ਦੀ ਆਪਸ 'ਚ ਇੰਨੀ ਜ਼ਿਆਦਾ ਬਣਦੀ ਆ, ਉਹ ਕਹਿੰਦੀ ਐਸੋ ਮੇਰੇ ਡੈਡੀ ਜੀ ਨੂੰ ਛੱਡ ਕੇ ਜਾਵਾਂ ਕਿੱਥੇ। ਲਓ ਜੀ ਗੋਲਡੀ ਜੀ, ਨਾ ਨੂੰ ਸਹੁਰੇ ਦੀ ਆਪਸ 'ਚ ਇੰਨੀ ਬਣਦੀ ਹੁੰਦੀ ਤੇ ਨਾ ਤੁਸੀਂ ਅਜੇ ਨਾ ਫਸੇ ਹੁੰਦੇ। ਇੱਥੇ ਵੀ ਕਸੂਰ ਤੁਹਾਡੇ ਪਿਤਾ ਸ਼੍ਰੀ ਦਾ ਹੀ ਹੈ। ਆਹੋ, ਹੁਣ ਸਾਰੀਆਂ ਆਪਣੀਆਂ ਗਲਤੀਆਂ ਸਾਡੇ ਪਿਤਾ ਜੀ ਤੇ ਪਾ ਦਿਓ। ਅਸੀਂ ਚੰਗੇ ਪਿਓ ਪੁੱਤ ਤੁਹਾਡੇ ਦੋਵਾਂ ਦੇ ਹੱਥੀ ਚੜਿਆ ਯਾਰ। ਇੱਕ ਨੂੰ ਤੁਸੀਂ ਦੱਸ ਕੇ ਬੇਵਕੂਫ ਬਣਾ ਰਹੇ ਹੋ, ਇੱਕ ਨੂੰ ਬਿਨ ਦੱਸੇ। ਓਏ ਭਰਾ ਮੇਰੀ ਮੰਨ ਲਓ, ਤੁਸੀਂ ਨੂੰ ਸਹੁਰੇ ਦਾ ਆਪਸ 'ਚ ਵਿਗਾੜ ਪਾ ਕੇ ਤਾਂ ਵੇਖੋ। ਜੇ ਕਿਤੇ ਮੀਤ ਘਰ 'ਚ ਟੇਕ ਗਈ ਤੇ ਮੈਨੂੰ ਫੜ ਲਿਓ ਤੁਸੀਂ। ਆਹੋ, ਉਹ ਬੜੀਆਂ ਨੂੰ ਸੱਸਾਂ ਨੇ ਨਾ ਆਪਸ 'ਚ ਲੜ ਪੈਣਗੀਆਂ। ਉਹ ਯਾਰ ਜਿੰਨੇ ਆਪਾਂ ਫਸੇ ਹੋਏ ਆ ਨਾ, ਆਪਾਂ ਆਪਣੇ ਮਤਲਬ ਲਈ ਕਿਸੇ ਨੂੰ ਵੀ ਲੜਾ ਸਕਦੇ ਆ। ਮੀਤ ਨੂੰ ਚੱਕਣ ਦੀ ਗਾਰੰਟੀ ਮੇਰੀ, ਤੂੰ ਆਪਣੇ ਬਾਪੂ ਨੂੰ ਉਂਗਲ ਲਾ। ਕੀ ਮਤਲਬ ਤੇਰਾ? ਮਤਲਬ ਡੈਡੀ ਜੀ ਨੂੰ ਚੱਕੋ। ਹੁਣ ਤੁਹਾਡੇ ਦੋਹਾਂ ਦੇ ਮਗਰ ਲਾ ਕੇ ਚੱਕੀ ਤਾਂ ਖੜਾ, ਕਿਤੇ ਹੁਣ ਇੰਨਾ ਨਾ ਚੱਕ ਲਿਆ ਅਗਲਾ ਮੰਮੀ ਕੋਲੇ ਜਾ ਵੜੇ। ਓਏ ਵੇਲੜੋ, ਜਾਂ ਤੇ ਜਾ ਕੇ ਕਿਤੇ ਕੰਮ ਲੱਗੋ ਤੇ ਜਾਂ ਫਿਰ ਸਟੇਜ ਤੇ ਆਓ। ਮੇਰੇ 2 ਅੰਗਰੇਜ਼ ਘਟਦੇ ਨੇ। ਆ ਕੀ ਕਹਿ ਰਹੇ ਹੋ? ਕੈਨੇਡਾ ਦੀ ਪ੍ਰਾਪਰਟੀ ਵੇਚਦੀ ਹੈ? ਆਹੋ, ਡੈਡੀ ਕਹਿੰਦੇ ਜੋ ਕੁਝ ਮੀਤ ਦਾ ਹੈਗਾ ਉਹ ਸਾਰਾ ਕੁਝ ਤੇਰਾ ਹੀ ਹੈ। ਵੇਚ ਵੱਟ ਕੇ ਇੰਡੀਆ ਇਨਵੈਸਟ ਕਰੋ, ਬੁੱਲੇ ਲੁੱਟਾਂਗੇ। ਡੈਡੀ ਐਡੇ ਲਾਲਚੀ ਨਿਕਲੇ? ਉਹ ਯਾਰ ਇਹਨਾਂ ਨੇ ਆਪਣੇ ਸਹੁਰੇ ਨਹੀਂ ਛੱਡੇ, ਮੇਰੇ ਸਹੁਰੇ ਕੀ ਛੱਡਨੇ ਆ? ਉਹ ਕਿਵੇਂ? ਮੇਰੇ ਨਾਨਕੇ ਕਹਿੰਦੇ ਕਹਾਉਂਦੇ ਸਰਦਾਰ ਸੀ, ਆ ਡੈਡੀ ਨੇ ਮੁੰਨ ਕੇ ਨੰਗੇ ਕਰਤੇ। 2 ਵਾਰੀ ਤਾਂ ਮੈਂ ਆਪਣਾ ਮਾਮਾ ਫੜ ਲਿਆ, ਵਿਚਾਰਾ ਰੰਗੇ ਹੱਥੀ ਆ ਭੀਖ ਮੰਗਦਾ ਹੋਇਆ। ਇਹ ਤਾਂ ਕੁਛ ਵੀ ਨਹੀਂ। ਜਦੋਂ ਮੇਰੀ ਦਾਦੀ ਤੇ ਮੇਰਾ ਡੈਡੀ ਹੋਣੇ ਵਾਲਾ ਸੀ ਨਾ, ਲੋਕ ਕਹਿੰਦੇ ਆ ਜੁੜਵਾ ਸੀ ਜੁੜਵਾ। ਇਹ ਸੋਚ ਕੇ ਕਿ ਬਾਹਰ ਨਿਕਲ ਕੇ ਪ੍ਰਾਪਰਟੀ ਨਾ ਵੰਡਣੀ ਪੈ ਜਵੇ, ਡੈਡੀ ਨੇ ਚਾਚਾ ਅੰਦਰ ਹੀ ਫੈੜਤਾ, ਵਿਚਾਰੇ ਦੀ ਲਾਸ਼ ਬਾਹਰ ਆਈ। ਆ ਕੀ ਬਕਵਾਸ ਹੈ? ਉਹ ਯਾਰ ਇਸ ਬੰਦੇ ਤੋਂ ਮੈਂ ਇੰਨਾ ਖਪਿਆ ਹੋਇਆ ਮਨਾ, ਮੈਂ ਤਾਂ ਕੁਛ ਵੀ ਬਕਵਾਸ ਕਰੂੰ। ਇਹਨਾਂ ਤਾਂ ਆਪਣੇ ਵਿਆਹ 'ਚ ਵੀ ਦਾਜ ਮੰਗਿਆ ਸੀ ਨਾ। ਹੋਰ ਕੀ, ਤੁਸੀਂ ਦਿੱਤਾ ਨੀਗਾ, ਹੁਣ ਕਢਾਉਣ ਨੂੰ ਫਿਰਦੇ ਨੇ। ਮੈਂ ਤਾਂ ਕਹਿਣਾ ਜੋ ਕੁਛ ਹੈਗਾ ਵੇਚ ਵੱਟ ਕੇ ਬੰਦੇ ਦਾ ਮੂੰਹ ਬੰਦ ਕਰੋ। ਇਹਨਾਂ ਦਾ ਮੂੰਹ ਤਾਂ ਮੈਂ ਬੰਦ ਕਰਾਉਣੀ ਹੈ। ਸਵਾਲ ਹੀ ਨਹੀਂ ਪੈਦਾ ਹੁੰਦਾ। ਮੀਤ ਨਹੀਂ ਇਹ ਗੱਲ ਕਹਿ ਸਕਦੀ। ਨਾ ਮੈਂ ਝੂਠ ਬੋਲਦਾ। ਅਗਲੀ ਨੇ ਸਾਫ਼-ਸਾਫ਼ ਕਹਿਤਾ ਵੀ ਸਾਰਾ ਕੁਝ ਵੇਚ ਵੱਟ ਕੇ ਮੇਰੇ ਨਾਲ ਕੈਨੇਡਾ ਚੱਲ। ਤੇ ਮੈਂ ਬਿਰਧ ਆਸ਼ਰਮ ਜਾਊਂ। ਦਾੜੀ ਡਾਈ ਕਰਦੇ ਹੋ, ਉਹਨਾਂ ਨੇ ਮੈਨੂੰ ਰੱਖਣਾ। ਸੋਚੋ ਕਿੱਥੇ ਰਹੋਗੇ। ਇਹ ਸਵਾਲ ਮੈਨੂੰ ਨਹੀਂ, ਆਪਣੀ ਜਨਾਨੀ ਨੂੰ ਪੁੱਛ, ਜਿਹੜੀ ਨਿੱਤ ਤੈਨੂੰ ਇਹੀਆਂ ਪੁੱਠੀਆਂ ਮੱਤਾਂ ਦਿੰਦੀ ਆ। ਤੁਸੀਂ ਉਹ ਚ ਮਲਾਈ ਐ ਆਖੇ ਮੀਤ ਪੁੱਤ ਮੀਤ ਬੇਟਾ। ਅਗਲੀ ਨੇ ਸਿੱਧਾ ਕਹਿਤਾ ਵੀ ਆਪਾਂ ਤਾਂ ਕੈਨੇਡਾ ਚੱਲੇ ਜਾਣਾ। ਬਾਅਦ ਚ ਇਹਨਾਂ ਨੇ ਐਡੀ ਕੋਠੀ ਦਾ ਕਰਨਾ ਕੀ ਹੈ? ਹੋਰ ਸਾਲ ਬਾਅਦ ਇਹ ਬੁੜੇ ਤੋਂ ਪੂਰੀ ਕੋਠੀ ਦਾ ਗੇੜਾ ਵੀ ਨਹੀਂ ਦਿੱਤਾ ਜਾਣਾ। ਕਿਉਂ? ਸਾਲ ਬਾਅਦ ਮੈਨੂੰ ਗਠੀਆ ਆਉਣਾ। ਗਠੀਆ ਤਾਂ ਕੁਝ ਵੀ ਨਹੀਂ, ਉਹ ਤਾਂ ਇਦੋਂ ਵੀ ਭੈੜੀ ਬਿਮਾਰੀ ਸੋਚੀ ਫਿਰਦੀ ਐ। ਕਿਉਂ ਕਿਸੇ ਦੀਆਂ ਬਦਦੁਆਵਾਂ ਲੈਂਦੇ ਹੋ? ਨਾਲੇ ਸੋਹਣੀ ਜਨਾਨੀ ਦਾ ਤਾਂ ਰੱਬ ਇਸ਼ਾਰਾ ਹੀ ਸਮਝ ਜਾਂਦਾ। ਜੇ ਕਹੋ ਤਾਂ ਬੁਲਾਵਾ ਪ੍ਰਾਪਰਟੀ ਡੀਲਰ। ਵੇਖ ਲਾ ਪਾਰਵਤੀ ਕੌਰ, ਤੇਰੇ ਜਾਣ ਤੋਂ ਬਾਅਦ ਮੈਂ ਇਸ ਘਰ ਦਾ ਕਬਾੜ ਤੱਕ ਵੀ ਨਹੀਂ ਵੇਚਿਆ ਵੀ ਉਹਦੇ ਨਾਲ ਵੀ ਤੇਰੀਆਂ ਯਾਦਾਂ ਜੁੜੀਆਂ ਹੋਈਆਂ ਨੇ। ਤੇ ਤੇਰੀ ਗੰਦੀ ਲਾਦ ਆਪਣੀ ਜਨਾਨੀ ਮਗਰ ਲੱਗ ਕੇ ਕੋਠੀ ਵੇਚਣ ਨੂੰ ਤਿਆਰ ਹੋਇਆ ਫਿਰਦਾ। ISD ਬਾਅਦ ਚ ਕਰ ਲਿਓ, ਪਹਿਲਾਂ ਲੋਕਲ ਕਾਲ ਤਾਂ ਨਿਬੇੜ ਲਓ। ਦੱਸੋ ਕੀ ਕਹਾ ਉਹਨੂੰ ਮੈਂ? ਕਹਦੇ ਉਹਨੂੰ ਕਿ ਜਿਹੜੇ ਕੋਠੀ ਵੇਚਣ ਦੇ ਸੁਪਨੇ ਲਈ ਫਿਰਦੀ ਆ ਨਾ, ਭੁੱਲ ਜਵੇ। ਆਲਰੇਡੀ ਕਹਿ ਚੁੱਕਿਆ। ਉਹ ਕਹਿੰਦੀ ਬੁੜੇ ਨੂੰ ਹੁਣ ਮੈਂ ਦੱਸਦੀ ਆ ਪਤਾ। ਹੁਣ ਕਹੇ ਮੈਨੂੰ ਕੋਈ ਕੰਮ ਆ? ਐਡੀ ਮਾੜੀ ਤਾਂ ਨਹੀਂ ਮੀਤ ਵੀ ਕੰਮ ਨੂੰ ਇਹ ਜਵਾਬ ਦੇ ਦੂ। ਡੈਡੀ ਜਰਾ ਚਾਹ ਮੰਗਾਓ ਤਾਂ। ਮੀਤ ਬੇਟੇ, ਪੁੱਤ ਜਰਾ ਚਾਹ ਦਾ ਕੱਪ ਬਣਾਓ ਵਧੀਆ ਜਿਹਾ। ਮੈਂ ਤੈਨੂੰ ਕਹਿ ਰਿਹਾ ਚਾਹ ਦਾ ਕੱਪ ਬਣਾ। ਮੈਂ ਨੋਵਲ ਪੜ੍ਹ ਰਹੀ ਹਾਂ, ਦਰਿੰਦਾ ਬਾਪ। ਆਪ ਬਣਾ ਲਓ। ਇਹ ਜਿਹਾ ਮੈਂ ਕੀ ਕਹਤਾ ਜਿਹੜਾ ਚਾਹ ਬਣਾਉਣ ਤੋਂ ਵੀ ਗਈ? ਤੁਹਾਨੂੰ ਨਹੀਂ ਪਤਾ ਕੀ ਗੱਲ ਹੋ ਗਈ? ਸਾਰੀ ਤਾਂ ਤੁਹਾਡੀ ਲੰਘ ਗਈ। ਕੀ ਕਰਨਾ ਤੁਸੀਂ ਇਸ ਉਮਰੇ ਪ੍ਰਾਪਰਟੀਆਂ ਦਾ? ਉਹ ਮੈਂ ਗੁਰਦੁਆਰੇ ਜਾ ਕੇ ਰਹੂੰ। ਜਿਹੜੇ ਬੰਦੇ ਦੇ ਦਿਲ 'ਚ ਐਨੀ ਮੈਲ ਹੋਵੇ ਨਾ, ਉਹ ਗੁਰਦੁਆਰੇ ਜਾਂਦਾ ਵੀ ਚੰਗਾ ਨਹੀਂ ਲੱਗਦਾ। ਦੇਖਿਆ, ਮਾੜੇ ਲਲਾਰੀ ਦੀ ਚੁੰਨੀ ਵਾਂਗੂ ਛੱਡ ਗਈ ਨਾ ਰੰਗ। ਕੀ ਹੋਇਆ ਢਿੱਲੋਂ ਸਾਹਿਬ? ਆ ਨੌ ਬੜੀ ਝਾਕੜ ਕੇ ਗਈ ਹੈ ਜੀ। ਉਹ ਤੂੰ ਬੜੇਵੇਂ ਲੈਣੇ ਆ? ਸਾਡੇ ਘਰ ਦਾ ਮਾਮਲਾ ਸੀ, ਆਪੇ ਨਿਜੱਠ ਲਾਂਗੇ। ਮੈਂ ਤਾਂ ਹਮਦਰਦੀ ਦਿਖਾ ਰਿਹਾ ਜੀ। ਜਲੀਲ ਤਾਂ ਮੇਰੇ ਅੱਗੇ ਹੋਇਓ ਨਾ। ਬਣਦਾ ਤਾਂ ਫਿਰ ਮੇਰਾ ਵੀ ਹੈ, ਮੇਰੇ ਸਾਹਮਣੇ ਵੀ ਤਾਂ ਹੋਏ ਨੇ। ਓਏ ਸ਼ਟ ਅਪ। ਤੂੰ ਐਂ ਦੱਸ, ਮੇਰੇ ਹਾਲ ਦਾ ਕਿ ਜਨਾਨੀ ਹਾਲ ਦਾ? ਤੁਹਾਡੇ ਨਾਲ ਤਾਂ ਸਾਰੀ ਉਮਰ ਕੱਟੀ ਹੈ, ਹੁਣ ਉਹਦੇ ਨਾਲ ਵੀ ਰਹਿ ਲੈਣ ਦੋ। ਤੁਸੀਂ ਘਰੋਂ ਬੇਘਰ ਤਾਂ ਹੋਣਾ ਹੀ ਹੈ, ਘੱਟੋ ਘੱਟ ਦਾਦੇ ਹੋਣ ਦਾ ਸੁੱਖ ਤਾਂ ਭੋਗ ਲਓ। ਉਹ ਤੂੰ ਤਾਂ ਇਹਦੇ ਨਾਲ ਰਹਿ ਪਏਗਾ, ਮੈਂ ਇਸ ਉਮਰੇ ਕਿੱਧਰ ਰਹੂੰ? ਕੋਰਟ 'ਚ ਕੇਸ ਲੜ ਕੇ ਉੱਥੇ ਹੀ ਸੌਂ ਜਾ ਕਰੋ। ਕਿਹੜੀ ਤੇਰੀ ਮਾਂ ਨੇ ਕੋਰਟ 'ਚ ਬਿਸਰਾ ਲਾਇਆ ਸੌਣ ਨੂੰ? ਭੁੱਲ ਜਾ, ਮੈਂ ਪ੍ਰਾਪਰਟੀ ਵਿਕਣ ਦੇ ਦੂੰ। ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਜੇ ਅਗਲੀ ਆਪਣੀ ਆਈ ਤੇ ਆ ਗਈ ਨਾ, ਆ ਕਾਲੇ ਕੋਟ ਕੱਛੇ ਜੇ ਸਭ ਲਹਾ ਦੇਣੇ ਆ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ ਤੇਰੀ। ਮੀਤ ਇੰਨਾ ਵੀ ਕੋਈ ਲਾਲਚੀ ਹੁੰਦਾ? ਕਿਹੋ ਜਿਹਾ ਪਿਓ ਹੈ ਇਹ? ਕੀ ਹੋ ਗਿਆ ਹੁਣ? ਮੈਨੂੰ ਕਹਿੰਦੇ ਆਪਦੀ ਘਰ ਵਾਲੀ ਨੂੰ ਛੱਡ, ਆਪਦੇ ਪਿਓ ਲਈ ਰਹਿ। ਲੈ ਦੱਸ, ਜੇ ਜ਼ਮੀਨ ਜਾਇਦਾਦ ਨਹੀਂ ਦਿੱਤੀ ਤਾਂ ਹੁਣ ਇੰਨੀਆਂ ਘਟੀਆ ਹਰਕਤਾਂ ਕਰਨਗੇ। ਮੈਂ ਇੱਥੇ ਬੈਠੀ ਸੋਚਦੀ ਸੀ ਕਿ ਕੱਲ ਮੈਂ ਡੈਡੀ ਜੀ ਨੂੰ ਜ਼ਿਆਦਾ ਬੋਲਤਾ ਤਾਂ ਜਾ ਕੇ ਮਾਫੀ ਮੰਗ ਲੈਣੀ ਆ। ਮੈਂ ਨਾ ਇਹੋ ਜਿਹੇ ਇਨਸਾਨ ਦੇ ਘਰ ਰਹਿਣਾ ਹੀ ਨਹੀਂ ਹੁਣ। ਮੈਂ ਤਾਂ ਤੈਨੂੰ ਕਦੋਂ ਦਾ ਕਹਿ ਰਿਹਾ ਵੀ ਚੱਲ ਕੈਨੇਡਾ ਚੱਲੀਏ। ਪਰ ਕੈਨੇਡਾ ਦਾ ਵੀਜ਼ਾ ਆਉਣ 'ਚ ਟਾਈਮ ਲੱਗੂਗਾ। ਮੈਂ ਨਹੀਂ ਇੱਥੇ ਇੰਨੇ ਦਿਨ ਰਹਿਣਾ, ਮੈਨੂੰ ਲੈ ਕੇ ਚੱਲੋ ਇੱਥੋਂ ਹੁਣ। ਪੱਕਾ ਨਾ? ਹਾਂ, ਆਪਾਂ ਚਾਚਾ ਜੀ ਦੇ ਘਰ ਚੱਲਦੇ ਆਂ। ਉਹ ਨਹੀਂ, ਚਾਚਾ ਜੀ ਦੇ ਘਰੇ ਜਾ ਕੇ ਤਾਂ ਆਪਾਂ ਨੂੰ ਲੱਭ ਲੈਣਗੇ। ਹੋ ਸਕਦਾ ਫਿਰ ਧੱਕੇ ਨਾਲ ਤੇਥੋਂ ਪ੍ਰਾਪਰਟੀ ਦੇ ਕਾਗਜ਼ਾਂ ਤੇ ਸਾਈਨ ਵੀ ਕਰਾ ਲਵੇ ਉੱਥੇ ਆ ਕੇ। ਜਸ ਤੁਸੀਂ ਮੈਨੂੰ ਇਹੋ ਜਿਹੀ ਜਗ੍ਹਾ ਲੈ ਚੱਲੋ ਜਿੱਥੇ ਸਾਨੂੰ ਲੱਭ ਵੀ ਨਾ ਪਾਉਣ। ਮੈਂ ਇਸ ਇਨਸਾਨ ਦਾ ਮੂੰਹ ਨਹੀਂ ਵੇਖਣਾ। ਤੂੰ ਟੈਨਸ਼ਨ ਨਾ ਲੈ, ਮੈਂ ਤੈਨੂੰ ਇਹੋ ਜਿਹੀ ਜਗ੍ਹਾ ਲੈ ਕੇ ਜਾਊਂ, ਇਹ ਤਾਂ ਆਪਣੀ ਨੂੰਹ ਨੂੰ ਤਰਸਣਗੇ। ਤੁਹਾਡੀ ਭੈਣ ਨੂੰ ਐ ਕੀ ਦੇਖ ਰਿਹਾ ਯਾਰ?
ਥੈਂਕ ਯੂ ਜਸ, ਤੁਸੀਂ ਇਸ ਮੌਕੇ ਤੇ ਮੇਰੇ ਨਾਲ ਖੜੇ ਹੋ। ਗੋਲਡੀ ਕੋਲ ਜਾਣਾ ਵਾ। ਗੋਲਡੀ 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 ਤੂੰ ਲੁੱਟਿਆ ਗਿਆ। ਉਹ ਮਾਮਾ ਕਿਉਂ ਰੌਲਾ ਪਾਇਆ? ਮੇਰੇ ਕੋਲੇ ਹੈ ਕੀ ਲਟਾਉਣ ਨੂੰ? ਸੀਗਾ ਤੇ ਬਹੁਤ ਕੁਝ, ਪਰ ਉਹ ਨਹੀਂ ਰਿਹਾ। ਚੱਲ ਵਖਾਵਾ। ਉਹ ਮਾਮਾ ਗੱਲ ਦੱਸ। ਆ ਦੇਖ ਲੁੱਟਿਆ ਗਿਆ। ਉਹ ਦੱਸ ਤਾਂ ਸੀ ਕੀ ਹੋਇਆ? ਦੇਖ ਮੈਨੂੰ ਕੀ ਦੇਖ ਰਿਹਾ? ਉੱਧਰ ਦੇਖ ਪਾਗਲਾ, ਤੇਰੀ ਜਨਾਨੀ ਕੀ ਗੁਲ ਖਿਲਾ ਰਹੀ ਹੈ। ਆਈ ਲਵ ਯੂ ਜਸ। आई लव यू टू। ਕੀ ਗੁਲ ਖਿਲਾ ਰਹੀ ਹੈ? ਕੁਝ ਵੀ ਤਾਂ ਨਹੀਂ ਹੋ ਰਿਹਾ। ਐ ਕੁਝ ਵੀ ਨਹੀਂ ਹੋ ਰਿਹਾ। ਉਹ ਯਾਰ ਆਈ ਲਵ ਯੂ क्या है? आई लव यू तो कोई भी कह सकता है। जप्फी तो नहीं पाई? ਲੈ ਜੱਫੀ ਵੀ ਪਾ ਲਈ ਹੁਣ ਬੋਲ। ओ मामा ਦਿਓਰ ਭਰਜਾਈ ਦਾ ਪਿਆਰ ਹੈ, ਤੂੰ ਪੁਰਾਣੇ ਜ਼ਮਾਨੇ ਦਾ। ਉਹ ਪੁਰਾਣਾ ਮੈਂ ਨਹੀਂ ਪਾਗਲਾ, ਪੁਰਾਣਾ ਤੇ ਤੂੰ ਹੋ ਗਿਆ। ਤਾਂ ਹੀ ਤਾਂ ਅਗਲੀ ਨਵੀਂ ਕੋਲ ਜਾ ਰਹੀ ਓਏ ਹੈ। ਉਹਦਾ ਦਿਲ ਸਾਫ਼ ਹੈ, ਜੇ ਉਹਦੇ ਦਿਲ 'ਚ ਮੈਲ ਹੁੰਦੀ ਤਾਂ ਪਰਦੇ ਬੰਦ ਕਰਕੇ ਸਭ ਕੁਝ ਕਰਦੀ। ਮਾਮਾ 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 ਤੂੰ ਕਿਉਂ ਦੇਖ ਰਿਹਾ? ਮੇਰੇ ਯਾਰ ਦੀਆਂ ਅੱਖਾਂ ਨਾਲੋਂ ਤਾਂ ਤੇਰੀਆਂ ਅੱਖਾਂ 'ਚ ਵੱਧ ਬੈਣ ਲੱਗਦੀ ਮੈਨੂੰ। ਤੂੰ ਪਾਗਲ ਹੋ ਗਿਆ ਪਾਗਲਾ, ਤੂੰ ਲੁੱਟਿਆ ਗਿਆ। ਮੈਂ ਕਿੱਦਾਂ ਲੁੱਟਿਆ ਗਿਆ? ਮੇਰੀ ਜਨਾਨੀ ਲੁੱਟੀ ਗਈ ਹੈ। ਫਿਰ ਵੀ ਤੂੰ ਕਿਉਂ ਲੁੱਟਿਆ ਗਿਆ ਪਾਗਲਾ? ਮੈਂ ਜੀਜੂ ਨੂੰ ਦੱਸਣਾ ਵਾ। ਮਾਮਾ ਤੂੰ ਕਿੱਥੇ ਨਹੀਂ ਜਾਣਾ? ਤੂੰ ਕਹਿਣਾ ਕੀ ਚਾਹੁੰਦਾ? ਵੀ ਯਾਰ ਮਾਰ ਹੈ ਹੋ ਫਿਰ ਕਿੱਡੀ ਗੱਲ ਹੈ? ਹੋ ਸਕਦਾ ਮੇਰੀ ਜਨਾਨੀ ਦਾ ਬਾਹਰ ਚੱਕਰ ਚਲਾਉਣ ਨੂੰ ਜੀ ਕਰਦਾ ਹੋਵੇ। ਸਗਾ ਦੇ ਘਰ ਦੀ ਗੱਲ ਘਰ 'ਚ ਰਹਿ ਗਈ। ਆਪਾਂ ਨੂੰ ਜੱਸ ਦਾ ਆਸਾਨ ਬੰਦ ਹੋਣਾ ਚਾਹੀਦਾ ਹੈ। ਬਸ ਜੱਸ ਮੇਰੀ ਜਨਾਨੀ ਤੋਂ ਵਿਹਲਾ ਹੋ ਜੇ, ਮੈਂ ਤਾਂ ਉਹਦੇ ਪੈਰ ਤੋਂ ਪੀਊਂਗਾ। ਛੱਡ ਮਾਰਾਂਗੇ। ਅੱਜ ਜੇ ਦਿੱਤੀ ਚੀਂਦਾ ਹੁੰਦੇ ਅੱਜ ਉਹਨਾਂ ਫੇਰ ਮਰ ਜਾਣਾ ਸੀ। ਜੀਜੂ ਮਾਮਾ 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 ਜੱਸ ਜੱਸ ਕੀ ਹੋ ਗਿਆ? ਉਹ ਜੇ ਤੇਰੀ ਆਪਣੀ ਹੈ ਤਾਂ ਪਰਦੇ ਖੋਲ ਕੇ ਉਹਦੀ ਸ਼ਰਮ ਨਮੈਸ਼ ਲਵਾਉਣੀ ਹੈ। ਹੋਇਆ ਕੀ ਹੈ? ਮਾਮੇ ਨੇ ਤੈਨੂੰ ਉਮੀਦ ਦੇ ਨਾਲ ਲੁੱਡੀਆਂ ਪਾਉਂਦੇ ਨੂੰ ਦੇਖ ਲਿਆ। ਉਹਦੇ ਜਾਨ ਬਚਾਉਣੀ ਤਾਂ ਭੱਜ ਲੈ ਤੂੰ। ਜੀਜੂ 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 ਹੁਣ ਕੀ ਹੋ ਗਿਆ? ਤੁਹਾਡੀ ਨੂਰਾਨੀ ਨੇ ਮੂੰਹ ਕਾਲਾ ਕਰ ਲਿੱਤਾ। ਆਪਣੇ ਕਿਰਾਏਦਾਰ ਨਾਲ ਜੱਫੀਆਂ ਪਾ ਰਹੀ ਹੈ। ਤੂੰ ਸਾਲਿਆ ਕਦੇ ਕੋਈ ਚੱਜ ਦੀ ਖਬਰ ਨਾ ਲੈ ਕੇ। ਮੈਂ ਆਪਣੀ ਅੱਖਾਂ ਨਾਲ ਦੇਖਿਆ। ਏਦਾਂ ਏਦਾਂ ਕਰ ਰਹੇ ਸੀ ਦੋਨੋਂ ਜਣੇ। ਪਰੇ ਮਰ, ਜੇ ਤੇਰੀ ਗੱਲ ਦੇ ਵਿੱਚ ਭੋਰਾ ਵੀ ਦਮ ਹੋਇਆ ਨਾ, ਅੱਜ ਮੈਂ ਸਾਲੇ ਦੋਹਾਂ ਨੂੰ ਵੜ ਦੂੰ। ਗੋਲਡੀ ਗੋਲਡੀ ਨੂੰ ਕੀ ਕਹਿ ਰਹੇ ਹੋ? ਉਹਨੇ ਤਾਂ ਆਪ ਆਪਣੀ ਅੱਖਾਂ ਨਾਲ ਦੇਖਿਆ। ਉਹਦੇ ਵੱਲੋਂ ਕੀ ਬਕਵਾਸ ਕਰ ਰਹੇ ਹੋ? ਇਹ ਕਹਿੰਦਾ ਦਿਓਰ ਭਰਜਾਈ ਜੰਨਕ ਦਾ ਚੱਲਦਾ ਹੈ। ਵੇਖ ਲੈ ਪਾਰਵਤੀ ਕੋ। ਜੀਜੂ ਉੱਪਰ ਦੀਦੀ ਨੂੰ ਛੋੜੋ, ਨੀਚੇ ਜੋ ਦੇਵਰ ਦੀਵਾਨਾ ਹੋਇਆ ਫਿਰਦਾ ਉਹਨੂੰ ਰੋਕੋ। ਉਹਨੂੰ ਮੈਂ ਸਵਾਰ ਰੋਕਾਂ ਜਦੋਂ ਮੇਰੇ ਮੁੰਡੇ ਨਹੀਂ ਉਹਨਾਂ ਨੂੰ ਹਰੀ ਝੰਡੀ ਦੇਤੀ। ਪਰ ਹੁਣ ਐਡਵੋਕੇਟ ਢਿੱਲੋਂ ਤੁਹਾਨੂੰ ਐਕਸਪ੍ਰੈਸ ਬਣ ਕੇ ਦਿਖਾਊ। ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਕੇ ਦਿਖਾਊ। ਹੁਣ ਤੱਕ ਜੋ ਜੋ ਨਹੀਂ ਵੀ ਸੀ ਕੀਤਾ ਉਹ ਵੀ ਕਰਕੇ ਦਿਖਾਊ। ਜੀਜੂ ਜੇ ਤੁਸੀਂ ਦੋਨੋਂ ਨਹੀਂ ਪਕੜ ਗਏ ਤਾਂ ਸਮਝਾਊ ਕੌਣ ਵੇ? ਕਿੱਥੇ ਲੈ ਚੱਲੇ ਮੀਤ? ਫੜ ਜਾ। ਉਹ ਲੈ ਗਿਆ ਮੇਰੇ ਨੌ ਨੂੰ ਕੱਢ ਕੇ। ਉਹ ਛੱਡੋ ਸਕੂਟਰੀ ਬੰਦ ਨਾ ਕਰੀ, ਬੰਦ ਨਾ ਕਰੀ। ਮੈਂ ਚਲਾਉਣੀ ਆ। ਹਾਏ ਸਬਜ਼ੀਆਂ ਤਾਂ ਅੰਦਰ ਰੱਖਦਾ। ਖਸਮਾਂ ਨੂੰ ਖਾਣ ਸਬਜ਼ੀਆਂ ਘਰੇ ਵੈਸੇ ਹੀ 2 ਦਿਨ ਚੁੱਲ੍ਹਾ ਨਹੀਂ ਬਾਲਣਾ। ਹੋਇਆ ਕੀ ਆ? ਓਏ ਹੋਣਾ ਕੀ ਆ? ਆਪਣਾ ਗੋਲਡ ਦੀ ਰਨ ਹੋ ਗਈ। ਜੀਜੂ ਰੁਕ ਜਾਓ ਨਹੀਂ ਤੇ ਆਪਣੀ ਨੋਜ਼ ਵੱਟੀ ਜਾਣੀ ਆ। ਉਹ ਤੁਹਾਡੀ ਕਰ ਲੋ ਕਿਉਂ ਨੂੰ ਪਾਂਡਾ? ਦਲਜੀਤ ਉਹ ਕੀ ਹੋ ਗਿਆ ਮਾਮਾ? ਉਹ ਤੇਰੇ ਘਰ ਵਾਲੇ ਦਾ ਮੀਤ ਨਾਲ ਕੋਈ ਚੱਕਰ ਹੈ। ਕੀ ਕਹਿ ਰਹੇ ਹੋ? ਤੇਰੇ ਘਰ ਵਾਲੇ ਦਾ ਮੀਤ ਨਾਲ ਕੋਈ ਚੱਕਰ ਹੈ। ਕੀ ਕਹਿ ਰਹੇ ਹੋ? ਉਹ ਤੇਰੇ ਘਰ ਵਾਲੇ ਦਾ ਮੀਤ ਨਾਲ ਕੋਈ ਚੱਕਰ ਹੈ। ਸਮਝ ਕਿਉਂ ਨਹੀਂ ਰਹੀ ਯਾਰ? ਜੱਫੀਆਂ ਪਾ ਰਹੇ ਸਨ। ਹਾਏ ਰੱਬਾ, ऐसे गल तुम राज हो के जीजू चन्नो नाल बच गए। आ जा एक मिनट मैं आई हूं। ਉਹ ਮਾਮਾ ਤੇਰਾ ਕੱਖ ਨਾ ਰਹੇ। अच्छा नहीं ਉਹ देगा। ਭੱਜ ਥੋੜੀ ਰਿਹਾ, ਮੈਂ ਤਾਂ ਬਾਈਕ ਤੇ ਜਾ ਰਿਹਾ। बाइक तक नहीं जान देगा। ਮੰਮਾ ਮੈਂ ਡੈਡੀ ਨੂੰ ਲੱਭਣ ਚੱਲਿਆ। ਤੂੰ ਬੈਠ ਜਲਦੀ। रुक जाओ। कितने चल रहे हो तुम? गोल्डी मेरी बात सुनो। गोल्डी डैडी ਕੀ ਗਲਤੀ ਹੈ? डैडी मैं तो लुट्टी गई। गोल्डी ना किराएदारनी ਨੂੰ ਜੱਫੀਆਂ ਪਾ ਰਹੀ ਸੀ। ਰੋਣਾ ਥੀ ਇਹ ਰੋਣਾ। ਆਪਾਂ ਗੋਲਡੀ ਦੇ ਡੈਡੀ ਕੋਲ ਸ਼ਿਕਾਇਤਾਂ ਲਾਂਦੇ। ਉਹਨਾਂ ਨੂੰ ਕੀ ਕਹਿਣਾ ਹੈ? ਉਹ ਤਾਂ ਆਪ ਕਮਲੀ ਨੂੰ ਲੈ ਕੇ ਭੱਜ ਗਿਆ। ਧੀਏ ਤੂੰ ਬੈਠ, ਆਪਾਂ ਹੁਣੇ ਫੜਦੇ ਆ ਉਹਨਾਂ ਨੂੰ। ਇੱਕ ਮਿੰਟ ਮੈਂ ਘਰ ਨੂੰ ਤਾਲਾ ਲਾ ਦਾਂ। ਕਿਉਂ ਹੁਣ ਕਿਉਂ ਲਾਣਾ ਤਾਲਾ? ਘਰ ਦੇ ਵਿੱਚ ਲੁੱਟਣ ਨੂੰ ਹੋਰ ਰਹਿ ਕੀ ਗਿਆ ਹੈ? ਤੂੰ ਆ ਜਾ, ਬਹਿ ਜਾ, ਕਿਤੇ ਲੇਟ ਨਾ ਹੋ ਜਾਈਏ। ਅੱਛਾ ਉਹ ਡੈਡੀ ਰੁਕ ਜਾ। ਜਸ ਤੁਹਾਡਾ ਤਾਂ ਸਾਰਾ ਲਾਣਾ ਬਾੜਾ ਪਿੱਛੇ ਆ ਰਿਹਾ। ਡੈਡੀ ਨੇ ਇੰਨੇ ਜਣੇ ਲਾਇਆ ਮੇਰੀ ਪ੍ਰਾਪਰਟੀ ਪਿੱਛੇ। ਉਹ ਯਾਰ ਹੋਰ ਕਿਹੜਾ ਸੜਕਾਂ ਤੇ 올림픽 ਚੱਲਦੀ ਪਈ ਆ? ਡੈਡੀ ਤਾਂ ਕਰੋ ਕੂੜੇ ਵਾਲੇ ਨੂੰ ਕੂੜਾ ਨਹੀਂ ਫ੍ਰੀ ਚੱਕਣ ਦਿੰਦੇ। ਉਹ ਤੋਂ ਵੀ 600 ਰੁਪਏ ਮਹੀਨਾ ਲੈਂਦੇ ਨੇ। ਹਾਂ ਸੌਜੀ ਸਕੂਟੀ ਹੌਲੀ ਚਲਾਓ, ਮੈਨੂੰ ਡਰ ਲੱਗਦਾ। ਤੂੰ ਚਿੰਤਾ ਨਾ ਕਰ ਛੰਨੋ, ਤੈਨੂੰ ਮੈਂ ਡਿੱਗਣ ਨਹੀਂ ਦਿੰਦਾ। ਤੇ ਜੇ ਤੈਨੂੰ ਬਾਹਲਾ ਡਰ ਲੱਗਦਾ ਮੈਨੂੰ ਕੁੱਟ ਕੇ ਫੜ ਲਾ, ਨਹੀਂ ਮੈਂ ਬਚਿਆ ਰਹੂੰ। ਠੀਕ ਹੈ ਸੌਜੀ। ओ जीजू ओ यार ऑन रोड जप्फी वाली थी यार। ਮਾਮਾ ਅੱਜ ਤੋਂ ਬਾਅਦ ਡੈਡੀ ਤੇ ਛੰਨੋ ਇਸ ਘਰ 'ਚ ਨਹੀਂ ਰਹਿਣਗੇ ਬਸ। ਤੇ ਤੇਰੇ ਘਰ ਵਾਲੇ ਉਹ ਵੀ ਤਾਂ ਕਿਰਾਏਦਾਰ ਨੂੰ ਜੱਫੀਆਂ ਬੰਨਦੇ ਸੀ ਨਾ, ਉਹਦਾ ਕੀ ਕਰਨਾ ਹੈ? ਆਪਾਂ ਕੀ ਕਰਨਾ? ਜੋ ਕਰਨਾ ਕਿਰਾਏਦਾਰ ਆਪੇ ਕਰੂ, ਲਈ ਤਾਂ ਜਾਂਦਾ ਭਜਾ ਕੇ। ਛੱਡ ਮਾਰਾਂਗਾ। ਡੈਡੀ ਪਲੀਜ਼ ਤੁਸੀਂ ਨਾ ਕਿਸੇ ਰਿਸ਼ਤੇਦਾਰ ਨੂੰ ਨਾ ਦੱਸਿਓ ਬਈ ਮੈਂ ਪਾਗਲਾ ਤੇ ਵਿਆਹੀ ਹੋਈ ਆ। ਇਹ ਹੁਣ ਮੈਂ ਤੈਨੂੰ ਕੀ ਦੱਸਾਂ?
ਰਿਸ਼ਤੇਦਾਰ ਤਾਂ ਮੈਨੂੰ ਪਹਿਲਾਂ ਹੀ ਕਹਿੰਦੇ ਕਿ ਉਹ ਕੋਈ ਪਾਗਲ ਹੀ ਹੋਣਗੇ ਜਿਹਨੇ ਨੇ ਤੇਰੀ ਧੀ ਲਈ ਹੈ। ਲੁਕਣਾ ਪੜਾ ਮੀਤ ਕਿਤੇ। ਜਸ ਇੱਥੇ ਇਹਨਾਂ ਨੇ ਸਾਨੂੰ ਲੱਭ ਲੈਣਾ। ਉਹ ਯਾਰ ਇੱਥੇ ਹਨੀ ਦਾ ਪਲੇ ਚੱਲਦਾ, ਮੈਨੂੰ ਪੱਕਾ ਪਤਾ ਇਹਨੂੰ ਕੋਈ ਦੇਖਣ ਨਹੀਂ ਆਉਂਦਾ। ਤੂੰ ਚੱਲ। ਫਿਰੰਗੀਓ ਛੱਡੋ। ਨਹੀਂ ਛੱਡਦਾ। ਵੀ ਅੰਗਰੇਜ਼ ਬਣੋ ਸੌਰਿਓ। ਨਹੀਂ ਛੋੜेंगे। ਆ ਖੜਾ ਜਸ ਦਾ ਮੋਟਰਸਾਈਕਲ, ਇੱਥੇ ਕਿਤੇ ਹੀ ਹੋਣਾ। ਹਾਏ ਓ ਰੱਬਾ, ਤੁਹਾਡੀ ਨੂੰਹ ਨੂੰ ਭਜਾ ਕੇ ਕਿੰਨੀ ਸੁਨਸਾਨ ਜਗ੍ਹਾ ਤੇ ਲੈ ਆਇਆ। ਚੰਗੀ ਲੱਗਦੀ ਹੈ ਮੇਰੀ ਨੋਹ ਬਾਰੇ ਇਹੋ ਜਿਹੇ ਸ਼ਬਦ ਬੋਲਦੀ। ਸੌਰੀ ਜੀ ਸੌਰੀ, ਤੁਹਾਡੀ ਨੂੰਹ ਨੂੰ ਭਜਾ ਕੇ ਕਿੰਨੀ ਸੋਹਣੀ ਜਗ੍ਹਾ ਤੇ ਲੈ ਆਇਆ। ਹੁਣ ਠੀਕ ਹੈ? ਪਤਾ ਨਹੀਂ ਸਾਹਿਬ ਜੀ। ਓਏ ਇਹ ਇੱਥੇ ਵੀ ਆ ਗਏ। ਛੇਤੀ ਲੁਕ ਮੀਤ। ਜਸ ਇੱਥੇ ਇਹਨਾਂ ਨੇ ਆਪਾਂ ਨੂੰ ਲੱਭ ਲੈਣਾ, ਕਿਤੇ ਹੋਰ ਚੱਲੋ। ਆ ਜਾ ਤੂੰ। ਹਨੇ ਹਨੇ ਢਿੱਲੋਂ ਨੇ ਮੈਨੂੰ ਤੇ ਮੀਤ ਨੂੰ ਇਕੱਠਿਆਂ ਦੇਖ ਲਿਆ। ਆ ਕੀ ਗੱਲ ਹੋਈ? ਤੁਹਾਡੀ ਵਾਈਫ ਆ? ਸਹੀ ਗੱਲ ਦੱਸੋ। ਬਾਬਾ ਢਿੱਲੋਂ ਸਾਹਿਬ ਮੀਤ ਦੀ ਪ੍ਰਾਪਰਟੀ ਬੜਕਣੋਂ ਫਿਰਦੇ ਨੇ। ਮੇਰੇ ਦੇਸ਼ ਭਗਤ ਸਾਥੀਓ, ਪਹਿਲਾਂ ਆਪਾਂ ਮੁਲਕ ਛਡਾਉਣ ਵੱਲ ਧਿਆਨ ਦੇ ਲਈਏ। ਵੀਰੇ ਸਾਡਾ ਖਹਿੜਾ ਛਡਾਉਣਾ ਔਖਾ ਹੋ ਜਾਣਾ, ਕੀ ਕਰੀ ਜਾਣਾ। ਸਮਝਿਓ ਕਰੋ। ਨਾਟਕ। ਸੋ ਮੇਰੇ ਦੇਸ਼ ਭਗਤ ਸਾਥੀਓ, ਤੁਸੀਂ ਏਦਾਂ ਕਰੋ, ਹਮ ਆਪਣਾ ਆ ਵਾਲੇ ਲਾਲ ਕਿਲੇ ਦੇ ਪਿੱਛੇ ਇੰਤਜ਼ਾਰ ਕਰੋ, ਅਸੀਂ 1 ਘੰਟੇ ਬਾਅਦ ਮਿਲਦੇ ਹਾਂ। ਨਹੀਂ ਨਹੀਂ ਮੇਰੇ ਦੇਸ਼ ਭਗਤ ਵੀਰ, ਸਾਡੇ ਕੋਲ 1 ਘੰਟੇ ਦਾ ਵਕਤ ਨਹੀਂ। ਹਾਂ ਕੁਝ ਗੋਰਿਆਂ ਨੇ ਸਾਡੇ ਪਿੱਛੇ ਢਿੱਲੋਸਤਾਨੀ ਤਾਕਤਾਂ ਲਾ ਦਿੱਤੀਆਂ ਨੇ। ਕੀ ਬੋਲੀ ਜਾ ਰਹੇ ਹੋ? ਮੀਤ ਭਾਵੇਂ ਸੀ ਮੁਗਲ ਤੇ ਭਾਵੇਂ ਆਗੇ ਗੋਰੇ, ਇਹ ਹਮੇਸ਼ਾ ਪ੍ਰੇਮੀਆਂ ਦੇ ਦੁਸ਼ਮਣ ਰਹੇ ਨੇ। ਸੋ ਅਸੀਂ ਇਹਨਾਂ ਦਾ ਅੰਦੋਲਨ ਨਾਟਕ ਆਪਾਂ ਖਰਾਬ ਨਹੀਂ ਹੋਣ ਦੇਣਾ। ਸੋ ਮੇਰੇ ਦੇਸ਼ ਪ੍ਰੇਮੀਓ, ਦੇਸ਼ ਪ੍ਰੇਮੀ ਇੱਧਰ ਨੇ। ਓਏ ਮੇਰੇ ਦੇਸ਼ ਪ੍ਰੇਮੀਓ, ਹਾਂ ਤੂੰ ਪ੍ਰੇਮੀਆਂ ਨੂੰ ਬਚਾ ਲਓ, ਮਿੰਟ ਵਾਲੀ ਗੱਲ ਹੈ ਪਲੀਜ਼। ਉਹ ਫਿਰਦਾ। ਤੈਨੂੰ ਸ਼ਰਮ ਨਹੀਂ ਆਈ? ਮੇਰੀ ਨੋਹ ਭਜਾਉਣ ਲੱਗਿਆ। ਆ ਦੇਖ ਲੋ, ਗੋਰਿਆਂ ਦਾ ਭੇਜਿਆ ਢਿੱਲੋਸਤਾਨੀ ਇੱਥੇ ਵੀ ਆ ਗਿਆ। ਛੱਡ ਦੇ ਮੈਨੂੰ। ਓਏ ਤੂੰ ਸਾਡੇ ਘਰ ਦੀ ਨੂੰਹ ਨਹੀਂ ਛੱਡਦੀ, ਅਸੀਂ ਤੈਨੂੰ ਕਿਵੇਂ ਛੱਡ ਦਈਏ? ਜਨਾਬ ਆ ਨਾਟਕ ਕਿਸੇ ਹੋਰ ਪਾਸੇ ਨਹੀਂ ਤੁਰ ਪਿਆ, ਸ਼ਾਇਦ ਘੁੰਮ ਫਿਰ ਕੇ ਉੱਥੇ ਹੀ ਆ ਜੇ। ਕੀ ਕਰ ਰਹੇ ਹੋ ਡੈਡੀ? ਗਲਤ ਤੁਸੀਂ ਇਲਜ਼ਾਮ ਸਾਡੇ ਤੇ ਲਾ ਰਹੇ ਹੋ। ਓ ਲੋ, ਜੇ ਮੈਂ ਪ੍ਰਾਪਰਟੀ ਲਈ ਫਸ ਗਿਆ, ਇਹਦਾ ਮਤਲਬ ਤੂੰ ਇਹ ਸਭ ਕਰੇਂਗੀ? ਹੋਰ ਦੱਸੋ ਕੀ ਕਰਦੇ ਸੀ? ਤੁਸੀਂ ਸਾਡੇ ਲਈ ਕੋਈ ਰਾਹ ਹੀ ਨਹੀਂ ਛੱਡਿਆ। 2 ਪੌਂਡਾਂ ਵਾਸਤੇ ਤੁਸੀਂ ਗੋਰਿਆਂ ਨਾਲ ਲੜ ਗਏ। ਤੇਰੇ ਜੰਮਣ ਦੇ। ਹਾਏ ਮਰ ਜਾਣੇ, ਸਾਰਾ ਮੂੰਹ ਲਪੇੜਤਾ। ਸਟੀਵਰਟ, ਰਾਣੀ ਸਾਹਿਬਾਨ ਆਪਾਂ ਕਦੋਂ ਬੈਠ ਸਕਦੇ ਹਾਂ? ਉਹ ਤੈਨੂੰ ਬਿਠਾਵਾਂ ਰਾਣੀ ਨਾ, ਸਾਡਾ ਇੱਥੇ ਘਰ ਉੱਜੜ ਗਿਆ, ਤੈਨੂੰ ਰਾਣੀ ਦੀ ਪਈ ਆ। ਢਿੱਲੋਂ ਸਾਹਿਬ ਮੇਰਾ ਨਾਟਕ ਉੱਜੜ ਜਾਣਾ। ਤਾਂ ਉੱਜੜ ਜੇ, ਤੂੰ ਕਰਾਇਆ ਗਲਤ ਰਿਸ਼ਤਾ। ਸਾਹਿਬ ਜੀ ਪਹਿਲਾਂ ਤਾਂ ਇਹਨੂੰ ਅੰਦਰ ਕਰਾਓ। ਢਿੱਲੋਂ ਸਾਹਿਬ ਛੰਨੋ ਨੂੰ ਲਗਾਮ ਪਾਓ, ਮੇਰਾ ਨਾਟਕ ਚੱਲ ਰਿਹਾ। ਸਾਹਮਣੇ ਐਸਐਸਪੀ ਸਾਹਿਬ ਬੈਠੇ ਯਾਰ। ਬੈਠਾ ਰਹੇ। ਸਾਹਿਬ ਜੀ ਮਾਨਯੋਗ ਐਸਐਸਪੀ ਸਾਹਿਬ, ਇਹ ਸਾਰੇ ਧੋਖੇਬਾਜ਼ ਨੇ। ਹਾਂਜੀ ਹਾਂਜੀ ਹਾਂਜੀ। ਹਾਂ ਗੋਲਡੀ ਦੇਸ਼ ਭਗਤ, ਲੈ ਜਾ ਇਹਨਾਂ ਨੂੰ। ਇਹ ਗੱਦਾਰ ਵਿਕ ਚੁੱਕੇ ਨੇ, ਆਜ਼ਾਦੀ ਦੀ ਲੜਾਈ ਦੇ ਵਿੱਚ ਖਲਲ ਪਾ ਰਹੇ ਨੇ। ਤੁਸੀਂ ਇੱਥੇ ਹੀ ਕਰਦੇ ਹੋ, ਚਲੋ ਘਰ ਚਲੋ, ਲੋਕੀ ਦੇਖਦੇ ਨੇ। ਦੇਖ ਲੈਣ ਦੇ ਕਿਹੜੇ ਦੇਖਦੇ ਆ, ਨਾਲੇ ਪੁਲਿਸ ਵੀ ਇੱਥੇ ਬੈਠੀ ਆ। ਇਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਮੁੰਡੇ ਵਾਲੇ ਤਾਂ ਠੀਕ ਨੇ, ਇਹ ਕੁੜੀ ਦੇ ਚਾਵਲ ਨਿਕਲੀ। ਕਿਉਂ ਕਿਸੇ ਦੀ ਧੀ ਭੈਣ ਨੂੰ ਪਬਲਿਕਲੀ ਬਦਨਾਮ ਕਰਨ ਲੱਗੇ ਹੋ? ਦਿਲ ਵੱਡਾ ਕਰੋ, ਇਹ ਕਹਿ ਕੇ ਦਾ ਹੱਥ ਛੱਡੋ। ਜਾ ਸਿਮਰਨ ਜਾ, ਜੀ ਲੈ ਆਪਣੀ ਜ਼ਿੰਦਗੀ। ਉਦੋਂ ਬਾਅਦ ਭਾਵੇਂ ਅਗਲੀ ਗੱਡੀ ਫੜੇ, ਭਾਵੇਂ ਬਸ। ਮਾਰਾ ਸਰ ਦੇ ਰੱਖ ਕੇ ਇੱਕ ਚਪੇੜ। ਆਪਣੇ ਯਾਰ ਨੂੰ ਗਿਫਟ ਕਰਨ ਨੂੰ ਵਿਆਹ ਕੇ ਲੈ ਕੇ ਆਇਆ ਸੀ ਇਹਨੂੰ। ਡੈਡੀ ਤੁਸੀਂ ਹਿੱਲ ਗਏ, ਕੀ ਬੋਲੀ ਜਾਂਦੇ ਹੋ? ਮੀਤ ਇੱਥੇ ਕੋਈ ਡੈਡੀ ਨਹੀਂ, ਕੋਈ ਬੇਟਾ ਨਹੀਂ। ਇਹ ਦੇਸ਼ ਧਰੋਹੀ ਨੇ ਤੇ ਅਸੀਂ ਦੇਸ਼ ਪ੍ਰੇਮੀ। ਦੇਸ਼ ਪ੍ਰੇਮੀਓ, ਭਾਰਤ ਆਜ਼ਾਦ ਕਰਵਾਉਣਾ ਕਿ ਨਹੀਂ? ਓਏ ਇੰਨੀ ਜਲਦੀ ਨਹੀਂ, ਪਹਿਲਾਂ ਸਾਡੇ ਇਸ ਲੀਡਰ ਨੂੰ ਗੋਲੀਆਂ ਜਾਂ ਸੋਟੀਆਂ ਮਾਰ ਕੇ ਸ਼ਹੀਦ ਕੀਤਾ ਜਾਵੇ। ਓ ਯਾਰ ਦਫਾ ਕਰ, ਬੰਦਾ ਇੱਜ਼ਤਦਾਰ ਹੋਵੇ ਤਾਂ ਮੇਣਾ ਮਾਰਿਆ ਮਰ ਜਾਂਦਾ, ਇਹਨੂੰ ਸੋਟੀਆਂ ਨਾਲ ਕੀ ਫਰਕ ਪੈਣਾ? ਕਰਵਾਨਾ ਮਾਰੋ 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 ਮਾਰੋ, ਮੈਨੂੰ ਜਿਹਨੇ ਮਾਰਨਾ ਮਾਰੋ। ਐਸਐਸਪੀ ਸਾਹਿਬ ਹੁਣੇ ਮੇਰੀ ਰਿਪੋਰਟ ਲਿਖੋ, ਇਹਨੇ ਮੇਰੀ ਨੋਹ ਭਜਾਈ ਆ। ਇਹ ਕਲਾਕਾਰ ਬਾਰ-ਬਾਰ ਮੈਨੂੰ ਕਿਉਂ ਬੁਲਾ ਰਿਹਾ? ਜਨਾਬ ਜਿਵੇਂ ਅੱਜ ਕੱਲ ਸਿੰਗਰ ਲੋਕਾਂ ਨਾਲ ਗਾਉਂਦੇ ਗਾਉਂਦੇ ਇੰਟਰੈਕਟ ਕਰਦੇ ਨਾ, ਮੈਨੂੰ ਲੱਗਦਾ ਹੈ ਨਾਟਕ ਵਾਲੇ ਵੀ ਐਂ ਕਰਨ ਲੱਗ ਪਏ। ਓਕੇ ਓਕੇ। ਆਪਦੇ ਘਰ ਵਾਲੇ ਨਾਲ ਭੱਜੀਆਂ ਮੈਂ, ਕੀ ਗੁਨਾਹ ਕਰਤਾ? ਓਏ ਤੇਰਾ ਖਸਮ ਇਹ ਆ। ਡੈਡੀ ਪਾਗਲ ਹੋ ਗਏ ਤੁਸੀਂ, ਮੈਂ ਇਹਦੇ ਨਾਲ ਹੀ ਤੁਹਾਡੇ ਮੁੰਡੇ ਨਾਲ ਵਿਆਹੀ ਆ। ਕੌਣ ਕਹਿੰਦਾ ਇਹ ਮੇਰਾ ਮੁੰਡਾ? ਉਹ ਟੋਨੀ ਤੂੰ ਦੱਸ, ਇਹ ਮੇਰਾ ਮੁੰਡਾ? ਲੜਿੰਦੇ ਕਿਉਂ ਪਿਓ ਯਾਰ, ਡੀਐਨਏ ਕਰਾ ਲਓ। ਸਾਲਿਆ ਤੇਰੀ ਭੈਣ ਤੇਰੀਆਂ ਅੱਖਾਂ ਸਾਹਮਣੇ ਮਰੀ ਆ, ਇਹ ਮੈਂ ਕਿੱਥੋਂ ਜੰਮਦਾ? ਉਹ ਜਿੱਜੂ ਤਿੱਤੀਆ ਮਰਿਆ ਨਾ, ਤੁਸੀਂ ਤਾਂ ਜਿੰਦੇ ਹੋ। ਪਰ ਮਰ ਤੂੰ ਸਾਲਿਆ ਮੂੰਹ 'ਚ ਘੁੰਗਣੀਆਂ ਪਈਆਂ, ਤੇ ਤਾਂ ਦੱਸ ਨਹੀਂ ਹੁੰਦਾ ਕਿ ਮੇਰਾ ਮੁੰਡਾ ਕੌਣ ਹੈ ਤੇ ਕੌਣ ਨਹੀਂ। ਕਿਉਂ ਲੋਕਾਂ ਸਾਹਮਣੇ ਜਲੂਸ ਕੱਢਿਆ? ਸਾਰੀ ਗੱਲ ਕਰੀ ਜਾਈ ਕਰਦੇ ਆ ਚਲੀ ਆ ਜਾਓ। ਪਹਿਲਾਂ ਇਹ ਦੱਸ ਮੇਰਾ ਮੁੰਡਾ ਇਹ ਹੈ ਕਿ ਤੂੰ? ਕੀ ਗੱਲਾਂ ਕਰਦੇ ਹੋ? ਸਾਰੀ ਤੁਹਾਡੇ ਬੱਚੇ ਆ। ਇਹ ਵੀ ਤਾਂ ਤੁਹਾਡਾ ਬੱਚਾ ਹੈ। ਤੁਸੀਂ ਆਪਣੀ ਗੱਲ ਕਰੋ, ਛੰਨੋ ਨੂੰ ਲੈ ਕੇ ਕਿਉਂ ਬੱਚੇ? ਕਿਉਂ ਜਵਾਬ? ਚੱਲ ਸੁਣ ਲੈ ਫਿਰ ਪੁੱਤ, ਹੁਣ ਤੱਕ ਤਾਂ ਨਹੀਂ ਮੈਂ ਭੱਜਿਆ ਸੀ, ਹੁਣ ਇਹਨੂੰ ਲੈ ਕੇ ਮੈਂ ਭੱਜ ਕੇ ਦਿਖਾਊਂਗਾ। ਰੋਕ ਲਓ। ਇਹ ਕਲਾਕਾਰ ਐਕਟਰ ਬਹੁਤ ਵਧੀਆ। ਹਾਂਜੀ, ਇਹਨੂੰ ਫਿਲਮਾਂ 'ਚ ਜਾਣਾ ਚਾਹੀਦਾ। ਜੇ ਅਸੀਂ ਇਕੱਠੇ ਪਸੰਦ ਨਹੀਂ, ਸਾਡਾ ਰਿਸ਼ਤਾ ਕਿਉਂ ਕਰਾਇਆ ਸੀ? ਮੈਂ ਕਦੋਂ ਕਰਾ ਰਿਸ਼ਤਾ? ਉਹ ਲੈ ਕੀ ਗੱਲ ਕਰ ਰਹੇ ਹੋ ਤੁਸੀਂ? ਆਪ ਵੀ ਮੇਰੇ ਤੇ ਹਨੀ ਨਾਲ ਗਏ ਸੀਗੇ ਮੀਤ ਦੇ ਘਰੇ, ਮੇਰੇ ਤੇ ਮੀਤ ਦਾ ਰਿਸ਼ਤਾ ਪੱਕਾ ਕਰਨ ਲਈ। ਉਹ ਗੋਲਡੀ ਦਾ ਰਿਸ਼ਤਾ ਪੱਕਾ ਕਰਨ ਲਈ ਗਿਆ ਸੀ। ਅੱਛਾ, ਫਿਰ ਗੋਲਡੀ ਨਾਲ ਆਪ ਕਿਉਂ ਨਹੀਂ ਗਿਆ? ਸਾਲੇ ਤੂੰ ਹੀ ਗਿਆ ਸੀ। ਜੇ ਬਾਂਦਰ ਜਿਹਨੂੰ ਨਾਲ ਲੈ ਕੇ ਰਿਸ਼ਤਾ ਸਿਰੇ ਨਹੀਂ ਚੜਨਾ। ਬਸ ਹੁਣ ਕਿਤੇ ਇਹ ਨਾ ਕਹਿ ਦਿਓ ਵੀ ਮੀਤ ਦਾ ਵਿਆਹ ਵੀ ਉਹਦੇ ਨਾਲ ਹੋਇਆ ਵਾ। ਉਹ ਤੇਰੇ ਨਾਲ ਹੋਇਆ ਵਿਆਹ, ਇਹਦੇ ਨਾਲ ਕਰਾ ਕੇ ਚੱਕਰ ਤੇਰੇ ਨਾਲ ਚਲਾਈ ਫਿਰਦੀ ਆ।
ਓਏ ਹੋਏ ਹੁਣ ਮੈਨੂੰ ਸਮਝ ਆਇਆ। ਸਾਹਿਬ ਜੀ ਜਿਹੜਾ ਰਾਤ ਨੂੰ ਗੇਟ ਖੁੱਲਦਾ ਸੀ ਨਾ, ਇਹੀ ਉੱਤੇ ਥੱਲੇ ਜਾਂਦੀ ਹੋਣੀ ਆ। ਤੇ ਬਦਨਾਮ ਆਪਾਂ ਹੁੰਦੇ ਰਹੇ। ਉਹ ਚਰਿੱਤਰਹੀਣ ਢਿੱਲੋਂ, ਮੈਨੂੰ ਤਾਂ ਸ਼ਰਮ ਆਉਂਦੀ ਹੈ ਤੈਨੂੰ ਆਪਣਾ ਕੁੜਮ ਕਹਿੰਦੇ ਹੋਏ। ਆ ਕੁੜਮ ਕਿਹਨੂੰ ਕਿਹਾ? ਤੈਨੂੰ ਹੋਰ ਕਿਹਨੂੰ? ਜੇ ਤੂੰ ਮੈਨੂੰ ਹੁਣ ਦੁਬਾਰਾ ਕੁੜਮ ਕਿਹਾ ਨਾ, ਮੈਂ ਤੈਨੂੰ ਇੱਥੇ ਹੀ ਢਾਲਣਾ। ਤੂੰ ਕਿੱਥੇ ਢਾਣਾ ਹੈ ਸਾਨੂੰ? ਤੇਰੇ ਕੋਲ ਹੋਰ ਬਹੁਤ ਕੁਝ ਹੈ ਢਾਣ ਨੂੰ। ਸਾਹਿਬ ਜੀ ਬਕਵਾਸ ਬੰਦ ਕਰ। ਮੈਂ ਤਾਂ ਪਛਤਾ ਰਹੀ ਹਾਂ ਤੁਹਾਡੇ ਘਰੇ ਆ ਕੇ ਡੈਡੀ। ਪਹਿਲਾਂ ਇੱਕ ਤਾਂ ਤੂੰ ਮੈਨੂੰ ਇਹ ਡੈਡੀ ਕਹਿਣਾ ਬੰਦ ਕਰ। ਕਿਉਂ? ਗੋਲਡੀ ਤੁਹਾਨੂੰ ਡੈਡੀ ਨਹੀਂ ਕਹਿੰਦਾ? ਇਹ ਤਾਂ ਕਹੂਗਾ, ਤੂੰ ਕਿਉਂ ਕਹੇਂਗੀ? ਕਿਉਂ? ਚਲਤੀ ਹੈ ਕੋਈ ਗੱਲ ਨਹੀਂ, ਇਹਨੂੰ ਸਹੁਰਾ ਕਹਿ ਦਿਆ ਕਰ। ਸਹੁਰਾ ਵੀ ਕਿਉਂ ਕਹੂਗੀ ਜਦ ਸਾਡੇ ਕਿਰਾਏਦਾਰ ਨਾਲ ਵਿਆਹੀ ਆ? ਡੈਡੀ ਇਹ ਵੀ ਤਾਂ ਇਹੀ ਕਹਿ ਰਹੀ ਹੈ ਕਿ ਗੋਲਡੀ ਨੇ ਵਿਆਹੀ ਆ। ਓਏ ਕਿਰਾਏਦਾਰ ਨਾਲ ਵਿਆਹੀ ਆ, ਤੂੰ ਕਹੀ ਜਾਨੀ ਆ ਇਹਦੇ ਨਾਲ ਵਿਆਹੀ ਆ। ਡੈਡੀ ਤੁਹਾਨੂੰ ਕੀ ਹੋ ਗਿਆ? ਗੱਲ ਸਹੀ ਬੋਲਦੇ ਹੋ, ਇਸ਼ਾਰੇ ਗਲਤ ਕਰਦੇ ਹੋ। ਇਹ ਤੁਹਾਨੂੰ ਕਿਰਾਇਆ ਨਹੀਂ ਦਿੰਦੇ? ਨਹੀਂ ਦਿੰਦਾ ਹੈ ਯਾਰ ਗੋਲਡੀ ਤੂੰ ਕਿਰਾਇਆ ਕਿਉਂ ਨਹੀਂ ਦਿੰਦਾ? ਹਾਂ ਕਿਉਂ ਨਹੀਂ ਦਿੰਦੇ ਵੀਰ ਜੀ? ਓਏ ਖਸਮ ਨੂੰ ਵੀਰ ਜੀ ਨਾ ਬੋਲ। ਲਓ ਜੀ ਗੁੱਡ ਨਿਊਜ਼, ਅਸੀਂ 1947 ਤੋਂ ਪਹਿਲਾਂ ਹੀ ਪਾਰਟਨਰ ਛੱਡਣ ਚ ਇੰਟਰਸਟਡ ਹੈ। ਕੋਈ ਅੱਖੀ ਆਏਗਾ ਗੱਲ ਕਰਨ ਲਈ? ਸਾਰੇ ਤਾਂ ਅੱਗੇ ਆਏ ਹੋਇਆ, ਹੋਰ ਕਿੰਨੇ ਅੱਗੇ ਆਉਣ? ਉਹ ਪਹਿਲਾਂ ਹੀ ਬੜੇ ਅੱਗੇ ਨੇ, ਇਹਨਾਂ ਨੂੰ ਪਿੱਛੇ ਭੇਜਣ ਦਾ ਜੁਗਾੜ ਕਰ ਇੱਧਰ। ਪਹਿਲਾਂ ਸਾਡੇ ਨਾਲ ਨਿਬੇੜ ਲਓ। ਅਸੀਂ ਆਜ਼ਾਦੀ ਦੇ ਕੇ ਦਿਨੇ ਦਿਨੇ ਇੰਗਲੈਂਡ ਵਾਪਸ ਵੀ ਮੁੜਨਾ ਹੈ। ਇਸ ਪਾਗਲ ਨੂੰ ਬਾਅਦ ਚ ਸੁਣਦੇ ਰਹੀ ਹੋ। ਅੰਗਰੇਜ਼ਾਂ ਨੂੰ ਵੀ ਪਤਾ ਚੱਲ ਗਿਆ ਜੀਜੂ। ਮਾਈ ਗॉड, ਪਾਗਲ ਕਿਹਨੂੰ ਕਿਹਾ? ਤੁਹਾਨੂੰ ਕਿਹਾ ਹੋਣਾ, ਹੋਰ ਕਿਹਨੂੰ ਕਹਿ ਸਕਦਾ? ਤੇਰੀ ਉਹ ਸਾਲੇ ਬੱਗੇ ਜਦੀ ਖੜੇ ਅੰਗਰੇਜ਼ਾਂ ਨਾਲ ਬਾਤ ਚ ਨਬੇੜੀ। ਪਹਿਲਾਂ ਮੇਰੀ ਗੱਲ ਦਾ ਜਵਾਬ ਦੇ, ਇਹ ਤੈਨੂੰ ਸਹੁਰਾ ਕਿਉਂ ਨਹੀਂ ਕਹਿ ਸਕਦੀ? ਉਹ ਇਸ ਕਰਕੇ ਕਿ ਇਹ ਮੇਰੇ ਮੁੰਡੇ ਨਾਲ ਨਹੀਂ ਵਿਆਹੀ। ਅੱਛਾ ਫਿਰ ਕਿਹਦੇ ਨਾਲ ਵਿਆਹੀ ਹੋਈ ਹੈ? ਇਸ ਨਾਲ ਵਿਆਹੀ ਆ। ਬਸ ਬਸ ਬਸ, ਹੁਣੇ 1 ਮਿੰਟ ਚ ਸਭ ਕੁਝ ਕਲੀਅਰ ਹੋ ਜਾਏਗਾ। ਇਹ ਸੌਂਦੀ ਕਿੱਥੇ ਰਾਤ ਨੂੰ? ਤੇਰੀ ਧੀ ਜਸਨਾ ਤੇ ਮੀਤ ਗੋਲਡੀ ਕੋਲ। ਬਿੱਲੂ ਜੀ ਡੰਡਾ ਨਹੀਂ ਮਾਰਨਾ। ਨਾ ਜਸਨਾ, ਆ ਕੰਮ ਨਹੀਂ ਕਰਨਾ, ਆ ਕੰਮ ਨਹੀਂ ਕਰਨਾ। ਓਏ ਬਦਲਾ ਮੇਰਾ ਨਾਟਕ ਬਚਾਓ। ਓਏ ਅੰਗਰੇਜ਼ੋਂ ਮਾਰਨ ਨਾ ਛੱਡੋ। ਐਕਟਰ ਰੀਅਲ ਐਕਸ਼ਨ ਕਰ ਰਹੇ ਨੇ। ਮੇਰੇ ਸਾਹਬ ਨੂੰ ਕੁਛ ਨਾ ਦੋ, ਮੇਰੀ ਭਾਵੇਂ ਲੱਤ ਬੰਨ ਲਓ। ਇਹ ਜੀ ਆਜ਼ਾਦੀ ਦੀ ਲੜਾਈ ਕਿਹੜੇ ਪਾਸੇ ਹੋਈ ਸੀ? ਪਤਾ ਨਹੀਂ ਸਰ, ਆਪਾਂ ਕਿਹੜਾ ਉਹਦੇ ਚੰਮੇ ਸੀ ਹੋਈ ਹੋਣੀ। ਹਾਂ ਹੋਈ ਤਾਂ ਹੋਣੀ ਹੈ ਕਿਸੇ ਪਾਸੇ, ਤਾਂ ਹੀ ਤਾਂ ਦਿਖਾ ਰਹੇ। ਹਾਂਜੀ ਮੇਰੇ ਸਾਥੀਓ, ਅੰਗਰੇਜ਼ਾਂ ਦੇ ਖਿਲਾਫ ਆਪਣਾ ਇਹ ਅੰਦੋਲਨ ਖਤਮ ਹੋਇਆ। ਆਪਣੀ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਹੁਣ ਆਪ ਸਭ ਦੀ ਨਜ਼ਰ ਕਰ ਰਹੇ ਹਾਂ। ਹੁਸਨ ਦੀ ਮਲਿਕਾ, ਜਲਵਾ ਫਰੋਸ਼, ਕਮਸਿਨ ਹਸੀਨਾ, ਗੁਣਵਤੇ। ਉਹ ਥੈਂਕ ਯੂ ਭਰਾ, ਥੈਂਕ ਯੂ ਯਾਰ, ਮੇਰੀ ਇੱਜ਼ਤ ਰੱਖ ਲਈ ਓਏ ਯਾਰ। ਲਾਹਨਤ ਹੋਏ ਤੇਰੇ ਤੇ। ਬਗਾਨਿਆਂ ਨੇ ਤੇਰੇ ਪਿਓ ਨੂੰ ਕੁੱਟ-ਕੁੱਟ ਕੇ ਮਰਨ ਵਰਗਾ ਕਰਤਾ, ਤੇ ਤੈਨੂੰ ਸਾਲਿਆ ਕੈਮਰੇ ਸੋਚਦੇ ਆ। ਮੈਨੂੰ ਤੇਰੇ ਤੇ ਘੱਟ, ਪਾਰਵਤੀ ਕੌਰ ਤੇਰੇ ਤੇ ਵੱਧ ਗੁੱਸਾ। ਲੋਕਾਂ ਦੀਆਂ ਮਾਵਾਂ ਸਰਦਾਰ ਜੰਮ ਕੇ ਜਾਂਦੀਆਂ, ਤੂੰ ਮੇਰੇ ਲਈ ਨਚਾਰ ਜੰਮ ਕੇ ਗਈਆਂ। ਪਹਿਲਾਂ ਮੈਂ ਡਾਟ ਪਾਪਾ ਕਹਿੰਦਾ ਸੀ ਨਾ ਕਿ ਜੱਸ ਮੇਰਾ ਮੁੰਡਾ ਨਹੀਂ, ਜਾ ਅੱਜ ਤੋਂ ਬਾਅਦ ਤੂੰ ਵੀ ਮੇਰਾ ਮੁੰਡਾ ਨਹੀਂ। ਬਿਮਾਰੀ ਦਿਮਾਗ ਨੂੰ ਚੜ ਗਈ ਹੈ, ਸਿਰ ਤੇ ਡਾਂਗ ਮਾਰਨੀ ਪੈਣੀ ਹੈ। ਓਏ ਇੱਕ ਮਿੰਟ। ਜਸ, ਤੇਰਾ ਕੈਨੇਡਾ ਜਾਣਾ ਆਪਣੀ ਜਾਰੀ ਨਾਲੋਂ ਕਿੰਨਾ ਕੁ ਜ਼ਰੂਰੀ ਹੈ? ਜਮਾ ਹੀ ਨਹੀਂ ਭਾਈ। ਮੀਤ, ਜੇ ਮੈਂ ਤੈਨੂੰ ਕਹਾਂ ਕਿ ਮੇਰੀ ਕੋਈ ਫੈਮਿਲੀ ਨਹੀਂ, ਤਾਂ ਤੂੰ ਮੈਨੂੰ ਕੈਨੇਡਾ ਨਹੀਂ ਲੈ ਕੇ ਜਾਏਂਗੀ? ਕਿਉਂ ਨਹੀਂ ਲੈ ਕੇ ਜਾਊਂਗੀ? ਜੇ ਮੈਂ ਤੈਨੂੰ ਕਹਾਂ ਕਿ ਢਿੱਲੋਂ ਸਾਹਿਬ ਮੇਰੇ ਡੈਡੀ ਨਹੀਂ ਹੈਗੇ, ਤਾਂ ਤੂੰ ਮੈਨੂੰ ਪਿਆਰ ਕਰਨਾ ਬੰਦ ਕਰ ਦੇਂਗੀ? ਕਿਉਂ ਬੰਦ ਕਰ ਦੂੰਗੀ? ਤੂੰ ਕਦੇ ਸੋਚਿਆ ਸੀ ਵੀ ਇਹੋ ਜਿਹੀ ਕਮਲੀ ਫੈਮਿਲੀ ਹੋਊਗੀ ਤੇਰੀ ਵਿਆਹ ਤੋਂ ਬਾਅਦ? ਇਹੋ ਜੀ ਫੈਮਿਲੀ ਨਾਲੋਂ ਤਾਂ ਤੁਸੀਂ ਇਕੱਲੇ ਹੀ ਚੰਗੇ ਸੀ। ਲੈ ਸੁਣ ਲਈ ਤੇਰੀ ਬਾਬਾ ਜੀ ਨੇ, ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ, ਜੋ ਵੀ ਹੈ ਬਸ ਤੂੰ ਹੀ ਹੈ। ਕੀ ਤੁਸੀਂ ਮੈਨੂੰ ਐਡਾ ਵੱਡਾ ਝੂਠ ਬੋਲਿਆ? ਧੋਖੇਬਾਜ਼। ਪਰ ਸਾਰਾ ਕੁਝ ਤੈਨੂੰ ਪੁੱਛ ਕੇ ਦੱਸਿਆ ਮੈਂ, ਆ ਪਰਮਿਸ਼ਨ ਲਈ ਸੀ ਤੇਰੀ ਇਹਨਾਂ ਦੇ ਸਾਹਮਣੇ। ਤੁਸੀਂ ਠੀਕ ਹੋ ਨਾ? ਇਸ ਉਮਰੇ ਲਾਦ ਆਪਣੇ ਮਾਂ-ਬਾਪ ਦੇ ਖੜੇ ਗੋਡੇ ਪਵਾ ਕੇ ਦਿੰਦੀ ਆ, ਤੇ ਤੂੰ ਸਾਲਿਆ ਮੇਰੇ ਚੱਲਦੇ ਵੀ ਖੜਾ ਤੇ। ਜੀਜੂ ਨਾ ਇਹ ਗੱਲ ਦਾ ਕਲੀਅਰ ਆ ਨਾ ਵੀ ਚੰਨੋ ਨਾਲ ਤੁਹਾਡਾ ਕੋਈ ਚੱਕਰ ਨਹੀਂ ਹੈ। ਹੁਣ ਸਾਲਿਆ ਮੈਂ ਲਿਖ ਕੇ ਦਵਾਂ ਕਿ ਮੇਰਾ ਇਹਦੇ ਨਾਲ ਕੋਈ ਚੱਕਰ ਨਹੀਂ? ਚਲ ਫਿਰ ਮੈਂ ਆਪਣਾ ਚਲਾ ਲਵਾਂ। ਸਾਲਾ ਇਹ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ, ਨਾ ਲਾਸਟਿਕ ਨਾ ਨਾੜਾ, ਚੰਡ ਮਾਰਾਂਗਾ। ਸਾਹਿਬ ਜੀ ਸ਼ਟ ਅਪ। ਜੀਜੂ ਮੀਤ, ਕੀ ਮੀਤ? ਤੁਸੀਂ ਤਾਂ ਬਹੁਤ ਵੱਡੇ ਫਰਾਡ ਹੋ ਜਸ। ਯਾਰ ਮੇਰੀ ਗੱਲ ਤਾਂ ਸੁਣ ਤੂੰ। ਓਏ ਤੂੰ ਪਹਿਲਾਂ ਮੇਰੀ ਗੱਲ ਸੁਣ। ਜਿਵੇਂ ਮੇਰਾ ਇਲਾਜ ਕਰਾਉਂਦਾ ਰਿਹਾ ਨਾ, ਅੱਜ ਤੇਰੀ ਸਰਜਰੀ ਮੇਰੇ ਹੱਥੋਂ ਲਿਖੀ। ਅੰਕਲ
आ डंडा नहीं मारना, समझ गया? समझ ਤਾਂ ਮੈਂ ਗਈ। ਸਭ ਤੋਂ ਵੱਡਾ ਗੁਨੇਗਾਰ ਤਾਂ ਮੇਰਾ ਆ, ਇਹਨੂੰ ਤਾਂ ਮੈਂ ਠੀਕ ਕਰੂੰਗੀ।